ਦੋਸਤੋ ਤੁਹਾਨੂੰ ਸਾਰਿਆਂ ਨੂੰ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਜੀ ਆਇਆਂ ਔਰ ਸਾਡੀ ਇਸ ਰੰਗ ਯਾਤਰਾ ਰੰਗ ਸੰਘਰਸ਼ ਦੇ ਜਿਹੜੀ ਲੜੀ ਹੈ ਔਰ ਹੁਣ ਅੱਜ ਅਸੀਂ ਇਸ ਦੇ 39ਵੇਂ ਪੜਾਅ ਦੇ ਉੱਤੇ ਆ। ਇਹ ਜਿਹੜਾ 39th ਐਪੀਸੋਡ ਹੈ ਸਾਡਾ ਔਰ ਬਹੁਤ ਸਾਰੇ ਰੰਗਕਰਮੀਆਂ ਦੇ ਸੰਗੀਤਕਾਰਾਂ ਦੇ ਨ੍ਰਿਤਕਾਰਾਂ ਦੇ ਬਹੁਤ ਖੂਬਸੂਰਤ ਤਜਰਬੇ ਜਿਹੜੇ ਆ ਉਹ ਸਾਡੇ ਕੋਲ ਇੱਥੇ ਇਕੱਠੇ ਹੋ ਰਹੇ ਨੇ ਔਰ ਹਰ ਰੋਜ਼ ਅਸੀਂ ਇਹ ਗੱਲਾਂ ਕਰਦੇ ਆ ਔਰ ਹਰ ਇੱਕ ਦੀ ਰੰਗ ਯਾਤਰਾ ਬਾਰੇ ਉਹਨਾਂ ਦੇ ਕ੍ਰੀਏਟਿਵ ਐਕਸਪੀਰੀਅੰਸ ਬਾਰੇ ਗੱਲਾਂ ਕਰਦੇ ਆ, ਕ੍ਰੀਏਟਿਵ ਐਕਸਪ੍ਰੈਸ਼ਨ ਬਾਰੇ ਗੱਲਾਂ ਕਰਦੇ ਆ, ਉਹਨਾਂ ਦੀ ਜਿਹੜੀ ਕਲਾ ਦੀ ਜਿਗਿਆਸਾ ਹੈ ਉਹਦੇ ਬਾਰੇ ਗੱਲਾਂ ਕਰਦੇ ਆ, ਕਲਾ ਦੇ ਸੁਪਨਿਆਂ ਬਾਰੇ ਗੱਲਾਂ ਕਰਦੇ ਆ। ਸੋ ਇਹ ਜਿਹੜੇ ਸੁਪਨੇ ਸਾਡੇ ਸਾਰਿਆਂ ਦੇ ਸਾਂਝੇ ਨੇ ਔਰ ਇਹਨਾਂ ਸੁਪਨਿਆਂ ਨੂੰ ਕਿਸੇ ਨੇ ਕਦੋਂ ਸ਼ੁਰੂ ਕੀਤਾ, ਉਹਦੇ ਵਿੱਚ ਕੀ ਕੀ ਪੜਾਅ ਆਏ, ਉਹਨਾਂ ਪੜਾਵਾਂ ਨੂੰ ਕਿਹੜੇ ਸੰਘਰਸ਼ ਨਾਲ ਪਾਰ ਕੀਤਾ ਔਰ ਆਪਣੇ ਵੱਲੋਂ ਨਵਾਂ ਕੀ ਅਸੀਂ ਕ੍ਰੀਏਟ ਕਰ ਸਕੇ ਇਸ ਕਲਾ ਦੇ ਰਸਤੇ ਦੇ ਵਿੱਚ, ਉਹਦੇ ਬਾਰੇ ਅਸੀਂ ਗੱਲਾਂ ਕਰਦੇ ਹਾਂ। ਸੋ ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਸਾਰੇ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਬਾਕੀ ਦੋਸਤ ਕੁਝ ਬਾਅਦ ਵਿੱਚ ਨਾਲ ਜੁੜ ਜਾਣਗੇ ਤੇ ਕੁਝ ਬਾਅਦ ਚ ਫੇਸਬੁੱਕ ਤੇ ਦੇਖ ਲੈਣਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਜਗਦੀਸ਼ ਖੰਨਾ ਹੋਰਾਂ ਦਾ ਜੀ ਆਇਆਂ। ਖੰਨੇ ਤੋਂ ਸਾਡੇ ਨਾਲ ਜਗਦੀਸ਼ ਜੀ ਨੇ ਔਰ ਇਹਨਾਂ ਦਾ ਲੰਮਾ ਸਫ਼ਰ ਹੈ ਰੰਗਮੰਚ ਦੇ ਸਫ਼ਰ ਵਿੱਚ। ਇਹਨਾਂ ਨੇ ਬੱਚਿਆਂ ਨਾਲ ਰੰਗਮੰਚ ਕੀਤਾ, ਵੱਡਿਆਂ ਨਾਲ ਕੀਤਾ, ਇਹਨਾਂ ਨੇ ਇਪਟਾ ਲਹਿਰ ਦੇ ਨਾਲ ਜਿਹੜੇ ਬਾਅਦ ਦੇ ਵਾਲਾ ਸਮਾਂ ਜਿਹੜਾ ਉਹਦੇ ਵਿੱਚ ਵੀ ਇਹਨਾਂ ਨੇ ਬਹੁਤ ਕੰਮ ਕੀਤਾ। ਇਹਨਾਂ ਦੀ ਟੋਨੀ ਬਾਤਿਸ਼ ਹੋਰਾਂ ਦੇ ਨਾਲ ਬੜੀ ਨੇੜਤਾ ਰਹੀ, ਉਹਨਾਂ ਦੇ ਨਾਲ ਇਹਨਾਂ ਨੇ ਬੜਾ ਮਿਲ ਕੇ ਕੰਮ ਕੀਤਾ। ਸੋ ਅਸੀਂ ਉਹਨਾਂ ਸਾਰਿਆਂ ਪੜਾਵਾਂ ਬਾਰੇ ਜਗਦੀਸ਼ ਜੀ ਹੋਰਾਂ ਕੋਲ ਜਾਣਨਾ ਚਾਹਾਂਗੇ। ਸੋ ਜਗਦੀਸ਼ ਜੀ ਤੁਹਾਨੂੰ ਜੀ ਆਇਆਂ ਕਹਿੰਦਾ ਹੋਇਆ ਮੈਂ ਚਾਹਾਂਗਾ ਕਿ ਤੁਸੀਂ ਆਪਣੇ ਰੰਗਮੰਚ ਸਫ਼ਰ ਦੀ ਜਿਹੜੀ, ਕੀ ਤੁਸੀਂ ਸ਼ੁਰੂ ਤੋਂ ਹੀ ਰੰਗਮੰਚ ਸਫ਼ਰ ਵੱਲ ਹੀ ਆਉਣਾ ਚਾਹੁੰਦੇ ਸੀ ਜਾਂ ਕੋਈ ਤੁਸੀਂ ਕੁਝ ਹੋਰ ਬਣਨਾ ਚਾਹੁੰਦੇ ਸੀ, ਕੁਝ ਇਸ ਤਰ੍ਹਾਂ ਦੇ ਕਿਹੜਾ ਤੁਹਾਡਾ ਪਹਿਲਾ ਪੜਾਅ ਸੀ ਜਿਹਦੇ ਕਰਕੇ ਤੁਹਾਨੂੰ ਮੁੜ ਕੇ ਫਿਰ ਇੱਧਰ ਤੁਸੀਂ ਆਏ? ਮੈਂ ਚਾਹਾਂਗਾ ਤੁਸੀਂ ਮੁੱਢੋਂ ਸੁਣੋ ਆਪਣੀ ਗੱਲਬਾਤ ਸ਼ੁਰੂ ਕਰੋ ਜੀ। ਕੇਵਲ ਜੀ, ਮੇਰਾ ਜਨਮ ਮਰਿੰਡੇ ਦੇ ਨਾਲ ਹੈ ਇੱਕ ਪਿੰਡ ਰਤਨਗੜ੍ਹ, ਉੱਥੇ ਹੋਇਆ ਸੀ ਤੇ ਖੰਨਾ ਸਾਡਾ ਸ਼ਹਿਰ ਸੀਗਾ। ਤੇ ਬਚਪਨ ਦੇ ਵਿੱਚ ਹਰੇਕ ਬੱਚੇ ਦਾ ਜਿਹੜਾ ਪਹਿਲਾ ਸੁਪਨਾ ਸ਼ਾਇਦ 99% ਗਾਇਕ ਬਣਨ ਦਾ ਜਾਂ ਐਕਟਰ ਬਣਨ ਦਾ। ਤੇ ਮੇਰਾ ਇੱਕ ਦੋਸਤ ਸੀ, ਛੋਟਾ ਜਿਹਾ ਦੋਸਤ ਸੀਗਾ, ਅਸੀਂ ਬੱਚੇ ਸੀ ਬਚਪਨ ਦੇ ਵਿੱਚ। ਤੇ ਅਸੀਂ ਥੋੜ੍ਹੇ ਪੈਸੇ ਇਕੱਠੇ ਕਰਕੇ 5 ਰੁਪਏ ਇਕੱਠੇ ਕੀਤੇ ਤੇ ਲੁਧਿਆਣੇ ਗਏ। 50 ਪੈਸੇ ਕਿਰਾਇਆ ਹੁੰਦਾ ਸੀ ਲੁਧਿਆਣੇ ਦਾ, ਨਵਾਂ ਬੱਸ ਸਟੈਂਡ ਜਿਹੜਾ ਅੱਜ ਕੱਲ੍ਹ ਹੈ ਉਹ ਨਵਾਂ ਸ਼ੁਰੂ ਹੋਇਆ ਸੀਗਾ। ਤੇ ਉੱਥੋਂ ਪੁੱਛਦੇ ਸਾਨੂੰ ਪਤਾ ਨਹੀਂ ਸੀ ਚੌੜਾ ਬਾਜ਼ਾਰ ਕੋਈ ਹੁੰਦਾ। ਉੱਥੇ ਮੋਹਨ ਮਿਊਜ਼ਿਕ ਵਾਲਾ ਕੋਈ ਹੈਗਾ ਸੀ, ਪੁੱਛਦੇ ਵੀ ਤੁੰਬੀ ਕਿੱਥੋਂ ਮਿਲਦੀ ਹੈ, ਤੁੰਬੀ ਕਿੱਥੋਂ ਮਿਲਦੀ ਹੈ। ਤੇ ਉਹ ਮਿਊਜ਼ਿਕ ਵਾਲੇ ਦੇ ਪਹੁੰਚ ਗਏ। 2.5 ਰੁਪਏ ਦੀ ਉਹਨਾਂ ਨੇ ਸਾਨੂੰ ਤੁੰਬੀ ਦਿੱਤੀ ਤੇ ਰੁਪਈਆ ਕਿਰਾਇਆ ਸਾਡਾ ਦੋਨਾਂ ਦਾ, ਰੁਪਈਆ ਵਾਪਸੀ ਦਾ ਰੁਪਈਆ ਸਾਡਾ ਬਚ ਗਿਆ ਉੱਥੋਂ। ਤੇ ਅਸੀਂ ਤੁੰਬੀ ਸਿੱਖਣ ਲੱਗੇ। 7-8 ਮਹੀਨੇ ਟੱਕਰਾਂ ਮਾਰਦੇ ਰਹੇ, ਨਹੀਂ ਆਈ। ਤੇ ਥੋੜੇ ਵੱਡੇ ਹੋਏ, ਫਿਰ ਸਾਡੇ ਪਿੰਡ ਇੱਕ ਨਾਲ ਪੁਰਾਣਾ ਰਹਾਉਣ ਪਿੰਡ ਹੈ, ਉੱਥੇ ਵਰਿੰਦਰ ਜੀ ਫਿਲਮਾਂ ਦੀ ਸ਼ੂਟਿੰਗ ਕਰਨ ਵਾਸਤੇ ਆ ਗਏ। ਤੇ ਅਸੀਂ ਸਕੂਲੋਂ ਫਰਲੋ ਮਾਰ ਕੇ ਸ਼ੂਟਿੰਗਾਂ ਦੇਖਣ ਚਲੇ ਜਾਣਾ। ਤੇ ਫਿਲਮ ਕਦੇ ਬਚਪਨ ਦੇ ਜਿਹੜੇ ਸਕੂਲਾਂ 'ਚ ਦਿਖਾਉਂਦੇ ਨੇ ਛੋਟੇ ਫਿਲਮਾਂ ਬੱਚਿਆਂ ਨੂੰ, ਉਹ ਦੇਖੀ ਹੋਈ ਸੀ ਕਦੇ। ਤੇ ਫਿਲਮਾਂ ਦੀ ਸ਼ੂਟਿੰਗ ਦੇਖੀ ਜਾਣਾ। ਤੇ ਉਸ ਤੋਂ ਬਾਅਦ ਬੱਚੇ ਇਕੱਠੇ ਕਰਕੇ ਸ਼ੂਟਿੰਗ ਖੇਲਣ ਲੱਗ ਗਏ। ਤੇ ਫਿਰ ਸਾਡੇ ਖੰਨੇ ਸ਼ਹਿਰ ਦੇ ਵਿੱਚ ਨਾ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਵੱਡੇ ਪੱਧਰ ਤੇ ਮੰਦਿਰਾਂ ਦੇ ਵਿੱਚ ਝਾਕੀਆਂ ਬਣਦੀਆਂ ਨੇ। ਉਸ ਸਮੇਂ ਆਸਟ੍ਰੇਲੀਆ ਝਾਕੀਆਂ ਬਣਦੀਆਂ। ਹਾਂਜੀ, ਇਹ ਕਿਹੜੇ ਸਾਲਾਂ ਦੀ ਗੱਲ ਹੈ ਬੱਚੇ ਇਕੱਠੇ ਕਰ ਲੈਣੇ? ਜਗਦੀਸ਼ ਜੀ ਕਿਹੜੇ ਸਾਲਾਂ ਦੀ ਗੱਲ ਹੈ, ਜ਼ਰਾ ਨਾਲ ਈਅਰ ਮੈਂਸ਼ਨ ਕਰਿਓ। ਇਹ ਗੱਲ ਹੋਊਗੀ 72, 73, 75, 70। ਛੋਟੇ ਬੱਚੇ ਪ੍ਰਾਇਮਰੀ ਸਕੂਲ ਤੇ 6ਵੀਂ 7ਵੀਂ 8ਵੀਂ ਕਲਾਸ ਦੇ ਵਿੱਚ 77 ਦੀ ਗੱਲ ਸ਼ਾਇਦ ਹੋਵੇ ਜੀ। ਤੇ ਫਿਰ ਮੇਰਾ ਛੋਟਾ ਭਰਾ ਸੀ ਗੁਰਪ੍ਰੀਤ ਜੁਗਨ ਹੈਗਾ, ਤੇ ਉਹ ਛੋਟਾ ਸੀਗਾ ਕਾਫੀ, ਮੇਰੇ ਤੋਂ 10 ਸਾਲ ਛੋਟਾ। ਤੇ ਉਹ ਘਰ ਦੇ ਮੂਹਰੇ ਅਸੀਂ ਉਹਦੀ ਕ੍ਰਿਸ਼ਨ ਦੀ ਉਹ ਝਾਕੀ ਬਣਾ ਦੇਣੀ ਤੇ ਰਾਮਲੀਲਾ ਦੇਖਣ ਦਾ ਬੜਾ ਸ਼ੌਕ ਸੀ। ਬਚਪਨ ਦੇ ਵਿੱਚ ਪਤਾ ਨਹੀਂ ਮੇਰੇ ਕੀ ਦਿਮਾਗ ਦੇ ਵਿੱਚ ਆਈ ਸੀ, ਆ ਗਈ ਗੱਲ ਕੁਦਰਤੀ ਵੀ ਜਿਹੜੇ ਸਰਦਾਰ ਬੰਦੇ ਹੁੰਦੇ ਨੇ, ਮੇਰੇ ਜੂੜਾ ਰੱਖਿਆ ਹੁੰਦਾ ਸੀ ਪਹਿਲਾਂ, ਤੇ ਵੀ ਸਰਦਾਰ ਬੰਦੇ ਐਕਟਿੰਗ ਨਹੀਂ ਕਰ ਸਕਦੇ, ਵੀ ਉਹਨਾਂ ਨੂੰ ਇਹਨਾਂ ਨੇ ਮੌਕਾ ਦੇਣਾ ਕਿਤੇ। ਤੇ ਰਾਮਲੀਲਾ ਵਾਲੀਆਂ ਰੈਸਲਾਂ ਦੇਖਣ ਚਲੇ ਜਾਣਾ, ਦੂਰ ਖੜ ਕੇ ਦੇਖੀ ਜਾਣੀਆਂ। ਤੇ ਫਿਰ ਜਨਮ ਅਸ਼ਟਮੀ ਦੇ ਵੀ ਥੋੜੇ ਵੱਡੇ ਹੋਏ, ਥੋੜੀ ਸੋਝੀ ਆਈ। ਤੇ ਮੇਰਾ ਬ੍ਰਦਰ ਛੋਟਾ
ਵਿਚਕਾਰਲਾ ਸੀਗਾ, ਇੱਕ ਨਾਲ ਮਹੱਲੇ ਦੇ ਬੱਚੇ 2 ਇਕੱਠੇ ਕਰਨੇ, ਅਸੀਂ ਭਗਤ ਸਿੰਘ ਦੀ ਝਾਕੀ ਬਣਾ ਦੇਣੀ ਜਨਮ ਅਸ਼ਟਮੀ ਦੇ ਉੱਤੇ। 2 ਸਾਲ ਅਸੀਂ ਭਗਤ ਸਿੰਘ ਦੀ ਝਾਕੀ ਬਣਾਉਂਦੇ ਰਹੇ। ਫਿਰ ਸਿਨੇਮਿਆਂ ਦੇ ਵਿੱਚ ਜਾ ਕੇ ਫੋਟੋਆਂ ਦੇਖਣੀਆਂ ਫਿਲਮਾਂ ਦੀਆਂ, ਪਿੱਛੇ ਗੇਟ ਤੇ ਬੈਠ ਕੇ ਕੰਨ ਲਾ ਕੇ ਸਟੋਰੀਆਂ ਸੁਣਨੀਆਂ। ਤੇ ਪਹਿਲਾ ਲਿਟਰੇਚਰ ਦਾ ਜਿਹੜਾ ਤੁਹਾਡੇ ਯਾਦ ਹੋਊ ਤੁਹਾਨੂੰ ਜਗਦੀਸ਼ ਜੀ, ਇਹ ਗੱਲ ਬੜੀ ਇੰਟਰਸਟਿੰਗ ਹੈ ਕਿ ਤੁਸੀਂ ਭਗਤ ਸਿੰਘ ਦੀ ਝਾਕੀ ਜਿਹੜੀ ਹੈ ਕ੍ਰਿਸ਼ਨ ਜਨਮ ਅਸ਼ਟਮੀ ਦੇ ਯਾਨੀ ਕਿ ਦੇਖੋ, ਇਹ ਮੈਂ ਤਾਂ ਗੱਲ ਮੈਨੂੰ ਰਿਪੀਟ ਕਰਨੀ ਪੈ ਰਹੀ ਹੈ ਕਿ ਅੱਜ ਦੇ ਸਮੇਂ 'ਚ ਸ਼ਾਇਦ ਇਹ ਔਖਾ ਹੋਏਗਾ, ਹੈ ਨਾ? ਉਦੋਂ ਸ਼ਾਇਦ ਇੰਨਾ ਕੱਟੜਤਾ ਨਹੀਂ ਸੀਗੀ। ਨਹੀਂ, ਬਿਲਕੁਲ ਨਹੀਂ। ਹਾਂ, ਇਹ ਬੜੀ ਇੰਟਰਸਟਿੰਗ ਗੱਲ ਹੈ। ਹਾਂਜੀ, ਸਿਖਾਲੇ ਸੀ ਲੋਕ। ਤੇ ਜਿਹੜਾ ਲਿਟਰੇਚਰ ਆਪਾਂ ਕਹਿੰਦੇ ਨੇ, ਤੁਹਾਨੂੰ ਸ਼ਾਇਦ ਯਾਦ ਹੋਵੇ, ਸਿਨੇਮਿਆਂ ਦੇ ਵਿੱਚ ਪੈਂਪਲੇਟ ਮਿਲਦਾ ਹੁੰਦਾ ਸੀ, ਫਿਲਮਾਂ ਦੇ ਗੀਤ ਲਿਖੇ ਹੁੰਦੇ ਸੀ ਉਹਦੇ ਵਿੱਚ। ਬਿਲਕੁਲ। ਉਹ ਦੋ ਫਿਲਮਾਂ ਜਾਂ 3 ਫਿਲਮਾਂ ਦੇ 10 ਕੁ ਪੈਸੇ ਦਾ ਉਹ ਮਤਲਬ ਆਉਂਦਾ ਹੁੰਦਾ ਸੀਗਾ। ਉਹ ਅਸੀਂ ਬਹੁਤ ਖਰੀਦੇ, ਮੈਂ ਬਹੁਤ ਖਰੀਦਦਾ ਸੀ। ਮੈਂ ਬੜੇ ਖਰੀਦਣੇ ਉਹ, ਤੇ ਗਾਣੇ ਗੀਤ ਯਾਦ ਕਰਨੇ, ਗੀਤ ਯਾਦ ਕਰਕੇ ਸਕੂਲ ਦੇ ਵਿੱਚ ਕਲਾਸ ਦੇ ਵਿੱਚ ਸੁਣਾਇਆ ਕਰਨੇ। ਤੇ ਹਾਥੀ ਮੇਰੇ ਸਾਥੀ ਜੀ, ਬੜਾ ਰਸ਼ ਪੈਂਦਾ ਸੀ, ਸਰਕਸਾਂ ਲੱਗਦੀਆਂ ਸੀਗੀਆਂ, ਤੇ ਰਾਤ ਨੂੰ ਸਰਕਸ ਦੀ ਜਿਹੜੀ ਲਾਈਟ ਉਹ ਦੇਖੀ ਜਾਣੀ ਬੈਠ ਕੇ। ਤੇ ਉਸ ਤੋਂ ਬਾਅਦ ਫਿਰ ਜਸੂਸੀ ਨਾਵਲ ਪੜ੍ਹਨ ਲੱਗ ਗਏ 10ਵੀਂ 'ਚ ਆ ਕੇ। ਤੇ ਇਹ ਪੜ੍ਹਦੇ ਪਤਾ ਹੀ ਨਹੀਂ ਕਦੋਂ ਮੇਰੇ ਹੱਥ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਕਿਤਾਬ ਆ ਗਈ, ਜਸਵੰਤ ਸਿੰਘ ਕਮਲ ਦੇ ਨਾਵਲ ਆ ਗਏ, ਤੇ ਨਾਨਕ ਸਿੰਘ ਦੇ ਨਾਵਲ ਆ ਗਏ। ਤੇ ਇਸ ਤਰ੍ਹਾਂ ਫਿਰ ਲਿਟਰੇਰੀ ਵਾਲੇ ਪਾਸੇ ਮੈਂ ਆ ਗਿਆ। ਇਹ ਜਦੋਂ ਇਹ ਲਿਟਰੇਰੀ ਤੇ ਪਾਸਾ ਹੋ ਗਿਆ ਤੁਹਾਡੇ ਬਚਪਨ ਦੀ ਥੋੜੀ ਇਹ ਵੀ ਸੀਗੀ, ਚਲੋ ਤੁਸੀਂ ਆਪਣੀ ਸ਼ੂਟਿੰਗ ਖੇਡਦੇ ਰਹੇ, ਉਹ ਇੱਕ ਨਾਟਕੀ ਬਣਤਰ ਮਨ ਦੇ ਵਿੱਚ ਬੁਣੀ ਤੇ ਜਾ ਰਹੀ ਸੀ। ਪਰ ਇਹਦਾ ਪੜਾਅ ਤੁਹਾਨੂੰ ਕਿੱਥੇ ਮਿਲਿਆ ਵੀ ਮੈਂ ਨਾਟਕ ਦੀ ਦੁਨੀਆ ਵੱਲ ਨੂੰ ਤੁਰ ਪਵਾਂ? ਉਹਦੇ ਨਾਲ ਬਚਪਨ ਦੇ ਵਿੱਚ ਮਤਲਬ ਕਾਮਰੇਡਾਂ ਦੇ ਡਰਾਮਾ ਸਕੁਐਡ ਆਉਂਦੇ ਸੀਗੇ। ਤੇ ਬੜੀ ਪੁਰਾਣੀ ਗੱਲ ਹੈ, ਜਦ ਛੋਟੇ ਹੁੰਦੇ ਸੀ, ਗੁਰਸ਼ਰਨ ਭਾਜੀ ਇੱਕ ਸਾਡੇ ਖੰਨੇ ਪੰਜਾਬੀ ਸਾਹਿਤ ਸਭਾ ਨੇ ਸ਼ਾਇਦ ਕਰਾਇਆ ਸੀ ਫੰਕਸ਼ਨ, ਬਹੁਤ ਛੋਟਾ ਹੁੰਦਾ ਸੀਗਾ, ਤੇ ਮੈਨੂੰ ਨਹੀਂ ਸੀ ਪਤਾ ਵੀ ਗੁਰਸ਼ਰਨ ਭਾਜੀ ਨੇ, ਉਹਨਾਂ ਨੇ ਸ਼ਾਇਦ ਨਾਟਕ ਤੇ 2-3 ਨਾਟਕ ਕੀਤੇ ਸੀ। ਇੱਕ ਨਾਟਕ ਮੇਰੇ ਯਾਦ ਹੈ, ਇਹ ਲਹੂ ਕਿਸਦਾ ਹੈ, ਮਾਤਾ ਰਾਣੀ ਪਾਰਕ ਹੈ ਸਾਡੇ ਖੰਨੇ, ਤੇ ਉੱਥੇ ਮੈਂ ਦੇਖਿਆ। ਮੇਰਾ ਸ਼ੌਕ ਬਹੁਤ ਸੀ ਰਾਮਲੀਲਾ ਦੇਖਣ ਜਾਣਾ, ਜਾਂ ਕਿਤੇ ਕੋਈ ਵੀ ਫੰਕਸ਼ਨ ਹੋਵੇ ਕੋਈ। ਫਿਰ 78 ਦੇ ਵਿੱਚ ਸ਼ਾਇਦ ਭਾਜੀ ਆਏ ਸੀ ਨਾਟਕ ਲੈ ਕੇ, ਧਮਕ ਨਗਾਰੇ ਦੀ, ਸੁਖਦੇਵ ਪ੍ਰੀਤ ਮੇਰੇ ਯਾਦ ਆ, ਉਹਨਾਂ ਨੇ ਰੋਲ ਕੀਤਾ ਸੀ, ਸ਼ਾਇਦ ਤੁਸੀਂ ਵੀ ਨਾਲ ਹੋਵੋ ਉਦੋਂ। ਜੀ। ਹਾਂ, ਤੇ ਆਪਣਾ ਅਮਰਦਾਸ ਮਾਰਕੀਟ ਦਾ, ਹੁਣ ਵੱਡੀ ਮਾਰਕੀਟ ਆ ਸਾਡੀ ਖੰਨੇ ਸ਼ਹਿਰ ਦੇ ਸੈਂਟਰ ਦੇ ਵਿੱਚ, ਜਦੋਂ ਖਾਲੀ ਹੁੰਦਾ ਸੀਗਾ ਉੱਥੇ ਹੋਇਆ ਸੀਗਾ। ਫਿਰ ਸ਼ਹਿਰ ਦੇ ਵਿੱਚ ਉਹ ਰੈੱਡ ਕਰਾਸ ਦੇ ਮੇਲੇ ਲੱਗਣੇ, ਉਹਨਾਂ ਵਿੱਚ ਸ਼ਿਰਕਤ ਕਰਨੀ। ਫਿਰ ਮੈਂ ਕਮਿਊਨਿਸਟ ਪਾਰਟੀ ਦੇ ਨੇੜੇ ਜਾਣ ਲੱਗਾ, ਦਫ਼ਤਰ ਜਾਣ ਲੱਗਿਆ ਕਾਲਜ ਟਾਈਮ ਦੇ ਵਿੱਚ, 1980-81 ਦੇ ਵਿੱਚ। ਤੇ ਸਾਡੇ ਵੱਡੇ ਸ਼ਾਇਰ ਹੋਏ ਨੇ, ਇੱਕ ਡੈਥ ਹੋ ਗਈ ਉਹਨਾਂ ਦੀ, ਬਲਵੀਰ ਆਤਿਸ਼ ਜੀ। ਤੇ ਉਹਨਾਂ ਦਾ ਫਾਦਰ ਸੀਗੇ ਕਾਮਰੇਡ ਗੁਰਬਖਸ਼ ਸਿੰਘ, ਉਹ ਦਫ਼ਤਰ ਮੈਨੂੰ ਮਿਲਦੇ ਸੀਗੇ। ਤੇ ਮੈਂ ਆਪਣੀ ਇੱਛਾ ਜ਼ਾਹਰ ਕੀਤੀ ਬਲਵੀਰ ਆਤਿਸ਼ ਕੋਲ ਵੀ ਮੇਰਾ ਵੀ ਦਿਲ ਕਰਦਾ ਵੀ ਆਪਾਂ ਕੋਈ ਡਰਾਮਾ ਸਕੁਐਡ ਬਣਾਈਏ ਇਸ ਤਰ੍ਹਾਂ ਦਾ। ਟਿਕਟਾਂ ਦਾ ਮੈਨੂੰ ਕੁਝ ਨਹੀਂ ਸੀ ਪਤਾ। ਬਲਬੀਰ ਆਤਿਸ਼ ਦਾ ਤੁਸੀਂ ਨਾਮ ਲਿਆ, ਮੈਨੂੰ ਯਾਦ ਆ ਗਿਆ, ਉਹਨਾਂ ਦੇ ਬੜਾ ਸੋਹਣਾ ਇੱਕ ਗੀਤ ਸੀ ਕਿ ਤੇਰੇ ਰੇਤ ਹੋਏ ਦਰਿਆਵਾਂ ਵਿੱਚ, ਨਾ ਡੁੱਬ ਹੋਵੇ ਨਾ ਤਰ ਹੋਵੇ। ਹਾਂਜੀ, ਹੈ ਨਾ? ਹਾਂ, ਤੇਰੇ ਰੇਤ ਹੋਏ ਦਰਿਆਵਾਂ ਵਿੱਚ, ਬੜੀ ਖੂਬਸੂਰਤ ਗੱਲ ਸੀ। 3 ਕਿਤਾਬਾਂ ਉਹਨਾਂ ਨੇ ਪੋਇਟਰੀ ਦੀਆਂ ਲਿਖੀਆਂ ਸੀਗੀਆਂ। ਤੇ ਮੀਟਿੰਗ ਰੱਖ ਲਈ ਅਸੀਂ। ਪਹਿਲੀ ਮੀਟਿੰਗ ਦੇ ਵਿੱਚ 4 ਬੰਦੇ, ਹਿੰਮਤ ਸਿੰਘ, ਉਹ ਐਗਰੀਕਲਚਰ ਯੂਨੀਵਰਸਿਟੀ 'ਚ ਪੜ੍ਹਦਾ ਸੀ ਮੁੰਡਾ, ਤੇ ਇੱਕ ਇੰਦਰਜੀਤ ਮੇਰਾ ਕਲਾਸ ਫੈਲੋ ਸੀਗਾ, ਤੇ ਮੈਂ ਤੇ ਬਲਵੀਰ ਆਤਿਸ਼, 4 ਬੰਦਿਆਂ ਨੇ ਪਾਰਟੀ ਦਫ਼ਤਰ ਮੀਟਿੰਗ ਕੀਤੀ। ਸਰਦੀਆਂ ਦਾ ਟਾਈਮ ਸੀਗਾ, ਤੇ ਕਲੱਬ ਦਾ ਨਾਮ ਰੱਖਣ ਦੀ ਗੱਲ ਹੋਈ। ਤੇ ਬਲਵੀਰ ਆਤਿਸ਼ ਉਹਨਾਂ ਨੇ ਕਿਹਾ ਵੀ ਆਪਾਂ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਦੇ ਨਾਂ ਤੇ ਹੀ ਕੰਮ ਕਰਾਂਗੇ। ਤੇ ਮੈਨੂੰ ਨਹੀਂ ਸੀ ਪਤਾ ਵੀ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਕੋਈ ਨਾਮ ਦੀ ਸੰਸਥਾ ਹੈਗੀ ਹੈ। ਉਹਨਾਂ ਨੇ ਦੱਸਿਆ ਸਾਨੂੰ ਵੀ ਆਪਣਾ ਨੈਸ਼ਨਲ ਲੈਵਲ ਦੀ ਸੰਸਥਾ ਹੈ, ਤੇ ਸਾਡੇ ਕੰਪੀਟੀਸ਼ਨ ਹੁੰਦੇ ਸੀ ਇੱਥੇ, ਬੜੇ ਸਾਲ ਕੰਪੀਟੀਸ਼ਨ ਹੁੰਦੇ ਰਹੇ ਨੇ। ਕੀ ਉਦੋਂ ਤੱਕ ਜਗਦੀਸ਼ ਜੀ, ਉਦੋਂ ਤੱਕ ਕੋਈ ਖੰਨੇ ਵਿੱਚ ਕੋਈ ਥੀਏਟਰ ਗਰੁੱਪ ਨਹੀਂ ਸੀ? ਥੀਏਟਰ ਨਹੀਂ ਸੀ ਕਰਦਾ ਕੋਈ, ਪਰ ਕੰਪੀਟੀਸ਼ਨ ਕਰਨ ਵਾਲੇ ਸੀਗੇ। ਨਿਰਵਾਣ ਕਲਾ ਮੰਚ, ਪ੍ਰੋਫੈਸਰ ਨਈਅਰ, ਤੇ ਪ੍ਰਿੰਸੀਪਲ ਬਾਅਦ ਚੋਂ ਪ੍ਰਿੰਸੀਪਲ ਟੋਕ ਆਪਣਾ ਸੈਣੀ ਸਾਹਿਬ ਜੀ, ਉਹ ਸੀਗੇ। ਉਹਨਾਂ ਮਤਲਬ ਉਹ ਕੰਪੀਟੀਸ਼ਨ ਕਰਦੇ ਸੀ। ਕੰਪੀਟੀਸ਼ਨ ਦਾ ਜ਼ਮਾਨਾ ਆ ਗਿਆ, ਉਹਨਾਂ ਦਾ ਟਾਈਮ ਆ ਗਿਆ। ਅਸੀਂ ਔਲਖ ਸਾਹਿਬ ਦਾ ਨਾਟਕ
ਬਲਵੀਰ ਆਤਿਸ਼ ਜੀ ਨੇ ਹੀ ਚੁਣਿਆ ਤੇ ਕੁਝ ਬੱਚੇ ਹੋਰ ਨਾਲ ਜੋੜੇ ਤੇ ਇੱਕ ਸਾਡੀ ਮੈਡਮ ਅਮਰਜੀਤ ਕੌਰ, ਉਹਨਾਂ ਨੂੰ ਲਿਆ ਨਾਲ, ਕਾਮਰੇਡਾਂ ਦੇ ਬੱਚੇ ਆ ਗਏ 2-4 ਤੇ ਉਹ ਤੂੜੀ ਵਾਲਾ ਕੋਠਾ ਸੀ ਨਾਟਕ ਕੰਪੀਟੀਸ਼ਨ ਦੇ ਵਿੱਚ ਲੈ ਗਏ। ਤੇ ਉਸੇ ਕੰਪੀਟੀਸ਼ਨ ਦੇ ਵਿੱਚ ਲੁਧਿਆਣੇ ਜਸਵਿੰਦਰ ਭੱਲਾ ਐਗਰੀਕਲਚਰ ਯੂਨੀਵਰਸਿਟੀ ਪੜ੍ਹਦੇ ਸੀਗੇ, ਇਹਨਾਂ ਦੀ ਟੀਮ, ਉਹ ਵੀ ਨਾਟਕ ਕੰਪੀਟੀਸ਼ਨ ਵਧੀਆ ਕੰਪੀਟੀਸ਼ਨ ਹੁੰਦਾ ਸੀਗਾ, ਇਹ ਵੀ ਆ ਗਏ ਨਾਲ, ਉਹ ਵੀ ਤੂੜੀ ਵਾਲਾ ਕੋਠਾ ਹੀ ਲੈ ਕੇ ਆਏ ਤੇ ਉਹ ਨਾਟਕ ਉਹਨਾਂ ਨੇ ਪਹਿਲਾਂ ਕਰਕੇ ਚਲੇ ਗਏ। ਚਲੋ ਉਹਨਾਂ ਦਾ ਨਾਟਕ ਫਸਟ ਆਇਆ, ਸਾਡਾ ਥਰਡ ਆ ਗਿਆ। ਤੇ ਪਟਿਆਲੇ ਤੋਂ ਬਹੁਤ ਦੂਰੋਂ ਦੂਰੋਂ ਨਾਟਕ ਆਉਂਦੇ ਹੁੰਦੇ ਸੀ, ਹਿੰਦੀ ਦੇ ਨਾਟਕ ਬੜੇ ਆਉਂਦੇ ਸੀਗੇ। ਤੇ ਉਸ ਤੋਂ ਬਾਅਦ ਫਿਰ ਅਸੀਂ ਔਲਖ ਸਾਹਿਬ ਨੇ ਨਾਟਕ ਅੰਨ੍ਹੇ ਨਿਸ਼ਾਨਚੀ ਪ੍ਰਿੰਟ ਨਹੀਂ ਸੀ ਹੋਇਆ, ਬਲਵੀਰ ਆਤਿਸ਼ ਨੇ ਫਿਰ ਉੱਥੋਂ ਉਹਨਾਂ ਤੋਂ ਔਲਖ ਸਾਹਿਬ ਤੋਂ ਮੰਗਵਾਈ ਕਾਪੀ ਉਹਦੀ। ਤੇ 1 ਮਈ 1982 ਨੂੰ ਸਾਡੇ ਇੱਥੇ ਖੰਨੇ ਰਾਣੀ ਵਾਲਾ ਤਲਾਬ ਹੈ ਇੱਕ, ਉੱਥੇ ਰਾਮਲੀਲਾ ਬਹੁਤ ਹੁੰਦੀ ਸੀਗੀ ਤੇ ਮੈਂ ਬੜੇ ਨਾਟਕ ਉੱਥੇ ਬਾਅਦ 'ਚ ਕੀਤੇ ਨੇ। ਤੇ ਅੰਨ੍ਹੇ ਨਿਸ਼ਾਨਚੀ ਦੇ ਵਿੱਚ ਅਸੀਂ ਸਾਰੀ ਟੀਮ ਇਕੱਠੀ ਕੀਤੀ। ਇੱਕ ਅੰਜਮ ਖਾਨ ਸਾਡੇ ਖੰਨੇ ਲੜਕੀ ਸੀਗੀ ਜੀ, ਅੱਜ ਕੱਲ੍ਹ ਉਹ ਬੇਬੀ ਸਹਿਰਾ ਨਾਂ ਦੀ ਲੜਕੀ, ਉਹਦੀ ਛੋਟੀ ਭੈਣ ਬਹੁਤ ਵਧੀਆ ਗਾਉਂਦੀ ਸੀਗੀ ਤੇ ਅੱਜ ਕੱਲ੍ਹ ਉਹ ਬੰਬੇ ਸੈੱਟ ਨੇ ਸਾਰੇ, ਪੂਰਾ ਟੱਬਰ ਸੈੱਟ ਹੈ। ਤੇ ਉਹਨਾਂ ਨੇ ਬਲਵੀਰ ਉਹਨਾਂ ਨੇ ਹੀ ਕੀਤਾ ਇਕੱਠਾ ਸਾਰਾ ਕੀਤਾ ਤੇ ਅੰਨ੍ਹੇ ਨਿਸ਼ਾਨਚੀ ਤੇ 1 ਮਈ 1982 ਨੂੰ ਅਸੀਂ ਉਹਦਾ ਸ਼ੋਅ ਕੀਤਾ। ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਅੱਤਵਾਦ ਦਾ ਦੌਰ ਸੀਗਾ, ਫੰਕਸ਼ਨ ਕਰਨ ਤੇ ਪਾਬੰਦੀ ਲਾਤੀ ਤੇ 82 ਤੇ 83 ਤੋਂ ਲੈ ਕੇ 84 ਤੱਕ 2 ਸਾਲ ਮੇਰਾ ਖਿਆਲ ਬੈਨ ਰਿਹਾ। 2044 ਲੱਗੀ ਗਵਰਨਮੈਂਟ ਨੇ ਕੁਛ ਨਹੀਂ ਕੀਤਾ ਤੇ 85 ਦੇ ਵਿੱਚ ਖੁੱਲਿਆ। 85 ਦੇ ਵਿੱਚ ਅਸੀਂ ਫਿਰ ਮੀਟਿੰਗ ਕੀਤੀ ਮੈਡਮ ਅਮਰਜੀਤ ਦੇ ਘਰੇ, ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਘਰ ਦੇ ਵਿੱਚ, ਉਹਨਾਂ ਦੀ ਮੀਟਿੰਗ ਕਰਨੀ, ਬੱਚੇ ਉਹਨਾਂ ਦੇ ਛੋਟੇ ਤੇ ਉਹਨਾਂ ਬੱਚੇ ਵੀ ਛੋਟਾ ਮੋਟਾ ਨਾਲ ਰੋਲ ਕਰਦੇ ਰਹੇ। ਤੇ ਹੁਣ ਸਾਰੇ ਮੁੰਡੇ ਬਰਾਬਰ ਦੇ, ਸਾਨੂੰ ਕੁਛ ਆਉਂਦਾ ਨਹੀਂ ਸੀ ਕਰਨ ਦਾ, ਡਾਇਰੈਕਸ਼ਨ ਦੇਣੀ ਕਿਸੇ ਨੂੰ ਨਹੀਂ ਸੀ ਆਉਂਦੀ। ਮੈਂ ਤਾਂ ਐਜ਼ ਐਕਟਰ ਹੀ ਮੈਨੂੰ ਵਧੀਆ ਲੱਗਦਾ ਸੀਗਾ ਵੀ ਮੈਂ ਐਕਟਰ ਕੰਮ ਕਰਾਂ ਤੇ ਚੰਗੀ ਐਕਟਿੰਗ ਕਰ ਵੀ ਲੈਂਦਾ ਸੀ ਮਾੜੀ ਮੋਟੀ ਮੈਂ, ਠੀਕ। ਤੇ ਫਿਰ ਸੁਝਾਅ ਦਿੱਤਾ ਸਾਡੇ ਕਿਸੇ ਮੁੰਡੇ ਨੇ, ਦੋਸਤ ਨੇ, ਵੀ ਆਪਣਾ ਇੱਥੇ ਗੁਰਪਾਲ ਸਿੰਘ ਲਿੱਟ, ਹਾਂਜੀ, ਕਹਾਣੀਕਾਰ ਖੰਨੇ ਦੇ ਸਾਡੇ ਵੀ ਆਏ ਨੇ ਇੱਥੇ ਵੀ। ਜਦੋਂ ਮੈਂ ਕਾਲਜ ਪੜ੍ਹਦਾ ਸੀਗਾ ਉਦੋਂ ਪ੍ਰੋਫੈਸਰ ਜਲੋਟਾ ਨਾਲ ਮਿਲ ਕੇ ਯੂਥ ਫੈਸਟੀਵਲ ਦੇ ਵਿੱਚ ਲਿੱਟ ਸਾਹਿਬ ਉੱਥੇ ਨਾਟਕ ਕਾਲਜ ਦੇ ਵਿੱਚ, ਮੇਰੇ ਕਾਲਜ ਦੇ ਵਿੱਚ ਨਾਟਕ ਤਿਆਰ ਕਰਾਉਂਦੇ ਸੀ। ਪਰ ਮੈਨੂੰ ਸੀਗਾ ਵੀ ਸ਼ਾਇਦ ਮੈਂ ਸਰਦਾਰ ਕਰਕੇ ਮੈਨੂੰ ਨਾ ਰੱਖਣ, ਇਹ ਮੈਂ ਉੱਥੇ ਵੀ ਯੂਥ ਫੈਸਟੀਵਲ 'ਤੇ ਗਿਆ ਨਹੀਂ ਹੈਗਾ। ਤੇ ਵੀ ਸਾਰੇ ਇਕੱਠੇ ਹੋ ਕੇ ਅਸੀਂ ਸਾਈਕਲਾਂ ਤੇ ਲੱਲੜੀ ਰੋਡ ਤੇ ਉਹਨਾਂ ਦਾ ਮਕਾਨ ਹੈ, ਗਰਮੀਆਂ ਦਾ ਟਾਈਮ ਸੀ, ਜਾ ਰਹੇ ਹਾਂ ਤੇ ਫਾਟਕਾਂ ਦੇ ਉੱਤੇ ਸਾਨੂੰ ਉਹ ਜਲੋਟਾ ਸਾਹਿਬ ਕੋਲ ਲਮਰੇਟਾ ਸਕੂਟਰ ਹੁੰਦਾ ਸੀਗਾ, ਉਹ ਆ ਰਹੇ ਨੇ, ਲਿੱਟ ਸਾਹਿਬ ਸਾਈਕਲ ਤੇ ਆ ਰਹੇ, ਸਕੂਟਰੀ ਹੁੰਦੀ ਸੀ ਉਹਨਾਂ ਨੂੰ ਲੂਣਾ ਵਗੈਰਾ ਕੋਈ, ਤੇ ਉੱਥੇ ਫਾਟਕਾਂ ਤੇ ਮਿਲ ਗਿਆ ਸਾਨੂੰ, ਅਸੀਂ ਤੁਹਾਨੂੰ ਮਿਲਣ ਆ ਰਹੇ ਹਾਂ ਜੀ। ਤੇ ਜਲੋਟਾ ਸਾਹਿਬ ਕਹਿੰਦੇ ਚਲੋ ਜੀ ਮਿਲੋ ਜੀ। ਅਸੀਂ 7-8 ਮੁੰਡੇ ਚ ਗਏ ਉੱਥੇ ਉਹਨਾਂ ਦੇ ਘਰੇ ਤੇ ਰਿਕੁਐਸਟ ਕੀਤੀ ਲਿੱਟ ਸਾਹਿਬ ਨੂੰ ਵੀ ਸਾਡਾ ਨਾਟਕ ਤਿਆਰ ਕਰਾਓ। ਤੇ ਰਿਸ਼ਤਿਆਂ ਦਾ ਕਿਰਖੀ ਨਾਂ ਨਾਟਕ ਮੈਨੂੰ ਲੱਭ ਗਿਆ ਸੀ ਉਹ ਉਦੋਂ ਕਿਤੋਂ, ਡਾਕਟਰ ਆਤਮਜੀਤ ਦਾ। ਤੇ ਉਹ ਫਿਰ ਸਾਨੂੰ ਉਹਨਾਂ ਨੇ ਮਹੀਨਾ 1.5 ਮਹੀਨਾ ਰੈਸਲਾਂ ਰੋਬਨ ਮਾਡਲ ਸਕੂਲ ਦੇ ਵਿੱਚ ਚੱਲਦੀਆਂ ਰਹੀਆਂ। ਮੇਨ ਰੋਲ ਉਹਨਾਂ ਨੇ ਕੀਤਾ ਲਿੱਟ ਸਾਹਿਬ ਨੇ, ਬੇਟੀ ਰਾਵੀਆ ਨੇ ਛੋਟੀ ਬੱਚੀ ਦਾ ਰੋਲ ਕੀਤਾ, ਮੈਂ ਕੀਤਾ ਫੌਜੀ ਦਾ। ਤੇ ਸਾਡੇ ਨਾਲ ਫਿਰ ਇੱਕ ਕਰਮਚੰਦ ਅੱਜ ਕੱਲ੍ਹ ਐਡਵੋਕੇਟ ਨੇ, ਉਹ 5ਵਾਂ-6ਵਾਂ ਲੜਕਾ ਉਹ ਜੁੜਿਆ, ਸੁਖਵਿੰਦਰ ਸਿੰਘ ਮਾਸਟਰ ਟੀਚਰ ਆ ਸਾਡੇ, ਉਹ ਜੁੜੇ, ਸੁਭਾਸ਼ ਭੰਡਾਰੀ। ਤੇ ਉਸ ਤੋਂ ਬਾਅਦ ਡਾਕਟਰ ਸਰਜੀਤ ਪੰਜਾਬੀ ਯੂਨੀਵਰਸਿਟੀ ਵਾਲੇ, ਉਹਨਾਂ ਨਾਲ ਵੀ ਮੈਂ 7 ਬਗਾਨੇ ਨਾਟਕ ਦੀ ਰਿਹਰਸਲ ਕੀਤੀ ਆ, ਪਰ ਉਹਦਾ ਸ਼ੋਅ ਨਹੀਂ ਹੋਇਆ। ਤੇ ਡਾਕਟਰ ਖੁਸ਼ਵਿੰਦਰ ਕੁਮਾਰ ਅੱਜ ਕੱਲ੍ਹ ਮੋਦੀ ਕਾਲਜ ਦੇ ਵਿੱਚ ਪ੍ਰਿੰਸੀਪਲ ਨੇ, ਉਹਨਾਂ ਨੇ ਵੀ ਮੇਰੇ ਨਾਟਕ ਸਾਡੇ ਕਲੱਬ ਦੇ ਵਿੱਚ ਕੰਪੇਅਰਿੰਗ ਬਹੁਤ ਵਧੀਆ ਖੂਬਸੂਰਤ ਕਰਦੇ ਹੁੰਦੇ ਸੀ ਉਹ। ਤੇ ਬਗਾਨੇ ਬੋਰਡ ਦੀ ਸ਼ਾਨ ਦੇ ਨਾਟਕ ਦੇ ਵਿੱਚ ਉਹਨਾਂ ਨੇ ਗੀਲੇ ਦਾ ਰੋਲ ਵੀ ਕੀਤਾ ਸੀਗਾ। ਤੇ ਉਹ ਨਾਟਕ ਅਸੀਂ ਕੀਤਾ 4 ਮਾਰਚ 5 ਮਾਰਚ 1985 ਨੂੰ ਰਾਣੀ ਵਾਲੇ ਤਲਾਬ ਤੇ, ਤੇ ਬੜਾ ਵਧੀਆ ਹੋਇਆ। ਜਿਹੜੇ ਜਲੋਟਾ ਸਾਹਿਬ ਨੇ ਫਜ਼ਲਦੀਨ ਦਾ ਰੋਲ ਕੀਤਾ, ਟੀਮ ਸਾਡੀ ਜਾਣੀ ਜਸਵਿੰਦਰ ਸਿੰਘ ਸੀ ਲੜਕਾ ਇੱਕ, ਉਹ ਜੁੜ ਗਏ। ਤੇ 85 ਤੋਂ ਬਾਅਦ ਪਤਾ ਨਹੀਂ ਲਿੱਟ ਸਾਹਿਬ ਨਾਲ ਸਾਡੀ ਪਤਾ ਕੀ ਗੱਲ ਹੋਈ, ਜਾਂ ਉਹਨਾਂ ਨੇ ਸਮਝਾਅ ਦਿੱਤਾ। ਤੇ ਸੋਹਣ ਧਾਰੀਵਾਲ ਇੱਕ ਗੋਬਿੰਦਗੜ੍ਹ ਤੋਂ ਨਾਟਕ ਵਾਲਾ ਸੰਗਮ ਮੰਡੀ ਗੋਬਿੰਦਗੜ੍ਹ, ਉਹਨਾਂ ਦਾ ਬਣਾਇਆ ਸੀਗਾ। ਉਹ ਪਹਿਲਾਂ ਬਲਵੀਰ ਆਤਿਸ਼ ਉਹਨਾਂ ਨਾਲ ਇੱਕ ਵਾਰ ਆਏ ਸੀ, ਮੈਨੂੰ ਘਰ ਨਹੀਂ ਸੀ ਪਤਾ ਉਹਨਾਂ ਦਾ। ਤੇ ਹਾਂਜੀ, ਤੇ ਘਰ ਫਿਰ ਅਸੀਂ ਜਾ ਕੇ ਗੋਬਿੰਦਗੜ੍ਹ
ਅੰਦਾਜ਼ਾ ਜਿਹਾ ਲਾ ਕੇ ਘਰ ਲੱਭਿਆ, ਉਹਨਾਂ ਨੂੰ ਮਿਲੇ ਤੇ 87 ਦੇ ਵਿੱਚ ਉਹ ਖੰਨੇ ਅਸੀਂ ਬੁਲਾਇਆ ਉਹਨਾਂ ਨੂੰ। ਅੰਨੇ ਖਾਣੇ ਨਾਟਕ ਆਪਣਾ ਡਾਕਟਰ ਸਾਹਿਬ ਦਾ ਹੀ ਤਿਆਰ ਕੀਤਾ, ਔਲਖ ਸਾਹਿਬ ਦਾ ਉਹ ਕੀਤਾ ਸੀ, ਅਰਵਿੰਦ ਧੰਦੂਕਾਰਾ, ਉਹ ਵੀ ਰਾਣੀ ਵਾਲੇ ਤਲਾਅ ਤੇ ਸੀ। ਰਾਣੀ ਵਾਲੇ ਤਲਾਅ ਦੇ ਬੜੇ ਸ਼ੋਅ ਕੀਤੇ ਨੇ ਤੇ ਉਹ ਸਾਡੇ ਕਲੱਬ ਨਾਲ ਮਤਲਬ ਕੇਵਲ ਧਾਲੀਵਾਲ ਵੀ ਜੁੜਿਆ ਤੇ ਫਿਰ ਚੱਲਦਾ ਰਿਹਾ ਫੰਕਸ਼ਨ ਚੱਲਦਾ ਰਿਹਾ ਤੇ ਹੋਰ ਬੰਦੇ ਜੁੜਦੇ ਰਹੇ ਤੇ ਪਰਮਜੀਤ ਸਿੰਘ ਐਡਵੋਕੇਟ ਸਾਡੇ ਪ੍ਰਧਾਨ ਆ ਜਿਹੜੇ ਕਲੱਬ ਦੇ, ਉਹਨਾਂ ਦਾ ਉਹ ਵੀ 85-86 ਦੇ ਵਿੱਚ ਸਾਡੇ ਨਾਲ ਜੁੜ ਗਏ ਸੀਗੇ ਤੇ ਫਿਰ ਸਫਦਰ ਹਾਸ਼ਮੀ ਦੀ ਹੱਤਿਆ ਕਰਤੀ ਉੱਥੇ ਹਰਿਆਣੇ ਦੇ ਵਿੱਚ ਤੇ ਸ਼ਾਇਦ ਸਭ ਤੋਂ ਪਹਿਲਾ ਫੰਕਸ਼ਨ ਮੇਲਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਉਹੀ ਕਰਾਇਆ ਸੀਗਾ। 3 ਦਿਨ ਦਾ ਫੈਸਟੀਵਲ ਰੱਖਿਆ ਰੋਟਰੀ ਕਲੱਬ ਦੇ ਵਿੱਚ, ਟੈਂਟ ਟੁੰਟ ਲਾਏ, ਆਤਮਜੀਤ ਉਹਨਾਂ ਨੇ, ਡਾਕਟਰ ਸਤੀਸ਼ ਵਰਮਾ ਨੇ ਤੇ ਮਾਸਟਰ ਤਲੋਚਨ, ਜਗਜੀਤ ਸਰੀਨ, ਇਹਨਾਂ ਸਾਰਿਆਂ ਨੇ ਸਾਨੂੰ ਮਤਲਬ ਕਿਹਾ ਵੀ ਅਸੀਂ ਨਾਟਕ ਲੈ ਕੇ ਆਵਾਂਗੇ ਤੇ ਉਹ ਫੰਕਸ਼ਨ ਵਾਲੇ ਦਿਨ ਹੀ ਕੇਰ ਸਿੰਘ ਸਰਪੰਚ ਸਿੰਘ ਨੂੰ ਫਾਂਸੀ ਦਾ ਹੁਕਮ ਹੋ ਗਿਆ, ਕਰਫਿਊ ਲੱਗ ਗਿਆ ਤੇ ਉਸ ਦਿਨ ਬਰਸਾਤ ਵੀ ਐਡੀ ਬੇਤਹਾਸ਼ਾ ਬਰਸਾਤ ਹੋਈ, ਟੰਟ ਟੁੰਟ ਸਾਡੇ ਸਾਰੇ ਖਿੰਡ ਬਣ ਗਏ ਤੇ ਉਹ ਯਾਨੀ ਰਹਿ ਗਿਆ। ਉਸ ਤੋਂ ਬਾਅਦ 3-4 ਮਹੀਨੇ ਬਾਅਦ ਦਸੰਬਰ ਦੇ ਵਿੱਚ, ਜਨਵਰੀ ਦੇ ਵਿੱਚ ਅਸੀਂ ਦੁਬਾਰਾ ਲਿਖਿਆ 3 ਦਿਨ ਦਾ ਫੈਸਟੀਵਲ ਅਸੀਂ ਉਹ ਕੀਤਾ, ਸਫਲਤਾਪੂਰਵਕ ਕੀਤਾ ਤੇ ਜਗਦੀਸ਼ ਫਰਿਆਦੀ ਜੀ ਦੇ ਮੇਰੇ ਨਾਲ ਬਹੁਤ ਮੇਰੇ ਨੇੜਲੇ ਸੰਬੰਧ ਸੀ। ਮੈਂ ਬਠਿੰਡੇ ਜਾਂਦਾ ਸੀ, ਉਹਨਾਂ ਕੋਲ ਘੰਟਾ ਬੈਠ ਕੇ ਗੱਲਾਂ ਸੁਣਨੀਆਂ ਤੇ ਉਹਨਾਂ ਦਾ ਸਨਮਾਨ ਅਸੀਂ ਫਰਿਆਦੀ ਸਾਹਿਬ ਦਾ ਕੀਤਾ ਸੀਗਾ। ਟੋਨੀ ਵੀ ਆਇਆ ਸੀ ਤੇ ਅਮਰਦੀਪ ਗਿੱਲ ਵੀ ਆਇਆ ਸੀ ਸ਼ਾਇਦ ਤੇ ਆਤਮਜੀਤ ਭਾਜੀ ਲੋਕਨਾਥ ਅਕਲਮੰਦ ਨਾਟਕ ਲੈ ਕੇ ਆਏ, ਡਾਕਟਰ ਸਤੀਸ਼ ਵਰਮਾ ਜੀ ਲੈ ਕੇ ਆਏ ਸੀਗੇ ਬੱਚਿਆਂ ਦਾ ਨਾਟਕ ਪਿੰਜਰਾ, 2 ਨਾਟਕ ਮੈਂ ਕੀਤੇ, ਤਰਲੋਚਨ ਨੇ ਕੀਤਾ ਸੀ ਨਾਟਕ ਪਾਪਾ ਮੈਂ ਹਿੰਦੁਸਤਾਨ ਲੈਣਾ, ਸਰੀਨ ਸਾਹਿਬ ਨੇ ਨਾਟਕ ਕੀਤਾ ਸੀ 100 ਸਿਰ ਗੇਹੂੰ ਤੇ 3 ਨਾਟਕ ਰੋਜ਼ ਹੁੰਦੇ ਸੀਗੇ ਤੇ ਧਾਰੀਵਾਲ ਨੇ ਕੀਤਾ ਸੀ 6ਵਾਂ ਦਰਿਆ ਤੇ ਫਿਰ ਰਾਣੀ ਵਾਲੇ ਤਲਾਅ ਤੇ ਸਾਡੇ ਚੱਲਦਾ ਰਿਹਾ। ਉਹ ਜਾਨੀ ਬਹੁਤ ਵੱਡਾ ਸਾਡਾ ਮੇਲਾ ਸੀ 3 ਦਿਨ ਦਾ ਸਫਦਰ ਹਾਸ਼ਮੀ ਦੀ ਯਾਦ ਦੇ ਵਿੱਚ। ਹੁਣ ਵੀ ਜਗਦੀਸ਼ ਜੀ, ਮੈਂ ਇੱਕ ਜਾਣਨਾ ਚਾਹੁੰਦਾ ਕਿ ਤੁਸੀਂ ਜਦੋਂ ਇਹ ਸਾਰੀ ਸ਼ੁਰੂਆਤ ਕੀਤੀ, ਕਿਉਂਕਿ ਤੁਸੀਂ ਜਦੋਂ ਤੋਂ ਗੱਲ ਕਰ ਰਹੇ ਹੋ ਕਿ ਨਾਟਕ ਹੋਣੇ ਸ਼ੁਰੂ ਹੋਏ ਤੇ ਤੁਹਾਡੇ ਤੋਂ ਪਹਿਲਾਂ ਹੋਰ ਕੋਈ ਥੀਏਟਰ ਗਰੁੱਪ ਨਹੀਂ ਸੀ ਖੰਨੇ ਵਾਲੇ ਏਰੀਏ ਦੇ ਵਿੱਚ ਜਾਂ ਖੰਨੇ ਵਿੱਚ ਖਾਸ ਤੌਰ ਤੇ ਫਿਰ ਯਾਨੀ ਕਿ ਫਿਰ ਇਹ ਕਿਹਾ ਜਾ ਸਕਦਾ ਕਿ ਹਾਂ ਤੁਹਾਡੇ ਗਰੁੱਪ ਨੇ ਬਹੁਤ ਹੀ ਉੱਥੇ ਜਿਹੜੀਆਂ ਖੰਨੇ ਵਾਲੇ ਏਰੀਏ 'ਚ ਨਾਟਕ ਦੀਆਂ ਰੰਗਮੰਚ ਦੀਆਂ ਜੜ੍ਹਾਂ ਲਾਈਆਂ। ਔਰ ਜਾਂ ਤੁਹਾਡੇ ਲਾਗੇ ਲਿਟ ਸਾਹਿਬ ਦਾ ਸਕੂਲ ਸੀਗਾ ਜਿੱਥੇ ਉਹ ਆਪਣੇ ਬੱਚਿਆਂ ਦੇ ਨਾਟਕ ਵੀ ਕਰਦੇ ਸੀ, ਜਾਂ ਕੋਈ ਨਾਟਕ ਮੇਲਾ ਉੱਥੇ ਕਦੀ ਕਦਾਈ ਹੁੰਦਾ ਸੀਗਾ, ਕਿਉਂਕਿ ਉੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ। ਹਾਂ ਆਪਾਂ ਮਿਲੇ ਉੱਥੇ 86-87 ਵਿੱਚ ਸ਼ਾਇਦ ਮਿਲੇ ਉੱਥੇ ਆਪਾਂ। ਮੈਂ ਉਹਨਾਂ ਦੇ ਨਾਲ ਇੱਕ ਵਾਰੀ ਹਾੜੀਆਂ ਸੋੜੀਆਂ ਤਿਆਰ ਕਰਾਇਆ ਸੀਗਾ ਲਿਟ ਸਾਹਿਬ ਦੇ ਸਕੂਲੇ। ਹਾਂਜੀ, ਬਲਵਿੰਦਰ ਗੁਰੂ ਨਾਲ ਸੀਗਾ, ਤੁਸੀਂ ਸੀਗੇ, ਪਵਨਦੀਪ ਹਾਂਜੀ ਤੇ ਆਪਾਂ ਉੱਥੇ ਮਿਲਦੇ ਨੇ 86-87 ਦੀ ਗੱਲ ਹੈ ਸ਼ਾਇਦ। ਪਵਨਦੀਪ ਜਿਹੜਾ ਸਿੰਗਰ ਹੈ ਮੁੰਡਾ, ਹਾਂਜੀ ਇੱਕ ਹੋਰ ਸਿੰਗਰ ਮੁੰਡਾ ਜਿਹਦੀ ਬਾਅਦ ਚ ਡੈਥ ਹੋ ਗਈ, ਉਦੋਂ ਉਹਨਾਂ ਦੇ ਕੋਲੋਂ ਗੱਡੀ ਚਲਾਉਂਦਾ ਹੁੰਦਾ ਸੀ, ਕੀ ਉਹਦਾ ਨਾਮ, ਬਾਅਦ ਚ ਵੱਡਾ ਸਿੰਗਰ ਬਣਿਆ ਬੰਬੇ ਚ, ਲਾਭ ਜੰਜੂਆ, ਉਹ ਵੀ ਉਹਦੇ ਵਿੱਚ ਸੀ। ਉਹ ਸਾਡੀ ਟੀਮ ਜਦੋਂ ਮੈਂ ਹਾੜੀਆਂ ਸੋੜੀਆਂ ਕਰਾਇਆ ਉਦੋਂ ਉਹਨੇ ਵੀ ਨਾਲ ਸੀਗਾ, ਉਹ ਵੀ ਮੁੰਡਾ ਸੀਗਾ। ਸਭ ਤੋਂ ਪਹਿਲਾਂ ਨਾ 75 ਦੇ ਵਿੱਚ ਮੈਂ ਦੇਖਿਆ ਨਹੀਂ ਉਹ, ਤੇ ਪ੍ਰੋਫੈਸਰ ਸੈਣੀ ਤੇ ਗੁਰਪਾਲ ਲਿੱਟ ਨੇ ਕਲੱਬ ਬਣਾ ਕੇ ਇੱਕ ਬਾਗੀ ਸਰਦਾਰ ਨਾਟਕ ਦਾ ਨਾਟਕ ਸੀਗਾ ਕੋਈ, ਉਹ ਸੀਗਾ ਸ਼ਾਇਦ ਬੰਗਾਲੀ ਨਾਟਕ ਸੀਗਾ ਤੇ ਉਹਦੇ ਇਹਨਾਂ ਨੇ ਸ਼ੋਅ ਕੀਤਾ ਪਰ ਮੈਂ ਦੇਖੇ ਨਹੀਂ ਹੈਗੇ। ਪਰ ਮੈਂ ਜ਼ਿੰਦਗੀ ਜਿਹੜਾ ਸਾਰਿਆਂ ਨੂੰ ਪਹਿਲਾ ਸ਼ੋਅ ਦੇਖਿਆ ਗੁਰਸ਼ਰਨ ਭਾਜੀ ਦਾ ਸੀ, ਉਹ ਮੈਨੂੰ ਯਾਦ ਹੈ ਵੀ ਉਹ ਲਹੂ ਕਿਸ ਦਾ ਸ਼ਾਇਦ ਸੀਗਾ। ਇਹ ਜਿਹੜੀ ਜਗ੍ਹਾ ਤੇ ਤੁਸੀਂ ਕਰਦੇ ਰਹੇ ਹੋ ਨਾਟਕ, ਤੁਸੀਂ 3-4 ਵਾਰੀ ਜ਼ਿਕਰ ਕੀਤਾ, ਉਹ ਕੀ ਜਗ੍ਹਾ ਦਾ ਨਾਂ ਕੀ ਸੀ, ਕਿਹੜਾ ਤਲਾਬ ਸੀ? ਰਾਣੀ ਵਾਲਾ ਤਲਾਬ, ਸ਼ਾਇਦ ਤੁਸੀਂ ਵੀ ਗਏ ਉੱਥੇ। ਹਾਂਜੀ, ਮੈਂ ਸੀਗਾ ਕਿ ਇਹ ਖੰਨੇ ਦੇ ਵਿੱਚ ਉਹ ਜਗ੍ਹਾ ਬਣ ਗਈ ਇੱਕ ਜਿਹੜੀ ਕਿ ਇੱਕ ਪਲੇਟਫਾਰਮ ਤੁਹਾਨੂੰ ਮਿਲ ਗਿਆ ਕਿ ਰਾਣੀ ਵਾਲਾ ਤਲਾਬ ਜਿਹੜਾ ਹੈ ਉੱਥੇ ਨਾਟਕ ਹੁੰਦੇ ਆ, ਇਹ ਲੋਕਾਂ ਨੂੰ ਵੀ ਪਤਾ ਲੱਗ ਗਿਆ ਹੈ ਨਾ? ਨਹੀਂ ਪਤਾ, ਸਾਡੇ ਪੁਰਾਣਾ ਸ਼ਹਿਰ ਆ ਜਿਹੜਾ ਨਾ, ਛੋਟਾ ਜਿਹਾ ਸ਼ਹਿਰ ਪੁਰਾਣਾ ਸੀਗਾ, ਹੁਣ ਬਾਅਦ ਵਿਸਤਾਰ ਹੋ ਗਿਆ ਸ਼ਹਿਰ ਦਾ। 4 ਦਰਵਾਜ਼ੇ ਲੱਗਦੇ ਸੀ ਸ਼ਹਿਰ ਦੇ ਤੇ ਉੱਚੀ ਜਗ੍ਹਾ ਦੇ ਵਿੱਚ ਸੀਗਾ ਉਹ, ਉੱਥੇ ਰਾਣੀ ਸੀ, ਕੋਈ ਖੰਨੇ ਦੀ ਹੋਣੀ ਹੈ, ਪਤਾ ਨਹੀਂ ਕੌਣ ਸੀ, ਤੇ ਉਹ ਰਾਣੀ ਨੇ ਆਪਣਾ ਮਹਿਲ ਸੀਗੇ ਆਲੇ ਦੁਆਲੇ, ਹੁਣ ਵੀ ਹੈਗਾ ਖੰਡਰ,
ਤੇ ਆਪਣਾ ਨਹਾਉਣ ਵਾਸਤੇ ਉਹਨੇ ਆਪਣਾ ਇੱਕ ਤਲਾਬ ਬਣਾਇਆ ਸੀਗਾ ਤੇ ਰਾਤ ਨੂੰ ਦਰਵਾਜ਼ੇ ਲੱਗ ਜਾਂਦੇ ਸੀ ਸਾਰੇ ਸ਼ਹਿਰ ਛੋਟਾ ਜਿਹਾ ਸ਼ਹਿਰ ਮਤਲਬ ਬੰਦ ਤੰਗ ਗਲੀਆਂ ਤੇ ਬਾਜ਼ਾਰ ਤੰਗ ਸੀਗਾ ਤੇ ਉਦੋਂ ਲੋਕਾਂ ਕੋਲ ਪੈਦਲ ਆਉਂਦੇ ਸੀ ਸਾਈਕਲਾਂ ਤੇ ਆਉਂਦੇ ਸੀ ਜਾਂ ਕਿਸੇ ਕੋਲ ਸਕੂਟਰ ਹੁੰਦਾ ਸੀਗਾ ਤੇ ਉੱਥੇ ਸ਼ੋਅ ਅਸੀਂ ਕਰਦੇ ਰਹੇ ਹਾਂ ਤੇ ਪਰ ਹੁਣ ਪ੍ਰੋਬਲਮ ਬਹੁਤ ਵੱਡੀ ਹੈ ਬਾਜ਼ਾਰ ਬਹੁਤ ਤੰਗ ਆ ਤੇ ਲੋਕਾਂ ਕੋਲ ਗੱਡੀਆਂ ਆ ਗਈਆਂ ਤੇ ਗੱਡੀ 'ਚ ਜਾਣਾ ਉੱਥੇ ਸੰਭਵ ਨਹੀਂ ਹੈਗਾ ਤੇ ਇਸ ਕਰਕੇ ਉੱਥੇ ਉਹ ਸਰਗਰਮੀਆਂ ਸਾਡੀਆਂ ਠੱਪ ਹੋ ਗਈਆਂ ਕਮੇਟੀ ਵਾਲਿਆਂ ਨੇ ਉਹਨੂੰ ਅਸੀਂ ਕਹਿ ਕੇ ਇੱਕ ਛੋਟਾ ਗ੍ਰੀਨ ਰੂਮ ਵੀ ਬਣਵਾ ਲਿਆ ਸੀਗਾ ਤੇ ਪਰ ਉਸ ਤੋਂ ਬਾਅਦ ਉੱਥੇ ਹੁਣ ਸ਼ੋਅ ਨਹੀਂ ਹੋ ਸਕਦਾ ਕਿਉਂਕਿ ਲੋਕਾਂ ਦੀ ਪੈਦਲ ਕੋਈ ਆਉਂਦਾ ਨਹੀਂ ਹੁਣ ਅੱਜ ਕੱਲ੍ਹ ਉਹ ਸਕੂਟਰ ਤੇ ਆਉਂਦਾ ਹੁਣ ਉੱਥੇ ਖੰਨੇ ਦੇ ਵਿੱਚ ਕੋਈ ਫੈਸਟੀਵਲ ਕਰਨਾ ਹੋਵੇ ਜਾਂ ਤੁਸੀਂ ਹੁਣ ਕਰਦੇ ਵੀ ਹੋ ਕਦੀ ਕਦੀ ਪਤਾ ਲੱਗਦਾ ਰਹਿੰਦਾ ਵਿੱਚੋਂ ਇਪਟਾ ਦੇ ਨਾਲ ਮਿਲ ਕੇ ਜਾਂ ਕੋਈ ਹੋਰ ਤੇ ਉਹ ਫਿਰ ਕਿਹੜੀ ਜਗ੍ਹਾ ਕਰਦੇ ਹੋ ਤੁਸੀਂ ਪਹਿਲਾਂ ਜਿਹੜਾ 89 ਦੇ ਵਿੱਚ ਕੀਤਾ ਸੀਗਾ ਤਾਂ ਰੋਟਰੀ ਭਵਨ ਹੈ ਪਰ ਉੱਥੇ ਸਟੇਜ ਨਹੀਂ ਹੈਗੀ ਕੋਈ ਕੁਰਸੀਆਂ ਲਾਉਣੀਆਂ ਪੈਂਦੀਆਂ ਆਪਣੀਆਂ ਖਰਚਾ ਵਾਧੂ ਹੈ ਫਿਰ ਕੁਛ ਸ਼ੋਅ ਅਸੀਂ ਕੀਤੇ ਉੱਥੇ ਗਵਰਨਮੈਂਟ ਗਰਲ ਸਕੂਲ ਹੈ ਸਟੇਜ ਬਹੁਤ ਵੱਡਾ ਹੈ ਪਰ ਗਰਾਊਂਡ ਬਹੁਤ ਵੱਡਾ ਹੈ ਪਰ ਕੁਰਸੀਆਂ ਉੱਥੇ ਵੀ ਲਾਉਣੀਆਂ ਪੈਂਦੀਆਂ ਨੇ ਤੇ ਇੱਕ ਸਾਡੇ ਜੰਜ ਘਰ ਦੇ ਵਿੱਚ ਵੀ ਮੈਂ ਬੜੇ ਸ਼ੋਅ ਕੀਤੇ ਨੇ ਤੇ ਅੱਜ ਕੱਲ੍ਹ ਅਸੀਂ ਕਰਦੇ ਹਾਂ ਗਵਰਨਮੈਂਟ ਆਪਣਾ AS ਕਾਲਜ ਦਾ ਸਾਡਾ ਇੱਕ ਅਦਾਰਾ ਬਹੁਤ ਵੱਡਾ ਵੂਮਨ ਕਾਲਜ ਦਾ ਇੱਕ ਬਹੁਤ ਵਧੀਆ ਹਾਲ ਹੈ ਉੱਥੇ ਤੇ ਸਟੇਜ ਬਣਿਆ ਹੋਇਆ ਵਧੀਆ ਗ੍ਰੀਨ ਰੂਮ ਬਣੇ ਹੋਏ ਨੇ ਕੁਰਸੀਆਂ ਉਹਨਾਂ ਕੋਲ ਹੈਗੀਆਂ ਨੇ 400-500 ਕੁਰਸੀਆਂ ਉਹਨਾਂ ਨੇ ਆਪਣੇ ਵਾਸਤੇ ਲਈ ਹੈ ਥੋੜੀ ਪਰਚੀ ਕਟਾਉਂਦੇ ਨੇ ਤੇ ਅਸੀਂ ਅੱਜ ਕੱਲ੍ਹ ਉੱਥੇ ਕਰ ਰਹੇ ਹਾਂ ਜਗਦੀਸ਼ ਜੀ ਜਦੋਂ ਤੁਸੀਂ ਇਹ ਤੁਹਾਡੇ ਬਿਗਨਿੰਗ ਦੇ ਪਲੇ ਹੋ ਗਏ ਤੁਸੀਂ ਆਤਮਜੀਤ ਹੋਰਾਂ ਦੇ ਔਲਖ ਸਾਹਿਬ ਦੇ ਪਲੇ ਕਰਦੇ ਸੀ ਉਸ ਤੋਂ ਬਾਅਦ ਫਿਰ ਤੁਹਾਨੂੰ ਤੁਸੀਂ ਕੋਈ ਜਿਹੜੇ ਕਿ ਫੁੱਲ ਲੈਂਥ ਪਲੇ ਆ ਵੱਡੇ ਪਲੇ ਵੱਡੀਆਂ ਸਟੇਜਾਂ ਉਹ ਸਾਰੇ ਤੁਸੀਂ ਆਪਣੇ ਮੇਲੇ ਵਗੈਰਾ ਉਹ ਕਿਵੇਂ ਆਰਗੇਨਾਈਜ਼ ਕੀਤੇ ਉਹ ਕਿਹੜੇ ਸੀਗੇ ਖਾਸ ਤੌਰ ਤੇ ਮੈਂ ਚਾਹੁੰਦਾ ਕਿ ਜਰਾ ਖੰਨੇ ਵਾਲੇ ਥੀਏਟਰ ਦਾ ਇਤਿਹਾਸ ਜਿਹੜਾ ਥੀਏਟਰ ਦਾ ਉਹ ਜਰਾ ਸਾਡੇ ਨਾਲ ਸ਼ੇਅਰ ਕਰੋ ਸਾਰਾ ਇਹ ਜਿਹੜਾ ਇੱਕ ਮੈਂ ਆਪਣੀ ਲਿਖਣੀ ਦੇ ਬਾਅਦ ਦਾ ਜਿਹੜਾ ਤੁਸੀਂ ਖੁਦ ਨਾਟਕ ਲਿਖੇ ਵੀ ਖੇਡੇ ਵੀ ਉਹ ਵੀ ਸਾਰਾ ਕੁਝ ਸਾਡੇ ਨਾਲ ਸ਼ੇਅਰ ਕਰੋ ਥੋੜਾ ਮੈਂ ਲਿਖਣ ਦਾ ਦੱਸਦਾ ਤੁਹਾਨੂੰ ਪਹਿਲਾਂ ਲਿਖਣ ਤੋਂ ਆ ਜੀ ਆਪਾਂ ਤੇ ਬੱਚਿਆਂ ਦੀਆਂ ਖੇਡਾਂ ਅਸੀਂ ਖੇਡਦੇ ਰਹੇ ਸੀਗੇ ਜੀ ਤੇ ਉਹ ਮਨ ਦੇ ਵਿੱਚ ਕਿਤੇ ਸੀਗਾ ਤੇ ਅੱਤਵਾਦ ਦਾ ਦੌਰ ਆ ਗਿਆ ਤੇ ਪੋਲੀਟੀਕਲ ਪਾਰਟੀਆਂ ਦੇ ਰੋਲ ਆ ਗਏ ਤੇ ਉਹ ਮੇਰੇ ਦਿਮਾਗ 'ਚ ਇੱਕ ਪਲਾਟ ਆਇਆ ਨਾਟਕ ਖੇਡਾਂ ਹਾਂਜੀ ਉਹ ਮੈਂ 86 ਦੇ ਵਿੱਚ ਸ਼ਾਇਦ ਲਿਖਿਆ ਸੀਗਾ ਤੇ ਉਹਦੇ ਸ਼ੋਅ ਵੀ ਮੈਂ ਵਿੱਚ ਕਰਦਾ ਰਿਹਾ ਮੇਰਾ ਛੋਟਾ ਭਰਾ ਗੁਰਪ੍ਰੀਤ ਜੁਗਨੂ ਮੇਰਾ ਛੋਟਾ ਸਮੇਤ ਉਹ ਰੋਲ ਕਰਦਾ ਹੁੰਦਾ ਸੀ ਲਿਟ ਸਾਹਿਬ ਦਾ ਬੇਟਾ ਰੋਬਨ ਉਹ ਕਰਦਾ ਹੁੰਦਾ ਸੀ ਹਾਂਜੀ ਤੇ ਸਕੂਲ ਦੇਖਿਆ ਹੋਇਆ ਤੁਹਾਡਾ ਪਲੇ ਮੈਂ ਦੇਖਿਆ ਸੀ ਹਾਂਜੀ ਜੀ ਤੇ ਇੱਕ ਵਾਰ ਅਸੀਂ ਬਚਪਨ ਦੇ ਵਿੱਚ ਮਾਪਿਆਂ ਨਾਲ ਘਰਦਿਆਂ ਨਾਲ ਲੜ ਕੇ ਤੇ ਘਰੋਂ ਨੱਠਣ ਦੀ ਸਕੀਮ ਬਣਾਈ ਅਸੀਂ ਤੇ ਮੈਂ ਸਮਾਨ ਸਮੂਨ ਚੱਕ ਕੇ ਘਰੋਂ ਨੱਠਿਆ ਜਾ ਰਿਹਾ ਰਸਤੇ 'ਚ ਮਾਤਾ ਰਾਣੀ ਪਾਰਕ ਕੋਲ ਇੱਕ ਲੜਕਾ ਮੇਰਾ ਦੋਸਤ ਮਿਲ ਗਿਆ ਕਹਿੰਦਾ ਕਿੱਧਰ ਚੱਲਿਆ ਮੈਂ ਤਾਂ ਘਰ ਡੈਡੀ ਨੇ ਮੈਨੂੰ ਕੁੱਟਿਆ ਬਹੁਤ ਆ ਕਿ ਮੈਂ ਤਾਂ ਚੱਲਿਆ ਘਰੋਂ ਨੱਠ ਚੱਲਿਆ ਕਹਿੰਦਾ ਖੜ ਜਾ ਆਪਾਂ ਵੀ ਅਸੀਂ ਵੀ ਕਹਿੰਦਾ 7-8 ਬੰਦੇ ਆ ਤੇ ਕੱਲ ਨੂੰ ਮਿਲਦੇ ਆ 65 ਰੁਪਏ ਮੈਂ ਚੋਰੀ ਕੀਤੇ ਘਰੋਂ ਤੇ ਦੂਸਰੇ ਦਿਨ ਆਪਣਾ ਖੇਸੀਆਂ ਖੂਸੀਆਂ ਸਾਰਿਆਂ ਨੇ ਰੋਟੀ ਲਈ ਸਾਰੇ ਕੁਝ ਕੀਤਾ ਤੇ ਸਮਰਾਲਾ ਰੋਡ ਤੇ ਮਾਡਲ ਟਾਊਨ ਹੈ ਜੀ ਉੱਥੇ ਇੱਕ ਮਿਊਨਿਸਪਲ ਕਮੇਟੀ ਦੀ ਟੈਂਕੀ ਹੈ ਛੋਟੀ ਜਿਹੀ ਟੈਂਕੀ ਸੀਗੀ ਪਾਣੀ ਵਾਲੀ ਟੈਂਕੀ ਸੀ ਉੱਥੇ ਅਸੀਂ ਚਲੇ ਗਏ ਉੱਥੋਂ ਸਾਹਮਣੇ ਰੇਲਵੇ ਸਟੇਸ਼ਨ ਦਿਖਦਾ ਹੁੰਦਾ ਸਾਨੂੰ ਆਬਾਦੀ ਘੱਟ ਸੀਗੀ ਰੇਲਵੇ ਗੱਡੀਆਂ ਜਾਂਦੀਆਂ ਤੇ ਪਲੈਨਿੰਗ ਕਰਦੇ ਵੀ ਕਿੱਥੇ ਚੱਲੀਏ ਕੋਈ ਕਿੱਥੇ ਫਿਲਮਾਂ ਵਿੱਚ ਚੱਲਦੇ ਆ ਕੋਈ ਕਿਤੇ ਜਾਂਦੇ ਆ ਉਹ ਐਕਸਪੀਰੀਅੰਸ ਸੀਗਾ ਤੇ ਉਹ ਆ ਕੇ 90 ਦੇ ਵਿੱਚ ਉਹ ਮੈਂ ਨਾਟਕ ਲਿਖਿਆ ਭਗੌੜੇ ਉਹ ਵੀ ਬੱਚਿਆਂ ਦਾ ਨਾਟਕ ਸੀਗਾ ਕਿਹੜਾ ਨਾਟਕ ਭਗੌੜੇ ਅੱਛਾ ਹਾਂਜੀ ਤੇ ਉਹਦੇ ਟੋਨੀ ਨੇ ਸ਼ੋਅ ਕੀਤੇ ਨੇ ਮੈਂ ਵੀ ਕੀਤੇ ਨੇ ਤੇ ਖੇਡਾਂ ਨਾਟਕ ਦੇ ਮੇਰੇ ਟੋਨੀ ਨੇ 250-300 ਸ਼ੋਅ ਨੁੱਕੜ ਨਾਟਕ ਬਣਾ ਕੇ ਲੜਾਈ ਦੇ ਨਾਂ ਤੇ ਉਹਨੇ ਖੇਡਿਆ ਤੇ ਪੁਲਿਸ ਨੇ ਫੜ ਵੀ ਲਿਆ ਸੀ ਉਹਨੂੰ ਇੱਕ ਵਾਰ ਬਿਲਕੁਲ ਹਾਂਜੀ ਕਾਫੀ ਘਟਨਾ ਬੜੀ ਚਰਚਿਤ ਘਟਨਾ ਹੋਈ ਸੀ ਉਹ ਵਾਲੀ ਹਾਂਜੀ ਉਹ ਅੱਤਵਾਦ ਦਾ ਦੌਰ ਸੀਗਾ ਤੇ ਉਹਨਾਂ ਨੇ ਬਿਲਕੁਲ ਉਹ ਬੱਚੇ ਸਮੇਤ ਥਾਣੇ ਲੈ ਗਏ ਸੀ ਥਾਣੇ ਨੂੰ ਮਿਸਬਿਹੇਵ ਕੀਤਾ ਸੀ ਉਹਦੇ ਨਾਲ ਬੱਚਿਆਂ ਨਾਲ ਵੀ ਕੀਤਾ ਸੀਗਾ ਬਿਲਕੁਲ ਹਾਂਜੀ ਤੇ ਫਿਰ ਇੱਕ ਮੈਂ ਨਾਟਕ ਲਿਖਿਆ ਲਾਲ ਪਰੀ ਤੇ ਕਾਲਾ ਭੂੰਡ ਬੱਚਿਆਂ ਦਾ ਨਾਟਕ ਉਹ ਵੀ ਹਾਂ ਬਿਲਕੁਲ ਹਾਂਜੀ ਤੇ ਪਰ ਕਿਸੇ ਕਾਰਨਾਂ ਕਰਕੇ ਉਹ ਕਿਤਾਬ ਮੈਂ ਨਹੀਂ ਛਪਾ ਸਕਿਆ ਤੇ 95 ਦੇ ਵਿੱਚ ਮੈਂ ਕਿਉਂਕਿ ਮੇਰੇ ਕੋਲ ਪੈਸੇ ਦੀ ਪ੍ਰੋਬਲਮ ਹੋਣੀ ਜਾਂ ਮੈਨੂੰ ਸੀਗਾ ਵੀ ਪੈਸੇ ਵੀ ਮੰਗਦੇ ਨੇ ਪ੍ਰਕਾਸ਼ਕ ਹਾਂਜੀ ਮੇਰੀ ਸੀਗੀ ਵੀ ਮੈਂ ਪੈਸੇ ਦੇ ਕੇ ਕਿਤਾਬ ਨਹੀਂ ਛਪਾਉਣੀ ਆ ਵੀ ਮੇਰੀ ਸੀਗੀ ਸੰਭਾਵਨਾ ਤੇ ਗੁਰਪਾਲ ਜੀ ਦੇ ਬੇਟੇ ਦੀ ਡੈਥ ਹੋ ਗਈ ਹਾਂਜੀ 94 ਦੇ ਵਿੱਚ
ਉਦੋਂ ਮਿੱਤਰ ਸੈਨ ਮੀਤ ਦਾ ਮੈਂ ਨਾਵਲ ਪੜ੍ਹ ਰਿਹਾ ਸੀ ਕਟਹਿਰਾ, ਤੇ ਕਿਰਨਜੀਤ ਕਾਂਡ ਹੋ ਕੇ ਹਟਿਆ ਸੀਗਾ ਥੋੜਾ ਚਿਰ ਪਹਿਲਾਂ, ਮਹਿਲ ਕਲਾਂ ਵਾਲਾ, ਤੇ ਉਦੋਂ ਹੀ ਕਾਂਡ ਹੋਇਆ ਸੀ ਇੱਕ ਕੇਤੀਆ ਕਾਂਡ, ਜਰਮਨ ਦੀ ਕੁੜੀ ਸੀ ਚੰਡੀਗੜ੍ਹ, ਹਾਂਜੀ, ਉਹ ਹੋਇਆ ਮੇਰੇ ਸੀਗਾ ਪੜ੍ਹਦਾ ਉਹਦੇ ਵਿੱਚ ਕਟਹਿਰੇ ਨਾਟਕ ਦੇ ਵਿੱਚ ਇੱਕ ਬੱਚਾ ਚੋਰੀ ਕਰ ਲਿਆ, ਕਿਡਨੈਪ ਕਰ ਲਿਆ ਚੋਰਾਂ ਨੇ, ਉਹਦੇ ਸਾਰਾ ਪੁਲਿਸ ਸਿਸਟਮ, ਕਚਹਿਰੀਆਂ ਸਿਸਟਮ ਉਹਦਾ ਸੀਗਾ, ਪਰ ਮੈਂ ਉਹਨੂੰ ਜੋੜ ਕੇ, ਉਹ ਬਲਾਤਕਾਰ ਵਾਲੇ ਕੇਸ ਨੂੰ ਜੋੜ ਕੇ ਤੇ ਉਹ ਨਾਟਕ ਲਿਖਿਆ, ਤੇ ਰੋਵਨ ਦੀ ਯਾਦ ਦੇ ਵਿੱਚ ਮੈਂ 95 ਦੇ ਵਿੱਚ ਉਹਦਾ ਸ਼ੋਅ ਕੀਤਾ, ਤੇ ਬੜੀ ਕਾਸਟ ਸੀ ਉਹਦੇ, 20-25 ਸੀਗੇ ਆਰਟਿਸਟ, ਵੱਡਾ ਨਾਟਕ ਸੀਗਾ, ਤੇ ਉਹਦਾ ਬੜਾ ਸਕਸੈਸਫੁਲ ਉਹਦਾ ਸ਼ੋਅ ਹੋਇਆ। ਤੇ ਲਿਟ ਸਾਹਿਬ ਨੇ ਆਪਣੇ ਬੇਟੇ ਦੀ ਯਾਦ ਦੇ ਵਿੱਚ, ਰੋਵਨ ਦੀ ਯਾਦ ਦੇ ਵਿੱਚ ਨਾ ਪ੍ਰਕਾਸ਼ਨ ਸ਼ੁਰੂ ਕੀਤੀ ਸੀ, ਕੋਈ ਰਵਨੀਤ ਲਿਟ ਯਾਦਗਾਰੀ ਪ੍ਰਕਾਸ਼ਨ। ਜੀ ਜੀ, ਪਹਿਲੀ ਕਿਤਾਬ ਮੇਰੀ ਲਿਟ ਸਾਹਿਬ ਨੇ ਉਹਦੇ ਵਿੱਚ ਛਾਪੀ ਸੀਗੀ, ਤੇ ਬੱਚਿਆਂ ਦੇ ਨਾਟਕ ਦੀ ਕਿਤਾਬ ਮੇਰੀ 2012 ਦੇ ਵਿੱਚ ਆਈ ਹੈ, ਜਦੋਂ ਲੰਘ ਗਿਆ ਟਾਈਮ। ਇਹ ਉਹ ਵੀ ਆਪਣਾ ਸੋਮਪਾਲ ਹੀਰਾ ਮੇਰਾ ਛੋਟਾ ਭਰਾ ਹੈ, ਇਹਨਾਂ ਦੇ ਇੱਕ ਸੀਰੀਜ਼ ਸੰਸਥਾ ਬਣੀ ਹੋਈ, ਉਹ ਗੱਲ ਚੱਲੀ, ਬੈਠ ਕੇ ਗੱਲ ਚੱਲਦੀ ਕੋਈ ਚੱਲੀ ਵੀ, ਕਹਿੰਦੇ ਤੂੰ ਵੀ ਨਾਟਕ ਲਿਖਦਾ ਹੁੰਦਾ ਸੀ, ਮੈਂ ਮੇਰੇ ਤਾਂ ਨਾਟਕ 90 ਦੇ ਲਿਖੇ ਪਏ ਨੇ ਬਹੁਤ। ਉਹਨਾਂ ਨੇ ਕਿਹਾ ਵੀ ਅਸੀਂ ਫਿਰ ਇਹਦੀ ਕਿਤਾਬ ਅਸੀਂ ਆਪਣੇ ਕੋਲੋਂ ਪੈਸੇ ਦੇ ਕੇ ਛਪਾਵਾਂਗੇ, ਚੇਤਨਾ ਪ੍ਰਕਾਸ਼ਨ ਵਾਲਿਆਂ ਨੇ ਫਿਰ 2012 ਦੇ ਵਿੱਚ ਉਹ ਮੇਰੀ ਕਿਤਾਬ ਛਾਪੀ ਸੀਗੀ। ਤੇ ਇਸ ਤਰ੍ਹਾਂ ਚੱਲਦਾ ਰਿਹਾ। ਉਹਦੇ ਕਟਹਿਰੇ ਦੇ ਨਾਟਕ ਦੇ ਬੜੇ ਸ਼ੋਅ ਕੀਤੇ, ਰਿਸ਼ਤਿਆਂ ਦੇ ਕੀ ਰੱਖੀ ਨਾਂ ਦੇ ਬੜੇ ਸ਼ੋਅ ਕੀਤੇ, ਤੇ ਫਿਰ ਇੱਕ ਮੈਂ 90 ਦੇ ਵਿੱਚ ਇੱਕ ਵੱਡਾ ਨਾਟਕ ਮੇਲਾ ਇੱਕ ਆਦਰਸ਼ ਥੀਏਟਰ ਦੇ ਵਿੱਚ ਵੀ ਕਰਾਇਆ ਸੀ, ਜਿਹੜਾ ਗਲੈਮਰਿਸਟ ਜਿਹਨੂੰ ਕਹਿੰਦੇ ਆ, ਕਲਾਕਾਰ ਗਾਇਕ ਬੁਲਾਏ, ਬਠਿੰਡੇ ਤੋਂ ਟੀਮਾਂ ਆਈਆਂ, ਨੇਕ ਮਟਰਾਂ ਵਾਲਾ ਆਇਆ, ਗਾਇਕ ਆਏ ਬਠਿੰਡੇ ਤੋਂ, ਤੇ ਉਹਦੀ ਐਂਟਰੀ ਟਿਕਟਾਂ ਨਾਲ ਰੱਖ ਕੇ ਜਦ ਚੱਲਿਆ ਸੀ ਟਰੈਂਡ ਜਿਹਾ ਜੀ। ਤੇ ਉੱਥੇ ਮੈਂ ਨਾਟਕ ਖੇਡਿਆ ਸੀਗਾ ਬਗਾਨੇ ਬੋਰਡ ਦੀ ਛਾਂ। ਤੇ ਡਾਇਰੈਕਸ਼ਨ ਮੈਂ ਆਪਣੇ ਪਹਿਲੇ ਨਾਟਕ ਦੀ ਦਿੱਤੀ ਸੀ, ਜਿਹੜੀ ਉਹ ਖੇਡਾਂ ਦੀ ਸੀ, ਫਿਰ ਭਗੌੜੇ, ਤੇ ਉਸ ਤੋਂ ਬਾਅਦ ਬਗਾਨੇ ਬੋਰਡ ਦੀ ਛਾਂ। ਉੱਥੇ ਥੀਏਟਰ ਦੇ ਵਿੱਚ ਖੇਡਿਆ ਸੀਗਾ। ਮਹਿੰਦਰ ਕੌਰ ਮੈਡਮ ਸਾਡੇ ਇੱਥੇ ਹੈਗੇ ਨੇ, ਫਿਲਮਾਂ ਵੀ ਕਰਦੇ ਰਹੇ ਨੇ ਬਾਅਦ 'ਚ ਉਹ, ਤੇ ਉਹਨਾਂ ਨੇ ਮੇਨ ਕਰੈਕਟਰ ਕੀਤਾ ਸੀ। ਡਾਕਟਰ ਖੁਸ਼ਿੰਦਰ ਕੁਮਾਰ ਨੇ ਵੀ ਰੋਲ ਕੀਤਾ ਸੀ ਉਹਦੇ ਵਿੱਚ, ਗਿੱਲੇ ਦਾ ਰੋਲ ਕੀਤਾ ਸੀਗਾ। ਤੇ ਚੱਲਦਾ ਰਿਹਾ ਫਿਰ ਇਸ ਤਰ੍ਹਾਂ। ਫਿਰ ਰਿਸ਼ਤਿਆਂ ਦੇ ਕਿਰਖੀ ਨਾਂ ਦੇ ਮੈਂ ਰਿਪੀਟ ਕੀਤੇ ਸ਼ੋਅ, ਤੇ ਇੱਕ ਨਾਟਕ ਜਿਹੜਾ ਸੀਗਾ ਸੱਤ ਬਗਾਨੇ ਜੀ, ਔਲਖ ਸਾਹਿਬ ਦਾ ਕਮਾਲ ਕਲਾਸੀਕਲ ਨਾਟਕ ਹੈ ਉਹ, ਤੇ ਉਹ ਵੀ ਮੈਂ ਆਪਣੀ ਡਾਇਰੈਕਸ਼ਨ 'ਚ 1993 ਦੇ ਵਿੱਚ ਜੰਝ ਘਰ ਦੇ ਵਿੱਚ ਹੀ ਕੀਤਾ ਸੀਗਾ। ਤੇ ਉਹ ਚੱਲਦੀ ਗੱਲ ਚੱਲਦੀ, ਕਾਰਡ ਛਪ ਗਏ ਉਹਦੇ, ਕਾਰਡ ਛਪੇ ਹੋਏ 7 ਦਿਨ ਰਹਿ ਗਏ। ਜਿਹੜੀ ਮੇਨ ਕੁੜੀ ਰੋਲ ਕਰਦੀ ਮਿੰਦੋ ਦਾ, ਉਹ ਜਵਾਬ ਦੇ ਗਈ, ਕਹਿੰਦੀ ਮੈਂ ਤਾਂ ਰੋਲ ਨਹੀਂ ਕਰਨਾ ਹੈਗਾ, ਵੀ ਸਾਡੇ ਘਰ ਦੇ ਨਹੀਂ ਮੰਨਦੇ ਹੈਗੇ। ਤੇ ਫਿਰ ਕਮਲੀ ਢਿੱਲੋਂ ਮੈਨੂੰ ਜਾਣਦੇ ਸੀ ਬਹੁਤ, ਮੇਰੇ ਉਹਨਾਂ ਨਾਲ ਬਹੁਤ ਪਿਆਰ ਸੀਗਾ। ਹੁਣ ਤਾਂ ਕੈਨੇਡਾ ਚਲੇ ਗਏ ਮੇਰੇ ਖਿਆਲ ਉਹ। ਹਾਂਜੀ, ਆਪਣੇ ਬੇਟੇ ਕੋਲ ਨੇ ਹੁਣ। ਹਾਂਜੀ, ਤੇ ਮੈਂ 5 ਵਜੇ ਦੀ ਬੱਸ ਫੜੀ, ਤੇ ਸਿੱਧਾ 7 ਵਜੇ ਸ਼ਾਇਦ ਕਮਲੀ ਢਿੱਲੋਂ ਦੇ ਘਰ ਪਹੁੰਚ ਗਿਆ। ਮੈਂ ਮੈਡਮ ਆਹ ਪ੍ਰੋਬਲਮ ਆ ਗਈ ਵੀ ਤੁਸੀਂ ਰੋਲ ਕਰੋ। ਤੇ ਉਹ ਕਹਿੰਦੇ ਮੈਂ ਤਾਂ ਨਹੀਂ ਕਰ ਸਕਦੀ, ਸਾਡੀ ਇੱਕ ਨਵੀਂ ਕੁੜੀ ਆਈ ਆ, ਤੇ ਉਹਨੂੰ ਪੁੱਛ ਲੈਣਾ। ਮੈਂ ਕਰੋ ਜਾ ਕੇ ਪੇਮੈਂਟ ਪੂਮੈਂਟ ਵਾਲੀ ਕੋਈ ਚੱਕਰ ਨਹੀਂ ਹੈਗੀ, ਜਾਂ 200 ਰੁਪਏ ਦਿੰਦੇ ਹੁੰਦੇ ਸੀਗੇ। ਤੇ ਉਹ ਰਜਿੰਦਰ ਰੋਜੀ ਨੂੰ ਲੈ ਕੇ ਆਏ, ਕਮਲਜੀਤ ਮੈਡਮ, ਤੇ ਗੱਲਬਾਤ ਹੋਈ ਸਾਡੇ। ਤੇ ਉਹ ਮੈਡਮ ਰੋਜੀ ਕਹਿੰਦੀ ਵੀ ਅਸੀਂ ਮਤਲਬ ਕੱਲ੍ਹ ਨੂੰ ਮੈਂ ਖੰਨੇ ਆ ਜਾਵਾਂਗੀ। ਦੂਜੇ ਦਿਨ ਆਈ ਉਹ, ਤੇ ਬੱਸ ਸਟੈਂਡ ਤੋਂ ਲੈਣ ਗਏ, ਰੈਸਲਾਂ ਸਾਡੀਆਂ ਚੱਲਦੀਆਂ ਸੀਗੀਆਂ। ਤੇ ਰੋਜੀ ਨੇ 2 ਦਿਨ ਮੇਰੇ ਕੋਲ ਰਹੀ ਉਹ ਸਾਡੇ ਘਰੇ, ਤੇ ਕਰੈਕਟਰ ਉਹ ਆਪਣਾ ਯਾਦ ਵੀ ਜਦ ਕਰਿਆ ਜੀ, ਤੇ ਮਿੰਦੋ ਦਾ ਰੋਲ ਉਹਨੇ ਕਰੈਕਟਰ ਕੀਤਾ। ਤੇ ਫਿਰ ਇੱਕ ਦਿਨ ਵਾਪਸ ਚਲੀ ਗਈ ਉਹ ਘਰ ਦੇ ਵਿੱਚ ਆਪਣਾ। ਦੂਜੇ ਦਿਨ ਫੇਰ 2 ਦਿਨ ਫੇਰ ਮੇਰੇ ਕੋਲ ਰਹੀ, ਤੇ ਉਸ ਤੋਂ ਬਾਅਦ ਤੀਜੇ ਦਿਨ ਉਹਦਾ ਸ਼ੋਅ ਸੀਗਾ, ਤੇ ਸਾਹਿਬ ਸਿੰਘ ਵੀ ਦੇਖਣ ਆਇਆ ਸੀਗਾ। ਸਾਹਿਬ ਸਿੰਘ ਹੈਗਾ ਨਾਲ, ਸੁਣਦਾ ਪਿਆ ਤੁਹਾਡੀ ਗੱਲ। ਅੱਛਾ, ਓਕੇ ਠੀਕ ਹੈ। ਤੇ ਉਹ ਵਧੀਆ ਹੋਇਆ ਸੀ ਸ਼ੋਅ ਉਹ 7 ਬਗਾਨੇ ਦਾ। ਉਹ ਤੋਂ ਬਾਅਦ ਮੈਂ ਕਈ ਵਾਰ ਖੇਡਿਆ। ਔਲਖ ਸਾਹਿਬ ਨੂੰ ਵੀ ਇੱਕ ਵਾਰ ਇਨਵਾਈਟ ਕੀਤਾ ਸੀਗਾ ਮੈਂ, ਇਹ ਸ਼ਾਇਦ 2007 ਦੀ ਗੱਲ ਹੈ। 3-4 ਵਾਰ ਉਹਦੇ ਮੈਂ ਸ਼ੋਅ ਕੀਤੇ ਨੇ। ਤੇ ਔਲਖ ਸਾਹਿਬ ਦਾ, ਪਰ ਉਦੋਂ ਉਹਨਾਂ ਦਾ ਸਨਮਾਨ ਸੀਗਾ ਬਠਿੰਡੇ, ਕਿਤੇ ਉਹ ਆ ਨਹੀਂ ਸਕੇ ਹੈਗੇ। ਤੇ ਇਸ ਤਰ੍ਹਾਂ ਵੀ ਚੱਲਦਾ ਰਿਹਾ ਕੰਮ।
मैं ये जानना ਚਾਹੁੰਦਾ ਜਗਦੀਸ਼ ਜੀ ਤਾਂ ਕਿ ਬਾਕੀ ਦੋਸਤ ਵੀ ਇਹ ਜਾਣ ਸਕਣ ਕਿ ਖੰਨੇ ਦੇ ਵਿੱਚ ਤੁਸੀਂ ਤਾਂ ਇਹ ਸ਼ੁਰੂਆਤ ਕਰ ਦਿੱਤੀ, ਤੁਹਾਡੇ ਤੋਂ ਪਹਿਲਾਂ ਥੀਏਟਰ ਗਰੁੱਪ ਨਹੀਂ ਸੀ, ਤੁਸੀਂ ਕਾਫੀ ਸਾਰਾ ਕੰਮ ਕਰ ਲਿਆ, ਲੇਟੂ ਰਾਣੀ ਕਰ ਲਿਆ, ਕੋਈ ਹੋਰ ਵੀ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਖੰਨੇ ਦੇ ਵਿੱਚ ਕੋਈ ਗਰੁੱਪ ਬਣਿਆ ਜਾਂ ਕੋਈ ਕਲਾਕਾਰ ਨਿਕਲੇ, ਕੋਈ ਪੈਦਾ ਹੋਏ, ਕੋਈ ਨਾਟਕਕਾਰ ਇਸ ਤਰ੍ਹਾਂ ਵੀ? ਕਿਉਂਕਿ ਖੰਨੇ ਦੇ ਏਰੀਏ ਬਾਰੇ ਮੈਂ ਤਾਂ ਤੁਹਾਡੇ ਕੋਲੋਂ ਡਿਟੇਲ ਵਿੱਚ ਜਾਣਨਾ ਚਾਹੁੰਦਾ ਕਿ ਇਸ ਏਰੀਏ ਬਾਰੇ ਬਹੁਤ ਕੁਝ ਲੋਕੀ ਨਹੀਂ ਜਾਣਦੇ, ਸੋ ਤਾਂ ਕਰਕੇ ਤੁਸੀਂ, ਮੈਂ ਚਾਹੁੰਦਾ ਹੋਰ ਸਗੋਂ ਜਿਹੜੇ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਕਿਸੇ ਨੇ ਥੀਏਟਰ ਗਰੁੱਪ ਬਣਾਇਆ ਜਾਂ ਕੋਈ ਇਹ ਥੀਏਟਰ ਦੇ ਵਿੱਚ ਕੰਮ ਕੀਤਾ ਖੰਨੇ ਦੇ ਵਾਲੇ ਏਰੀਏ ਦੇ ਵਿੱਚ, ਉਹਦੇ ਬਾਰੇ ਜ਼ਰਾ ਕੋਈ ਗੱਲ ਕਰੋ ਸਾਡੇ ਨਾਲ। ਕੇਵਲ ਜੀ, ਸਾਡੇ ਨਾ ਖੰਨੇ ਦੀ ਬੜੀ ਪ੍ਰੋਬਲਮ ਹੈ, ਸਾਡੇ ਕੋਈ ਸੈਂਟਰ ਪਲੇਸ ਨਹੀਂ ਹੈਗਾ ਜਿੱਥੇ ਅਸੀਂ ਇਕੱਠੇ ਹੋ ਕੇ ਗੱਲਬਾਤ ਕਰ ਸਕੀਏ ਜੀ। ਤੇ ਪਹਿਲਾਂ ਰੈਸਲਾਂ ਸੀ, ਦੂਜੇ ਲਿਟ ਦੇ ਸਕੂਲ ਦੇ ਵਿੱਚ ਵੀ ਕਰਦੇ ਰਹੇ, ਕੋਈ ਪ੍ਰੋਬਲਮ ਨਹੀਂ ਸੀ। ਤੇ ਸਾਡੇ ਘਰ ਦੇ ਸਾਹਮਣੇ ਨਾ ਇੱਕ AS ਮਾਡਰਨ ਸਕੂਲ ਪ੍ਰਾਇਮਰੀ ਵਿੰਗ ਖੁੱਲਿਆ, ਪਹਿਲਾਂ ਟੋਭਾ ਹੁੰਦਾ ਸੀ ਉੱਥੇ, ਤੇ ਟੋਭਾ ਭਰ ਕੇ ਉਹਨਾਂ ਨੇ ਖੋਲਿਆ, ਤੇ ਉੱਥੇ ਅਸੀਂ ਬੜੀਆਂ ਰੈਸਲਾਂ ਹੁਣ ਤੱਕ ਕਰਦੇ ਰਹੇ ਹਾਂ। ਤੇ ਮੇਰੇ ਗਰੁੱਪ ਦੇ ਵਿੱਚ ਵੀ ਇੱਕ ਕੋਸ਼ਿਸ਼ ਕਈਆਂ ਨੇ ਕੀਤੀ, ਮੇਰੇ ਗਰੁੱਪ ਚੋਂ ਵੀ ਨਿਕਲ ਕੇ 2-4 ਮੁੰਡਿਆਂ ਨੇ ਕੋਸ਼ਿਸ਼ ਕੀਤੀ ਹੈ, ਤੇ ਪਰ ਔਖਾ ਕੰਮ ਹੈ ਤੇ ਨਹੀਂ ਕਰ ਸਕੇ। ਤੇ ਘਰ ਦੇ ਸਾਹਮਣੇ ਸਕੂਲ ਹੋਣ ਕਰਕੇ ਰੈਸਲਾਂ ਦੀ ਸਾਡੀ ਕੋਈ ਨਹੀਂ, ਪਰ ਐਪਲੀਕੇਸ਼ਨ ਦੇਣੀ ਪੈਂਦੀ ਸੀ ਉਹਨਾਂ ਨੂੰ। ਜੀ ਜੀ ਜੀ। ਰਵਿੰਦਰ ਬੱਬੂ ਮੇਰਾ ਆਰਟਿਸਟ ਬਹੁਤ ਵਧੀਆ, ਤੇ ਉਹ ਸਾਰੇ ਨਾਲ ਕਰਦੇ, ਪਰ ਗਰੁੱਪ ਨਹੀਂ ਕੋਈ ਬਣਿਆ ਹੈਗਾ ਹੋਰ। ਮੈਨੂੰ ਵੀ ਆਪਣਾ ਗਰੁੱਪ ਚਲਾਉਣ ਵਾਸਤੇ ਬਹੁਤ ਘਾਲਣਾ ਕਰਨੀ ਪੈਂਦੀ ਹੈ, ਤੇ ਕੋਈ ਆ ਗਿਆ, ਕਿਸੇ ਨੇ 2 ਨਾਟਕਾਂ 'ਚ ਰੋਲ ਕੀਤਾ, ਛੱਡ ਗਿਆ, ਚਲਿਆ ਗਿਆ, ਆਈ ਗਏ ਕਾਫਲੇ 'ਚ, ਜਾਈ ਗਏ। ਤੇ ਜਿਵੇਂ ਡਾਕਟਰ ਖੁਸ਼ਵਿੰਦਰ ਕੁਮਾਰ, ਉਹ ਪਹਿਲਾਂ ਸਰਕਾਰੀ ਟੀਚਰ ਸੀਗੇ, ਤੇ ਉਹਨਾਂ ਨੇ ਫਿਰ ਕੀਤੀ, ਉਹ ਛੱਡ ਗਏ ਤੇ ਆਪਣਾ ਪ੍ਰਿੰਸੀਪਲ ਹੀ ਲਾਈਨ ਦੇ ਵਿੱਚ ਚਲੇ ਗਏ, ਤੇ ਉਹਨਾਂ ਨੇ ਫਿਰ ਮੈਨੂੰ BCM ਕਾਲਜ ਦੇ ਵਿੱਚ ਪ੍ਰਿੰਸੀਪਲ ਰਹੇ ਨੇ ਉਹ, ਤੇ ਉੱਥੇ ਮੈਨੂੰ ਯੂਥ ਫੈਸਟੀਵਲ ਦੇ ਵਿੱਚ ਉਹਨਾਂ ਨੇ ਕੰਮ ਕਾਫੀ ਦਿੱਤਾ, ਤੇ ਪਰ ਗਰੁੱਪ ਨਹੀਂ ਕੋਈ ਬਣਿਆ ਹੈਗਾ। ਇਹ ਜਿਹੜੇ ਇਹ ਉਦਾਂ ਵੈਸੇ ਹੁੰਦਾ ਵੀ ਗਰੁੱਪ ਦੇ ਵਿੱਚੋਂ ਨਿਕਲ ਕੇ ਆਪਣੇ ਗਰੁੱਪ ਬਣਾ ਲੈਂਦੇ ਆ ਮੁੰਡੇ, ਕੰਮ ਕਰਦੇ ਆ, ਹਾਲਾਂਕਿ ਮੇਰੀ ਕੋਸ਼ਿਸ਼ ਹੁੰਦੀ ਕਿ ਚਲੋ ਜਿਹੜੇ ਗਰੁੱਪ ਦੇ ਵਿੱਚੋਂ ਨਿਕਲ ਕੇ ਜਾ ਰਹੇ ਆ, ਮੈਂ ਤੇ ਉਹਨਾਂ ਨੂੰ ਆਪ ਗਰੁੱਪ ਦਾ ਨਾਂ ਦੇ ਦੇਣਾ, ਮੈਂ ਕਹਿੰਦਾ ਆਹ ਨਾਂ ਰੱਖੋ, ਉਹਨਾਂ ਨੂੰ ਨਿਯਮ ਸੰਵਿਧਾਨ ਵੀ ਦੇ ਦੇਣਾ ਕਿ ਆਪਣਾ ਗਰੁੱਪ ਹੈ ਰਜਿਸਟਰਡ ਕਰਵਾ ਲਓ। ਸੋ ਇਸ ਕਰਕੇ ਉਹਨਾਂ ਨੇ ਬੜੇ ਸਾਰੇ ਮੇਰੇ ਜਿਹੜੇ ਥੀਏਟਰ ਗਰੁੱਪ ਦੇ ਆਪਣੇ ਕਲਾਕਾਰ ਨੇ, ਉਹਨਾਂ ਨੇ ਬਹੁਤ ਸਾਰੇ ਆਪਣੇ ਗਰੁੱਪ ਬਣਾਏ ਹੋਏ, ਤੇ ਮੈਨੂੰ ਚੰਗਾ ਲੱਗਦਾ ਹੁੰਦਾ ਕਿ ਇਹ ਇੱਕ ਦੇ ਵਿੱਚੋਂ ਕਿੰਨੇ ਸਾਰੇ ਹੋਰ ਨਿਕਲਦੇ ਪਏ ਆ, ਬਣਦੇ ਪਏ ਆ। ਸੋ ਇਸ ਕਰਕੇ ਮੈਂ ਜਾਣਨਾ ਚਾਹ ਰਿਹਾ ਸੀ। ਤੇ ਜਗਦੀਸ਼ ਜੀ, ਇਹ ਜਿਹੜੇ ਤੁਸੀਂ ਹੁਣ ਕੰਮ ਕਰਦੇ ਪਏ ਹੋ, ਹੁਣ ਮੈਂ ਜਿਹੜਾ ਤੁਹਾਡੇ ਨਾਲ ਇਪਟਾ ਦਾ ਵੀ ਕਾਫੀ ਨਾਮ ਜੁੜਿਆ ਹੋਇਆ ਵਾ, ਇਹ ਜਿਹੜਾ ਇਪਟਾ ਦਾ ਨਾਮ ਤੇ ਤੁਹਾਡਾ ਨਾਮ ਜਿਹੜਾ, ਕਿਉਂਕਿ ਖੰਨੇ ਦੇ ਵਿੱਚ ਕੋਈ ਵੀ ਨਾਟਕੀ ਘਟਨਾ ਹੋਵੇ, ਰੰਗਮੰਚ ਦੀ ਗੱਲ ਹੋਵੇ, ਤੇ ਉਦੋਂ ਫਿਰ ਇਪਟਾ ਦਾ ਨਾਮ ਜ਼ਰੂਰ ਤੁਹਾਡੇ ਨਾਮ ਨਾਲ ਆਉਂਦਾ ਹੈ। ਇਹ ਫਿਰ ਇਪਟਾ ਤੇ ਤੁਸੀਂ ਮਿਲ ਕੇ ਕਿੱਦਾਂ ਕੰਮ ਕਰਦੇ ਹੋ, ਔਰ ਕੀ ਕੰਮ ਕਰਦੇ ਹੋ? ਇਪਟਾ ਵਾਲਿਆਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਮੈਂ ਖੰਨੇ ਦੇ ਵਿੱਚ ਇਪਟਾ ਦੇ ਨਾਮ ਤੇ ਕੰਮ ਕਰਦਾ। ਅੱਛਾ। ਇਹਨਾਂ ਨੂੰ ਨਹੀਂ ਸੀ ਪਤਾ। ਹਾਂਜੀ। 93 ਦੇ ਵਿੱਚ ਮੈਂ ਪਲਸ ਮੰਚ ਵਾਲਿਆਂ ਨਾਲ ਵੀ ਮੈਂ ਸ਼ੋਅ ਕੀਤੇ ਆ, ਖੇਡਾਂ ਨਾਟਕ ਕੀਤਾ ਉੱਥੇ। ਹਾਂਜੀ। ਤੇ ਛੰਦੜਾਂ ਦੇ ਵਿੱਚ ਰਿਸ਼ਤਿਆਂ ਤੱਕ ਰੱਖੀ ਨਾਂ ਨਾਟਕ ਲੈ ਕੇ ਗਿਆ ਸੀ, ਤੇ ਚੰਡੀਗੜ੍ਹ ਭਾਜੀ ਨੇ ਕਰਾਇਆ ਸੀ ਇੱਕ ਵਾਰ ਮੇਲਾ 7 ਦਿਨ ਦਾ, ਉੱਥੇ ਵੀ ਗੁਰਬਾਲੇ ਉਹਨਾਂ ਨੇ ਰਿਸ਼ਤਿਆਂ ਤੱਕ ਰੱਖੀ ਨਾਂ। ਛੰਦੜਾ ਮੈਂ ਦੇਖਿਆ ਸੀ ਤੁਹਾਡਾ ਨਾਟਕ, ਮੈਂ ਉਦੋਂ ਉੱਥੇ ਸੀ ਜੀ। ਹਾਂਜੀ। ਤੇ ਫਿਰ ਇੱਕ ਵਾਰ ਪਲਸ ਮੰਚ ਅੱਤਵਾਦ ਦਾ ਟਾਈਮ ਸੀਗਾ, ਤੇ ਦਿਨ ਦੇ ਵਿੱਚ ਲੁਧਿਆਣੇ ਪੰਜਾਬੀ ਭਵਨ ਦੇ ਵਿੱਚ ਦਿਨ ਦੇ ਵਿੱਚ ਵੀ ਕਰਨ ਲੱਗੇ ਸੀਗੇ ਕੀਤਾ ਸੀ, ਤੇ ਉੱਥੇ ਮੈਂ ਔਲਖ ਸਾਹਿਬ ਦਾ ਨਾਟਕ ਲੈ ਗਿਆ ਸੀ ਤਰੇੜਾਂ। ਤੇ ਫਿਰ ਮੈਂ ਇੱਕ ਵਾਰ ਆਪਣਾ ਨਾਟਕ ਕਟਹਿਰਾ ਵੀ ਖੇਡਿਆ ਸੀਗਾ, ਤੇ ਭਾਜੀ ਨਾਲ ਜ਼ਿਆਦਾ ਨੇੜਤਾ ਤਾਂ ਨਹੀਂ ਸੀ ਮੇਰੀ, ਪਰ ਉਹ ਕੰਮ ਤੋਂ ਮੇਰੇ ਤੋਂ ਪ੍ਰਭਾਵਿਤ ਸੀ ਕਾਫੀ, ਵੀ ਚੰਗਾ ਕੰਮ ਕਰਦਾ ਮੁੰਡਾ ਹੈ। ਤੇ ਫਿਰ ਇੱਕ ਵਾਰ ਉਹਨਾਂ ਨੇ ਸਕੀਮ ਚਲਾਈ ਸੀ, ਉਹਨਾਂ ਕੋਲ ਪੈਸੇ ਤੁਸੀਂ ਕਿਤੋਂ ਆ ਗਏ ਸੀ ਜਾਂ ਫੰਡ ਆ ਗਏ ਕਿਤੋਂ, ਤੇ ਵੀ ਤੁਸੀਂ ਆਪਣੇ ਗਰੁੱਪ ਵੱਲੋਂ ਇੱਕ ਸ਼ੋਅ ਕਰੋ, ਮੈਂ ਆਪਣਾ ਨਾਟਕ ਫ੍ਰੀ ਲੈ ਕੇ ਆਉਣਾ, ਤੇ ਨਾਲ ਮੈਂ ਤੁਹਾਡੇ ਗਰੁੱਪ ਨੂੰ 5000 ਰੁਪਇਆ ਦੇਵਾਂਗਾ। ਯਾਦ ਹੋਣਾ ਤੁਹਾਡੇ? ਇਹ ਮੇਰੇ ਖਿਆਲ ਕਿਸੇ ਨੇ ਵੀ ਨਹੀਂ ਕੀਤਾ, ਜੋ ਸਾਰੇ ਪੈਸੇ ਇਕੱਠੇ ਕਰੀ ਜਾਂਦੇ ਲੋਕ, ਤੇ ਬਹੁਤ ਲੋਕਾਂ ਨੇ ਗਰੁੱਪਾਂ ਨੇ 5-5000 ਰੁਪਏ ਲਏ ਨੇ ਤੇ ਸ਼ੋਅ ਕੀਤੇ ਨੇ। ਤੇ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ,
ਤੇ ਉਸ ਤੋਂ ਬਾਅਦ ਜੀ ਰੱਖਤਾ ਇਸ ਆਪਣਾ ਵੂਮਨ ਕਾਲਜ ਦੇ ਵਿੱਚ ਸ਼ੋਅ ਰੱਖਿਆ। ਔਲਖ ਸਾਹਿਬ ਦਾ ਨਾਟਕ ਮੈਂ ਕੀਤਾ ਤੂੰ ਆਪਣਾ ਚਨਾਹ ਦੇ ਪਾਣੀ ਜੀ। ਤੇ ਭਾਜੀ ਨਾਟਕ ਲੈ ਕੇ ਆਏ ਸੀ ਇੱਕ ਆਪਣਾ ਪੰਜ ਕਲਿਆਣੀ ਦਾ ਮੁੰਡਾ ਹੁੰਦਾ ਸੀ ਵਿਕਰਮ, ਸ਼ਾਇਦ ਇੰਜੀਨੀਅਰਿੰਗ ਦਾ ਕੰਮ ਕਰਦਾ ਸੀ, ਪੜ੍ਹਾਈ ਕਰਦਾ ਸੀ ਉੱਥੇ ਚੰਡੀਗੜ੍ਹ। ਹਾਂਜੀ। ਹੁਣ ਤਾਂ ਦੇਖਿਆ ਵੀ ਨਹੀਂ ਕਦੇ। ਤੇ ਨਾਲ ਉਹ ਭਾਜੀ ਨਾਲ ਕੰਮ ਕਰਦਾ ਸੀਗਾ ਜੀ। ਤੇ ਸ਼ੋਅ ਹੋਇਆ ਉੱਥੇ, ਵਧੀਆ ਹੋਇਆ ਸ਼ੋਅ ਹੋਇਆ। ਤੇ ਰਾਤ ਨੂੰ ਸ਼ੋਅ ਖਤਮ ਹੋਣ ਤੋਂ ਬਾਅਦ ਭਾਜੀ ਸਾਡੇ ਘਰੇ ਗਏ ਤੇ ਮੇਰੇ ਘਰ ਰੋਟੀ ਪਾਣੀ ਲੰਗਰ ਦਾ ਜਿਹੜਾ ਕੰਮ ਸਾਡੇ ਘਰੇ ਚੱਲਦਾ ਹੁੰਦਾ ਤੇ ਮੇਰੀ ਪਤਨੀ ਸਾਰਾ ਅਰੇਂਜਮੈਂਟ ਕਰਦੀ ਆ ਉਹ। ਤੇ ਉਹ ਕੁਦਰਤੀ ਲਾਈਟ ਚਲੀ ਗਈ, ਜਨਰੇਟਰ ਤਾਂ ਸਾਡੇ ਹੈ ਨਹੀਂ ਸੀ ਕੋਈ। ਤੇ ਅਸੀਂ ਚੁਬਾਰੇ ਪਾਏ ਹੋਏ, ਅਸੀਂ ਛੱਤ ਤੇ ਚੜ੍ਹ ਗਏ ਉੱਤੇ, ਭਾਜੀ ਵੀ ਸਾਰੀ ਟੀਮ ਬੈਠ ਕੇ ਉੱਥੇ ਤੇ ਲਾਲਟਨਾਂ ਵਗੈਰਾ ਲਾ ਕੇ ਮੋਮਬੱਤੀਆਂ ਲਾ ਕੇ ਰੋਟੀ ਰਾਟੀ ਖਾਧੀ ਤੇ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ। ਭਾਜੀ ਮੈਨੂੰ ਤੋਂ ਲੱਗਿਆ ਵੀ ਮੈਂ ਕਿਤੇ ਕੁਛ ਬਹੁਤ ਸਿੱਖਿਆ ਹੋਇਆ ਬੰਦਾ ਹੁੰਦਾ, ਵੀ ਕਿਤੋਂ ਟ੍ਰੇਨਿੰਗ ਲਈ ਹੋਈ ਆ। ਉਹ ਮੈਂ ਭਾਜੀ ਨੂੰ ਕਿਹਾ ਭਾਜੀ ਮੈਂ ਨਹੀਂ ਕਿਤੋਂ ਸਿੱਖਿਆ ਹੈਗਾ, ਵੀ ਨਾ ਮੈਂ ਕੋਈ MA ਕੀਤੀ ਆ, ਕੋਈ ਨਾ ਮੈਂ ਸਿਰਫ ਮੈਂ ਤਾਂ ਤਜਰਬਾ ਹੈ, ਨਾ ਮੈਂ ਕਿਸੇ ਗੁਰੂ ਤੋਂ ਕਿਸੇ ਤੋਂ ਵੀ ਜਾਂ ਟ੍ਰੇਨਿੰਗ ਕੋਈ ਬਕਾਇਦਾ ਟ੍ਰੇਨਿੰਗ ਲਈ ਕੁਛ ਨਹੀਂ। ਤੇ ਫਿਰ ਉਹ ਚਲੋ 6-7 ਵਜੇ ਉਹ ਚਲੇ ਗਏ, ਆਪਣੀ ਟੀਮ ਲਈ ਗੱਡੀ ਮਰੂਤੀ ਕਾਰ ਹੁੰਦੀ ਸੀ ਉਹਨਾਂ ਕੋਲ, ਤੇ ਚਲੇ ਗਏ ਚੰਡੀਗੜ੍ਹ। ਤੇ ਇੱਟਾਂ ਵਾਲਿਆਂ ਨੇ ਕਿਤੇ ਲਖਨਊ ਕਾਨਫਰੰਸ ਹੋਣੀ ਹੈ ਇਹਨਾਂ ਦੀ ਜੀ, ਇਹਨਾਂ ਨੇ ਮੀਟਿੰਗ ਰੱਖੀ ਉੱਥੇ ਚੰਡੀਗੜ੍ਹ ਵੀ ਅਸੀਂ ਉਹਦੀ ਤਿਆਰੀ ਤੋਂ ਪਹਿਲਾਂ ਅਸੀਂ ਆਪਣਾ ਇੱਥੇ ਕਰ ਲਈਏ। ਤੇ ਗੁਰਸ਼ਰਨ ਭਾਜੀ ਨੂੰ ਵੀ ਚੰਡੀਗੜ੍ਹ ਬੁਲਾ ਲਿਆ ਤੇ ਉਹ ਚੱਲੀ ਗੱਲ। ਭਾਜੀ ਨੇ ਫਿਰ ਪਤਾ ਨਹੀਂ ਆਪਣੇ ਸਟਾਈਲ ਨਾਲ ਕਿਹਾ ਹੋਣਾ, ਕਿਵੇਂ ਕਿਹਾ ਹੋਣਾ ਵੀ ਤੁਸੀਂ ਖੰਡੇ ਬੈਠਾ ਬੰਦਾ ਉਹਦੇ ਨਾਲ ਗੱਲ ਕਰੋ। ਤੇ ਫਿਰ ਮੇਰੇ ਕੋਲ ਇਹਦਾ ਫੋਨ ਆਇਆ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਮੈਂ ਕਹਿੰਦਾ ਮੈਂ ਤਾਂ ਇੱਟਾਂ ਦੇ ਨਾਂ ਤੇ ਹੀ ਮੇਰੀ ਕਲੱਬ 85 ਤੋਂ ਰਜਿਸਟਰਡ ਹੈ, ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਖੰਨਾ ਦੇ ਨਾਂ ਤੇ ਰਜਿਸਟਰਡ ਕਰਾਈ ਸੀ ਤੇ ਉਹ ਚਨਾਹ ਦੇ ਪਾਣੀ ਉਹ ਨਾਟਕ ਮੇਰੇ ਕੋਲ ਤਿਆਰ ਸੀਗਾ। ਤੇ ਉਹਦੇ ਵਿੱਚ ਰਾਜਵਿੰਦਰ ਰੋਲ ਕਰਦਾ ਸੀ, ਰਵਿੰਦਰ ਬੱਬੂ ਰੋਲ ਕਰਦਾ ਸੀਗਾ ਤੇ ਸੁਖਵਿੰਦਰ ਮਾਸਟਰ ਜੀ ਸਾਡੇ ਹੁਣ ਮੇਰੇ ਸਰਗਰਮ ਮੈਂਬਰ ਹੈ, ਮੇਰਾ ਐਕਟਰ ਹੈ। ਤੇ ਰਾਣੀ ਬਲਵੀਰ ਕੌਰ ਵੀ ਨਾਟਕ ਲੈ ਕੇ ਆਏ ਸੀਗੇ ਉੱਥੇ, ਹੋਰ ਤੇ 3-4 ਨਾਟਕ ਸੀਗੇ। ਔਲਖ ਸਾਹਿਬ ਨੂੰ ਵੀ ਉਹਨਾਂ ਨੇ ਐਜ਼ ਏ ਗੈਸਟ ਬੁਲਾਇਆ ਹੋਇਆ ਸੀ। ਤੇ ਚਲੋ ਮੈਂ ਰੋਲ ਕਰਨੇ ਛੱਡਤੇ ਸੀਗੇ ਉਹ, ਤੇ ਮੇਰੇ ਤੇ ਪ੍ਰਬੰਧਕੀ ਕੰਮ, ਡਾਇਰੈਕਸ਼ਨ ਦਾ ਕੰਮ, ਹੋਰ ਪੈਸੇ ਇਕੱਠੇ ਕਰਨੇ, ਕਾਰਡ ਵੰਡ ਜੋ ਸੀਗੇ ਉਹ ਮੇਰੇ ਉੱਤੇ ਮੇਰੇ ਗਲ ਪੈ ਗਏ। ਤੇ ਮੇਰਾ ਕਲਾਕਾਰ ਮਰ ਗਿਆ ਵਿੱਚੋਂ, ਐਕਟਰ ਮਰ ਗਿਆ ਮੇਰੇ ਵਿੱਚੋਂ। ਤੇ ਉਹ ਸ਼ੋਅ ਨਾਟਕ ਹੋਇਆ ਜੀ, ਬੜਾ ਜ਼ਬਰਦਸਤ ਹੋਇਆ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਔਲਖ ਸਾਹਿਬ ਨੂੰ ਬੁਲਾਇਆ ਵੀ ਸਟੇਜ ਤੇ ਵੀ ਆਓ ਤੁਹਾਡਾ ਨਾਟਕ ਹੈ। ਤੇ ਔਲਖ ਸਾਹਿਬ ਆਏ, ਅੱਖਾਂ 'ਚ ਉਹਨਾਂ ਦੇ ਹੰਝੂ, ਯਾਨੀ ਔਨ ਰਿਕਾਰਡ ਗੱਲ ਹੈ, ਮੈਂ ਮਤਲਬ ਕੋਈ ਪਾਰਟੀ ਨਹੀਂ ਮਾਰਦਾ। ਤੇ ਬੋਲੇ, ਗਲਾ ਭਰਿਆ ਹੋਇਆ ਉਹਨਾਂ ਦਾ, ਕਹਿੰਦੇ ਵੀ ਮੈਂ ਨਾਟਕ ਚਨਾਹ ਦੇ ਪਾਣੀ ਸੈਂਕੜੇ ਵਾਰ ਖੇਡਿਆ, ਹੋਰ ਟੀਮਾਂ ਨੇ ਬਹੁਤ ਸੈਂਕੜੇ ਵਾਰ ਬੜਾ ਖੇਡਿਆ ਨਾਟਕ, ਖੇਡਿਆ ਵੀ ਬਹੁਤ ਗਿਆ ਲੋਕਾਂ ਨੇ ਨਾਟਕ, ਪਰ ਜੋ ਪ੍ਰੋਡਕਸ਼ਨ ਕਹਿੰਦੇ ਜਿਹੜੀ ਤੈਅ ਕੀਤੀ ਹੈ ਉਹ ਬਹੁਤ ਕਮਾਲ ਕੀਤੀ ਹੈ। ਤੇ ਮੈਂ ਔਲਖ ਸਾਹਿਬ ਦਾ ਬਹੁਤ ਵੱਡਾ ਫੈਨ ਹਾਂ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ। ਤੇ ਐਡੇ ਬੜੇ ਬੰਦੇ ਨੇ ਮੇਰੇ ਬਾਰੇ ਐਡਾ ਵਧੀਆ ਕਮੈਂਟਸ ਦਿੱਤਾ। ਤੇ ਇੱਕ ਅਜਿਹੀ ਉਹ ਘਟਨਾ ਸੀਗੀ, ਆਤਮਜੀਤ ਨੂੰ ਤਾਂ ਪਤਾ ਸੀ ਮੇਰੇ ਵੀ ਖੰਨੇ ਇੱਟਾਂ ਦੇ ਨਾਂ ਤੇ ਕੰਮ ਕਰ, ਪ੍ਰਧਾਨ ਬਣ ਗਏ ਸੀ ਉਹ ਇੱਕ ਵਾਰ ਇੱਟਾਂ ਦੇ ਪੰਜਾਬ ਦੇ। ਸਤੀਸ਼ ਵਰਮਾ ਜੀ ਜਨਰਲ ਸੈਕਟਰੀ ਬਣੇ ਸੀਗੇ ਤੇ ਉਹਨਾਂ ਨੇ ਇੱਕ ਮੇਲਾ ਰਖਾਇਆ ਟੈਗੋਰ 'ਚ, ਤੇ ਮੈਨੂੰ ਵੀ ਬੁਲਾਇਆ ਉਹਨਾਂ ਨੇ। ਤੇ ਨਵਾਂ ਹੁੰਦਾ ਸੀ ਅਸੀਂ ਮੁੰਡੇ, ਤੇ ਮੈਨੂੰ ਬੜੀ ਟੈਨਸ਼ਨ ਵੀ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਨਾਟਕ ਕਰਨਾ। ਦਲਵੀਰ ਭਾਜੀ ਵੀ ਜਦ ਜਿਉਂਦੇ ਹੁੰਦੇ ਸੀ ਤੇ ਇਉਂ ਵੀ ਲਿਖਦਾ, ਇਉਂ ਵੀ ਹੁੰਦਾ ਕਾਲਮ ਨਹੀਂ ਲਿਖਦੇ ਪੰਜਾਬੀ ਟ੍ਰਿਬਿਊਨ 'ਚ। ਬਿਲਕੁਲ ਮੈਨੂੰ ਪਤਾ, ਹਾਂਜੀ ਹਾਂ, ਬਹੁਤ ਕਮਾਲ ਦੇ ਖੂਬਸੂਰਤ ਬੰਦਾ ਸੀ ਵਿਚਾਰਾ। ਤੇ ਮੈਂ ਸਟੇਜ ਤੇ ਖੜਾ, ਕੁਝ ਪਤਾ ਨਹੀਂ ਮੇਰੇ ਤੋਂ ਕੋਈ ਹਰਕਤ ਹੋਈ, ਟੈਨਸ਼ਨ 'ਚ ਸੀ ਮੈਂ ਖੁਦ। ਤੇ ਭਾਗ ਸਿੰਘ ਉਹਨੇ ਬੈਠੇ ਸੀਗੇ ਉੱਥੇ, ਤੇ ਉਹ ਕਹਿੰਦੇ ਉਹ ਮੁੰਡਿਆ ਅਸੀਂ ਸਟੇਜ ਨੂੰ ਪਵਿੱਤਰ ਮੰਨਦੇ ਆਏ ਕਰਦੇ ਹਾਂ, ਤੂੰ ਇੱਥੇ ਗੰਦ ਪਾਉਣ ਲੱਗਾ, ਚੱਲ ਨੱਠ ਤੋਂ ਭੱਜ। ਪਤਾ ਨਹੀਂ ਵੀ ਮੈਂ ਇੱਥੇ ਨਾਟਕ ਲੈ ਕੇ ਆਇਆ। ਤੇ ਮੈਂ ਗ੍ਰੀਨ ਰੂਮ ਚਲਾ ਗਿਆ ਤੇ ਚਲੋ ਨਾਟਕ ਹੋਏ ਤੇ ਮੇਰਾ ਨਾਟਕ ਵੀ ਹੋਇਆ। ਤੇ ਨਾਟਕ ਖਤਮ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਭਾਗ ਸਿੰਘ ਖੜੇ ਹੋਏ, ਸਾਰੀ ਆਡੀਅנס ਨੂੰ ਕਹਿੰਦੇ ਖੜੇ ਹੋ ਜਾਓ, 5 ਮਿੰਟ ਕਲੈਪਿੰਗ ਕਰੋ।
ਤੇ ਮੁਲਖ ਰਾਜ ਆਨੰਦ ਜੀ ਵੀ ਆਏ ਹੋਏ ਸੀ ਉੱਥੇ। ਉਹਨਾਂ ਨੇ ਮੈਨੂੰ 100 ਰੁਪਇਆ ਦਿੱਤਾ। ਇੱਕ ਕਿਸੇ ਸ਼ਾਇਦ ਭਾਗ ਸਿੰਘ ਨੇ ਸ਼ਾਇਦ 100 ਰੁਪਇਆ, ਤੇ ਸਾਨੂੰ ਹੌਸਲਾ ਅਫਜ਼ਾਈ ਉੱਥੇ ਕੀਤੀ ਸੀ। ਦਲਵੀਰ ਨੇ ਉਹ ਕੰਪੇਅਰਿੰਗ ਕਰਦੇ ਸੀਗੇ, ਕੰਪੇਅਰਿੰਗ ਬਹੁਤ ਵਧੀਆ ਕਰਦੇ ਸੀ ਦਲਵੀਰ ਜੀ। BN ਸ਼ਰਮਾ ਜੀ ਨੇ ਜਿਹੜੇ, ਉਹਨਾਂ ਦੇ ਨਾਟਕ ਕੀ ਸੀ ਨਾਟਕ, ਉਹ ਅਣਖੀ ਸਾਹਿਬ ਦੀ ਕਹਾਣੀ ਸੀਗੀ, ਸੁੱਕੇ ਪੱਤਣ, ਖਾਰਾ ਦੁੱਧ, ਉਹਦਾ ਸੁੱਕੇ ਪੱਤਣ ਨਾਂ ਤੇ ਉਹਨਾਂ ਨੇ ਨਾਟਕ, ਸੁੱਕੇ ਪੱਤਣ ਉਹਨਾਂ ਦਾ ਨਾਟਕ ਸੀ। ਖੰਨੇ ਵੀ ਲਿਟ ਸਾਹਿਬ ਦੇ ਮੇਲੇ ਤੇ ਵੀ ਲੈ ਕੇ ਆਉਂਦੇ ਰਹੇ ਨੇ, ਤੇ ਉਹ ਵੀ ਮੇਰੇ ਵਾਸਤੇ ਬਹੁਤ ਪ੍ਰਾਊਡ ਦਾ ਟਾਈਮ ਸੀਗਾ। ਤੇ ਫੰਡ ਵਗੈਰਾ ਜਿਹੜੇ ਚੱਲਦੇ ਆ ਸਾਡੇ, ਮੈਂ ਸਰਕਾਰੀ ਸੰਸਥਾਵਾਂ ਤੋਂ ਤੱਕ ਦੀ ਜ਼ਿਆਦਾ ਮਦਦ ਮੈਂ ਲਈ ਨਹੀਂ ਹੈਗੀ। ਤੇ ਇੱਕ ਵਾਰ ਮੈਂ, ਲਿਟ ਸਾਹਿਬ ਦੀ ਕਹਾਣੀ ਹੈ ਜਦ ਵੀ ਚਾਹੇ ਮਾਂ, ਹਾਂਜੀ, ਬੜੀ ਖੂਬਸੂਰਤ ਕਹਾਣੀ ਆ ਉਹ। ਤੇ ਉਹਨਾਂ ਦੀ ਕਿਤਾਬ ਦਾ ਨਾਮ ਹੀ ਇਹੋ ਹੀ ਹੈ, ਇੱਕ ਦਾ, ਹਾਂ ਇੱਕ ਕਿਤਾਬ ਦਾ ਨਾਮ ਹੈ, ਕਿਤਾਬ ਦਾ ਨਾਮ ਹੀ ਇਹੋ ਹੀ ਜੀ, ਹਾਂ ਜਦ ਵੀ ਚਾਹੇ ਮਾਂ। ਉਹ ਮਤਲਬ ਸੈਕਸ ਸੰਬੰਧਾਂ ਤੇ ਕਹਾਣੀ ਆ ਉਹ, ਤੇ ਮੈਂ ਉਹਨੂੰ ਤੋੜ ਮੋੜ ਕਰਕੇ ਉਹ ਕਹਾਣੀ ਅੱਜ ਦੇ ਸੰਦਰਭ ਵਿੱਚ ਉਹਦੇ ਵਿੱਚ ਲਿਖੀ। ਤੇ ਸਾਡੇ ਵਕੀਲ ਸਾਹਿਬ ਜਿਹੜੇ ਪਰਮਜੀਤ ਸਿੰਘ ਐਡਵੋਕੇਟ ਨੇ, ਉੱਥੇ ਹੁੰਦੇ ਸੀਗੇ, ਡਾਇਰੈਕਟਰ ਹੁੰਦੇ ਸੀਗੇ ਉਹ ਸਰੋਏ ਸਾਹਿਬ, ਉਹ ਕਾਫੀ ਦੇਰ ਰਹੇ ਨੇ। ਪਰ ਇੱਕ ਵਾਰ ਮੈਂ ਗੱਲ ਕੀਤੀ, ਮੈਂ ਵੀ ਉੱਥੇ ਨੌਰਥਨ ਕੋਲ ਪਤਾ ਵੀ ਨਹੀਂ ਹੁੰਦਾ ਸਾਨੂੰ ਕੋਈ ਵੀ ਨੌਰਥਨ ਕਲਚਰ ਸੈਂਟਰ ਦੇ ਪੈਸਾ ਦਿੰਦਾ ਵੀ ਇੰਨਾ ਪੈਸਾ ਦਿੰਦਾ। ਉਹ ਕਹਿੰਦੇ ਵੀ ਉਹ ਤਾਂ ਮੇਰਾ ਕਲਾਸ ਫੈਲੋ ਵਕੀਲ ਸਾਹਿਬ ਕਹਿੰਦੇ। ਤੇ ਅਸੀਂ ਉਹਨਾਂ ਕੋਲ ਗੱਡੀ ਆ, ਉਹ ਗੱਡੀ ਲੈ ਕੇ ਅਸੀਂ ਗਏ ਉੱਥੇ, ਸਾਨੂੰ ਬੜਾ ਵਧੀਆ ਉਹਨਾਂ ਨੇ ਟਰੀਟ ਕੀਤਾ। ਤੇ 15,000 ਰੁਪਇਆ, ਇਹ ਸ਼ਾਇਦ 15-16 ਦੀ ਗੱਲ ਹੈ, 15,000 ਰੁਪਇਆ ਸਾਨੂੰ ਉਹਨਾਂ ਨੇ ਦਿੱਤਾ। ਤੇ ਫਿਰ ਇੱਕ ਮੈਂ 16 'ਚ ਸ਼ਾਇਦ ਨਾਟਕ ਮੇਲਾ ਕਰਾਇਆ ਸੀਗਾ, ਉਦੋਂ ਮੈਂ ਪਟਿਆਲੇ ਐਪਲੀਕੇਸ਼ਨ ਦੇ ਆਇਆ। ਉਹ ਰਜਿੰਦਰ ਸਿੰਘ ਸੀਗੇ ਜਾਂ ਡਾਇਰੈਕਟਰ, ਤੇ ਉਹਨਾਂ ਨੇ ਸਾਡੇ 4 ਨਾਟਕ ਮੈਂ ਕੀਤੇ ਸੀ, 2 ਨਾਟਕ ਉਹਨਾਂ ਨੇ ਸਾਡੇ ਸਪਾਂਸਰ ਕੀਤੇ ਸੀਗੇ। ਤੇ ਫਿਰ 17 ਦੇ ਵਿੱਚ ਸ਼ਾਇਦ 18 ਦੇ ਵਿੱਚ ਟੋਨੀ ਬਖਸ਼ ਦੀ ਜਦੋਂ ਡੈਥ ਹੁੰਦੀ, ਉਹਦੀ ਯਾਦ ਦੇ ਵਿੱਚ ਮੈਂ ਮੇਲਾ ਕਰਾਇਆ 2 ਦਿਨ ਦਾ, ਉਦੋਂ ਵੀ ਮੈਂ 4 ਨਾਟਕ ਕੀਤੇ ਸੀਗੇ। ਤੇ ਰਜਿੰਦਰ ਸਿੰਘ ਸੀ ਸ਼ਾਇਦ। ਇੱਕ ਜਗਦੀਸ਼ ਜੀ, ਮੈਂ ਨਾ ਇਹ ਜਾਣਨਾ ਚਾਹੂੰਗਾ, ਟੋਨੀ ਦੇ ਨਾਲ ਤੁਹਾਡੀ ਬੜੀ ਨੇੜਤਾ ਰਹੀ ਆ, ਤੁਸੀਂ ਬਹੁਤ ਸਾਲ ਇਕੱਠਿਆਂ, ਤੁਹਾਡੀ ਦੋਸਤੀ, ਮੈਂ ਕੁਝ ਟੋਨੀ ਦੇ ਬਾਰੇ 'ਚ ਜ਼ਰਾ ਤੁਸੀਂ ਆਪਣੇ ਨਾਲ ਜੋੜ ਕੇ ਕੁਝ ਸਾਂਝਾ ਕਰੋ ਸਾਡੇ ਨਾਲ ਕੋਈ ਗੱਲਾਂ। ਜਦੋਂ ਮੰਚਣ ਮੈਚਿੰਗ ਸ਼ਬਦ ਹੁੰਦਾ ਸੀ ਨਾ, ਹਾਂਜੀ, ਤੇ ਉਹਦੇ ਵਿੱਚ ਸਰਗਰਮੀਆਂ ਦਾ ਕਾਲਮ ਲੱਗਦਾ ਹੁੰਦਾ ਸੀ, ਕਿਹੜੇ ਸ਼ਹਿਰ ਦੀਆਂ ਕਿੰਨੀਆਂ ਸਰਗਰਮੀਆਂ ਅਸੀਂ ਵੀ ਭੇਜਦੇ ਹੁੰਦੇ ਸੀਗੇ। ਤੁਹਾਡੀਆਂ ਵੀ ਆਉਂਦੀਆਂ ਸੀ, ਟੋਨੀ ਦੀਆਂ, ਟੋਨੀ ਦੇ ਬਹੁਤ ਜ਼ਿਆਦਾ ਹੁੰਦੀਆਂ ਸੀ। ਹਾਂਜੀ, 7 ਦਿਨ ਦਾ ਮੇਲਾ ਕਰਾ ਰਿਹਾ, ਨੁੱਕੜ ਕਰ ਰਿਹਾ, ਫਲਾਣਾ, ਬਹੁਤ ਜ਼ਿਆਦਾ ਉਹਦੀਆਂ ਹੁੰਦੀਆਂ। ਮੈਨੂੰ ਮਿਲਿਆ ਕਦੇ ਮੈਂ ਨਹੀਂ ਨਾ ਸੁਣਿਆ ਸੀ ਉਹਨਾਂ ਵੀ ਟੋਨੀ ਬਖਸ਼ ਹੈ ਕੋਈ। ਮੈਨੂੰ ਸੀਗਾ ਕੋਈ ਐਵੇਂ ਪ੍ਰੋਫੈਸਰ ਜਿਹਾ ਹੋਊਗਾ, ਕੋਈ ਬੁੜਾ ਜਿਹਾ ਵੀ ਉਹੀ ਟੋਨੀ ਬਖਸ਼ ਜਾਂ ਫੁਕਰਾ ਜਿਹਾ ਨਾਂ ਰੱਖੀ ਬੈਠਾ। ਤੇ ਨਾਂ ਤਾਂ ਉਹਦਾ ਰੂਪੇਸ਼ ਸੀਗਾ ਵੈਸੇ, ਰੂਪੇਸ਼ ਕੁਮਾਰ ਬਖਸ਼ ਉਹਦਾ ਨਾਂ ਸੀਗਾ ਅਸਲੀ, ਤੇ ਉਹ ਟੋਨੀ ਦੇ ਨਾਂ ਤੇ ਖੇਡ ਆਪਣਾ ਉਹਨੇ ਮਸ਼ਹੂਰ ਕੀਤਾ। ਤੇ ਮਹਾਸ਼ਕਤੀ ਡਰਾਮਾਟਿਕ ਕਲੱਬ ਬਰਨਾਲੇ ਕੰਪੀਟੀਸ਼ਨ ਹੁੰਦੇ, ਅਸੀਂ ਵੀ ਲੈ ਕੇ ਗਏ ਨਾਟਕ, ਅੱਜ ਕੱਲ੍ਹ ਵੀ ਹੁੰਦੇ ਨੇ। ਸੋਹਣ ਧਾਰੀਵਾਲ ਤੇ ਅਸੀਂ ਇਕੱਠੇ, ਸੋਹਣ ਧਾਰੀਵਾਲ ਸੱਤਿਆ ਕਥਾ ਲੈ ਗਿਆ ਸੀ, ਤੇ ਮੈਂ ਨਿੰਨ ਸ਼ਾਂਤੀ ਲੈ ਗਿਆ ਸੀਗਾ। ਤੇ ਉੱਥੇ ਮਿਲਿਆ, ਤੇ ਸੋਹਣ ਧਾਰੀਵਾਲ ਨੇ ਮੈਨੂੰ ਬੁਲਾਇਆ, ਕਹਿੰਦਾ ਵੀ ਆਹ ਟੋਨੀ ਬਖਸ਼ ਆ। ਉਹ ਦੇਖਿਆ ਮੁੰਡਾ ਖੁੰਡਾ ਮੇਰੇ ਵਰਗਾ, ਮੈਂ ਹੈਰਾਨ ਹੋ ਗਿਆ ਦੇਖ ਕੇ ਵੀ ਮੈਂ ਤਾਂ ਕੀ ਪਿਕਚਰ ਬਣਾਈ ਸੀ ਇਹਦੀ, ਤੇ ਇਹ ਤਾਂ ਯੰਗ ਮੁੰਡਾ ਸਾਡੇ ਵਰਗਾ ਹੀ ਆ। ਤੇ 87 ਦੀ ਗੱਲ ਹੈ ਸ਼ਾਇਦ। ਉਹ 15-20 ਦਿਨ ਬਾਅਦ ਉਹ ਗੋਬਿੰਦਗੜ੍ਹ ਧਾਰੀਵਾਲ ਨੂੰ ਜ਼ਿਆਦਾ ਜਾਣਦਾ ਸੀ, ਤੇ ਧਾਰੀਵਾਲ ਆ ਕੇ ਸਾਡੇ ਬੈਲ ਵਜਾਈ, ਬਾਹਰ ਖੜੇ ਟੋਨੀ ਹੋਣੀ, ਕੇਬਲ ਤਾਂ ਆਪਣਾ ਸੋਹਣ ਧਾਰੀਵਾਲ। ਤੇ ਉਸ ਤੋਂ ਸਾਡਾ ਮਿੱਤਰਤਾ ਪਤਾ ਨਹੀਂ ਕਿੰਨਾ ਕੁ, ਮਤਲਬ ਕਿਵੇਂ ਗੂੜ ਪਿਆਰ ਪੈ ਗਿਆ ਸਾਡਾ ਉਹਦਾ। ਤੇ ਫਿਰ ਉਹ 6 ਮਹੀਨੇ ਬਾਅਦ ਉਹਨੇ ਖੰਨੇ ਹਫ਼ਤਾ ਮੇਰੇ ਕੋਲ ਰਹਿਣਾ। ਹਰਿੰਦਰ ਗੋਇਲ ਸਾਡਾ ਆਰਟਿਸਟ ਹੈ ਇੱਕ, ਹੁੰਦਾ ਸੀ ਪਹਿਲਾਂ, ਛੱਡ ਗਿਆ, ਹੁਣ ਤਾਂ ਫਾਈਨਾਂਸ ਦਾ ਕੰਮ ਕਰਨ ਲੱਗਿਆ। ਉਹਨਾਂ ਦਾ ਕਮਰਾ ਹੁੰਦਾ ਸੀ ਇੱਕ, ਤੇ ਖਾਲੀ ਉਹ ਇਕੱਲਾ ਰਹਿੰਦਾ ਸੀ ਉੱਥੇ ਚਲੇ ਜਾਣਾ, ਮਹਿਫਲਾਂ ਲੱਗਣੀਆਂ, ਹਫ਼ਤਾ 10-10 ਦਿਨ ਸਾਡੇ ਕੋਲ ਉਹਨੇ ਰਹਿਣਾ। ਤੇ ਜਦੋਂ ਜਾਣਾ ਪੈਂਦਾ, ਫਿਰ ਜਾਣ ਲੱਗੇ ਉਹਨੇ ਜਾਣਾ ਵੀ 7 ਦਿਨ ਲੱਗੇ, ਲੜ ਪੈਣਾ ਉਹਨੇ ਸਾਡੇ ਨਾਲ, ਗਾਲਾਂ ਕੱਢਣੀਆਂ, ਫਲਾਣਾ ਢਿਮਕਾ ਕਰਕੇ ਚਲੇ ਜਾਣਾ। ਤੇ ਪੋਸਟ ਕਾਰਡ ਬਹੁਤ ਲਿਖਦਾ ਸੀ, ਤੇ ਪੋਸਟ ਕਾਰਡ ਉਹਨੂੰ, ਤੇ ਆਪਣਾ ਨਾਟਕ ਮੈਂ ਖੇਡਾਂ ਭੇਜਿਆ ਉਹਨੂੰ, ਭਗੌੜੇ ਉਹਨੂੰ ਭੇਜਿਆ, ਕਟਹਿਰਾ ਉਹਨੂੰ ਭੇਜਿਆ, ਉਹ ਖੇਡੇ ਉਹਨੇ।
ਤੇ ਕਟਹਿਰਾ ਵੀ ਖੇਡਿਆ। ਤੇ ਪਤਾ ਨਹੀਂ ਸਾਡਾ ਕੋਈ ਰੂਹਾਨੀ ਜਾਂ ਕੋਈ ਹੋ ਗਿਆ ਗੱਲਬਾਤ। ਖੰਨੇ ਸਾਡੇ ਕੋਲ ਆਉਣਾ, ਉਹਨੇ ਅਸੀਂ 9 ਵਜੇ ਬਹਿ ਜਾਣਾ ਤੇ ਰਾਤ ਦੇ 4 ਵੱਜ ਜਾਂਦੇ। ਪਤਾ ਨਹੀਂ ਕਿੱਥੋਂ ਗੱਲਾਂ ਆਉਣੀਆਂ, ਕਿੱਥੋਂ ਨਿਕਲਣੀਆਂ। ਤੇ ਬਠਿੰਡੇ ਮੈਂ ਜਾਣਾ, ਛੋਟਾ ਜਿਹਾ ਘਰ ਸੀ ਉਹਦਾ, ਤੇ ਸੋਫੇ ਤੇ ਪੈ ਜਾਣਾ। ਇੱਕ ਛੋਟਾ ਜਿਹਾ ਤਖਤਪੋਸ਼ ਸੀਗਾ, ਤਖਤਪੋਸ਼ ਤੇ ਉਹਨੇ ਪੈ ਜਾਣਾ, ਸੋਫੇ ਤੇ ਮੈਂ ਪੈ ਜਾਣਾ। ਪੈਂਦੇ ਵੀ ਕਿੱਥੇ ਸੀ, ਜਾਣੀ ਉੱਥੇ ਸਾਰੇ ਬਠਿੰਡੇ ਦੇ ਜਿੰਨੇ ਮੁੰਡੇ ਰੰਗਕਰਮੀ ਸੀਗੇ, ਕਦੇ ਕੋਈ ਆ ਗਿਆ, ਕਦੇ ਕੋਈ ਆ ਗਿਆ, ਕਦੇ ਕੋਈ 12 ਵਜੇ ਤੱਕ ਉਹ ਚੱਲੀ ਜਾਣੀਆਂ। ਤੇ ਗੱਲਾਂ ਪਤਾ ਨਹੀਂ ਕਿੱਥੋਂ ਸਾਡੀ ਚੱਲੀ ਜਾਂਦੀਆਂ। ਤੇ ਉਹਨੇ ਨਾਟਕ ਮੇਰੇ ਬੜੇ ਖੇਡੇ ਤੇ ਮੈਨੂੰ ਉਹਨੇ ਬੜਾ ਐਪਰੀਸ਼ੀਏਟ ਕੀਤਾ ਵੀ ਤੂੰ ਛੱਡ ਪਰਿਆ ਖਹਿੜਾ ਖੁੜਾ, ਵੀ ਤੂੰ ਨਾਟਕ ਕਰ, ਬਹੁਤ ਵਧੀਆ, ਵੀ ਤੂੰ ਨਾਟਕ ਲਿਖਿਆ ਕਰ, ਛੱਡ ਡਾਇਰੈਕਸ਼ਨ ਐਕਟਿੰਗ ਨੂੰ, ਵੀ ਤੂੰ ਨਾਟਕ ਲਿਖ। ਮੈਨੂੰ ਬੜਾ ਪ੍ਰੇਰਿਆ ਉਹਨੇ। ਤੇ ਮੇਰਾ ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹਨਾਂ ਨੇ ਮੇਰੀ ਇੱਕ ਵਾਰ ਮੇਰਾ ਆਰਟੀਕਲ ਵੀ ਲਾਇਆ। ਹੋਰ ਮੇਰਾ ਕਿਸੇ ਹਜੇ ਤੱਕ ਕਿਤੇ ਕੋਈ ਆਰਟੀਕਲ ਨਹੀਂ ਲੱਗਿਆ। ਤੇ ਉਹ ਟੋਨੀ ਨੇ ਆਪਣੇ ਆਪ ਹੀ ਕਿਤੇ ਉਹਨੇ ਲਾਇਆ ਸੀਗਾ। ਤੇ ਜਾਣੀ ਮਤਲਬ ਮੈਂ ਤੁਹਾਨੂੰ ਦੱਸਦਾ ਗੱਲ। ਸਹਿਜ ਸਭਾ ਰਾਮਪੁਰ ਲੜਦਾ ਬਹੁਤ ਸੀਗਾ, ਗਾਲਾਂ ਕੱਢਦਾ ਸੀ, ਪਰ ਉਹਦੇ ਮਨ ਦੇ ਵਿੱਚ ਅੰਦਰ ਬੱਚਾ ਸੀ, ਰੋ ਪੈਂਦਾ ਸੀ ਮਾੜੀ ਮਾੜੀ ਗੱਲ ਤੇ ਬੱਚਿਆਂ ਵਾਲੀ ਗੱਲ ਤੁਹਾਨੂੰ ਦੱਸਦਾ। ਸਹਿਜ ਸਭਾ ਰਾਮਪੁਰ ਚਲੇ ਗਏ, ਜੁਲਾਈ ਦਾ ਮਹੀਨਾ ਸੀ ਤੇ 12-1 ਵਜੇ ਮੇਰੇ ਕੋਲ ਇੱਕ ਸਕੂਟਰੀ ਹੁੰਦੀ ਸੀਗੀ ਪੈਂਥਰ, ਬੜੇ ਪਈਓ ਕਾ ਕਮਾਲ ਵਾਲੀ, ਬੜੀ ਚਲਾਈ। ਅਸੀਂ ਉਹ ਤੇ ਬੜਾ ਸਫ਼ਰ ਕੀਤਾ। ਟੋਨੀ ਨੇ ਨਾਲ ਮਿਲ ਕੇ ਸਾਰੇ ਸਾਡੇ ਏਰੀਏ 'ਚ ਘੁੰਮਦੇ ਰਹਿੰਦੇ ਸੀਗੇ। ਤੇ ਉਹ ਬਿਠਾ ਕੇ ਮੈਂ ਲੈ ਗਿਆ ਉਹਨੂੰ ਉੱਥੇ। ਤੇ ਕਹਿੰਦਾ ਚੱਲ ਵੀ ਚੱਲੀਏ, ਛੱਡ ਪਰੇ। ਕਹਿੰਦਾ ਆਪਾਂ ਕੀ ਲੈਣਾ ਸਾਹਿਤਕਾਰਾਂ ਤੋਂ, ਵੀ ਚਲੇ ਆਏ। ਤੇ ਫਾਟਕਾਂ ਤੇ ਆ ਗਏ, ਦਰਾਹੇ ਦੇ ਕੋਲ ਫਾਟਕ ਨੇ, ਦਰਾਹੇ ਸ਼ਹਿਰ ਤੋਂ ਪਹਿਲਾਂ ਹੀ ਰਾਮਪੁਰ ਤੇ ਦਰਾਹੇ ਦੇ ਵਿੱਚ ਨਲਕਾ, ਉੱਥੇ ਪਾਣੀ ਪੀਤਾ ਨਲਕੇ ਤੋਂ। ਕਹਿੰਦਾ ਚੱਲ ਯਾਰ ਛੱਡ, ਫਨ ਕਰਦੇ ਆ। ਕਹਿੰਦਾ ਭੈਣ ਆਪਾਂ ਚਲੋ ਇੱਧਰ ਨੂੰ ਰੇਲਵੇ ਲਾਈਨ ਨੂੰ ਸਕੂਟਰੀ ਪਾ। ਰੇਲਵੇ ਲਾਈਨ ਨੂੰ ਪਾਤੀ ਸਕੂਟਰੀ। ਕਹਾ ਜੁਲਾਈ ਦਾ ਮਹੀਨਾ, ਸੱਪ ਬਹੁਤ ਨਿਕਲਦੇ ਨੇ। ਤੇ ਅੱਗੇ ਆ ਕੇ ਸੱਪ ਨਿਕਲਿਆ ਪਿਆ ਇੱਕ। ਤੇ ਮੈਨੂੰ ਗੱਲ ਪਤਾ ਕੀ ਕਹਿੰਦਾ ਟ੍ਰੇਨਾਂ ਲੰਘਦੀਆਂ ਜਾਂਦੀਆਂ ਸੀਗੀਆਂ। ਕਹਿੰਦਾ ਜੇ ਬਠਿੰਡੇ ਦਾ ਕੋਈ ਬੰਦਾ ਟ੍ਰੇਨ 'ਚ ਬੈਠਾ ਹੋਊਗਾ, ਬੱਚਿਆਂ ਵਾਲੀ ਗੱਲ ਦੇਖੋ ਕਿ, ਤੇ ਉਹ ਮੈਨੂੰ ਦੇਖੋ ਕਿੱਥੇ ਫਿਰਦਾ ਹੈ। ਤੇ ਅੱਗੇ ਜਾ ਕੇ 4 ਕਿਲੋਮੀਟਰ ਤੇ ਆ ਕੇ ਬੱਟੇ ਆ ਗਏ। ਮੈਂ ਬਈ ਲੈ ਹੁਣ ਕਰ ਫਨ। ਤੇ ਹੁਣ ਸਕੂਟਰੀ ਕਿੱਥੇ ਚੱਲੇ ਉਹ ਮੈਂ ਫੜੀ ਮੂਹਰੇ, ਪਿੱਛੋਂ ਧੱਕਾ ਲਾ ਰਿਹਾ। 6-7 ਕਿਲੋਮੀਟਰ ਨਾ ਪਿੱਛੇ ਮੁੜਨ ਜੋਗੇ ਨਾ ਅੱਗੇ ਜਾਣ ਜੋਗੇ। ਉਹ ਬੱਟੇ ਨਹੀਂ ਹੁੰਦੇ ਰੇਲਵੇ ਲਾਈਨ ਦੇ ਨਾਲ, ਬੱਟੇ ਖਤਮ ਨਾ ਹੋਣ, ਹੌਲੀ 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 ਕਰਦੇ ਚਾਵੇ ਤੱਕ 7 ਕਿਲੋਮੀਟਰ ਤੁਰ ਕੇ ਆ ਗਏ। ਪਸੀਨੋ ਬੁਰੇ ਹਾਲ ਹੋ ਗਏ। ਇਹੋ ਜਿਹੀਆਂ ਹਰਕਤਾਂ ਕਰ ਦਿੰਦਾ ਸੀ। ਬਿਲਕੁਲ, ਟੋਨੀ ਦੇ ਇਹੋ ਜਿਹੇ ਬੜੇ ਕਿੱਸੇ ਆ। ਟੋਨੀ ਦੇ ਉਹ ਜਿਸ ਵੀ ਦੋਸਤ ਕੋਲ ਗਿਆ, ਉਹਦੀਆਂ ਬੜੀਆਂ ਏਦਾਂ ਦੀਆਂ ਖੁੱਲ੍ਹ ਦਿਲੀ ਵਾਲੀਆਂ ਯਾਦਾਂ ਨੇ ਉਹਦੀਆਂ। ਔਰ ਕਿਉਂਕਿ ਸਾਡੇ ਨਾਲ ਜਗਦੀਸ਼ ਜੀ ਬਹੁਤ ਸਾਰੇ ਦੋਸਤ ਜੁੜੇ ਹੋਏ ਨੇ, ਸਾਹਿਬ ਸਿੰਘ ਵੀ, ਸਰੀਨ ਸਾਹਿਬ ਵੀ, ਰੂਪੋਵਾਲੀ ਵੀ ਜੁੜੇ, ਕ੍ਰਿਸ਼ਨ ਦਵੇਸਰ, ਸੰਜੀਵਨ ਹੋਰੀ ਹੈ, ਚਮਕ ਸਾਹਿਬ ਨੇ, ਰੰਧਾਵਾ ਸਾਹਿਬ ਨੇ, ਇਧਰੋਂ ਕਵਿਤਾ ਮੈਡਮ ਵੀ ਨੇ ਜੁੜੇ ਹੋਏ, ਤਰਲੋਚਨ ਲੁਧਿਆਣੇ ਤੋਂ, ਤੇ ਕੁਮਾਰ ਪਵਨਦੀਪ ਅਮਰੀਕਾ ਤੋਂ, ਬੈਲ ਮੈਡਮ ਵੀ ਜੁੜੇ ਹੋਏ ਨੇ, ਸੁਖਮਿੰਦਰ ਜੀ ਵੀ ਜੁੜੇ ਹੋਏ ਨੇ। ਤੇ ਮੈਂ ਚਾਹਾਂਗਾ ਕਿ ਹੁਣ ਕੁਝ ਦੋਸਤ ਹੈ, ਤੁਹਾਡੀਆਂ ਇੰਨੀਆਂ ਸਾਰੀਆਂ ਗੱਲਾਂ ਸੁਣਨ ਦੇ ਬਾਅਦ ਕੋਈ ਸਵਾਲ ਜਾਂ ਕੋਈ ਗੱਲ ਕਰਨੀ ਚਾਹਣ। ਸਾਹਿਬ ਸਿੰਘ ਕੁਝ ਕਹਿਣਾ ਚਾਹੁੰਦਾ। ਸੰਜੀਵਨ ਹੋਰੀ ਵੀ। ਹਾਂਜੀ, ਪਹਿਲਾਂ ਆਪਣਾ ਮਾਈਕ ਔਨ ਕਰ ਲਓ ਸਾਹਿਬ। ਹੋ ਗਿਆ ਜੀ, ਹੋ ਗਿਆ ਜੀ ਹੁਣ ਆਵਾਜ਼। ਜਗਦੀਸ਼ ਜੀ, ਮੈਨੂੰ ਉਹ ਯਾਦ ਤੁਸੀਂ ਤਾਜ਼ਾ ਕਰਵਾਤੀ 1993 ਜਦੋਂ ਰੋਜ਼ੀ ਨੇ ਤੁਹਾਡੇ ਕੋਲ ਹਫ਼ਤਾ ਰੁਕ ਕੇ ਉਹ ਨਾਟਕ ਕੀਤਾ। ਮੈਂ ਆਇਆ ਸੀ ਉਦੋਂ ਸ਼ੋਅ ਦੇਖਣ। ਤੇ ਮੈਂ ਜਦੋਂ ਤੁਹਾਨੂੰ ਉੱਥੇ ਗ੍ਰੀਨ ਰੂਮ ਦੇ ਪਿੱਛੇ ਜਿਸ ਤਰ੍ਹਾਂ ਤੁਸੀਂ ਤਿਆਰੀ ਕਰ ਰਹੇ ਸੀ, ਮੈਨੂੰ ਅੱਜ ਵੀ ਯਾਦ ਹੈ। ਤੁਸੀਂ ਉਹ ਕੁੜੀਆਂ ਜਿਹੜੀਆਂ ਲੇਡੀਜ਼ ਸੀ, ਬਾਰ-ਬਾਰ ਭਾਜੀ ਇਹਨਾਂ ਨੇ ਉਹ ਫੜਿਆ ਹੋਇਆ ਸਪਰੇਅ ਜਿਹੜਾ ਹੁੰਦਾ, ਪਾਣੀ ਸਪਰੇਅ ਕਰੀਦਾ, ਤੇ ਬਾਰ-ਬਾਰ ਨਾ ਉਹਨਾਂ ਦੇ ਇੱਥੇ ਬਾਲਾਂ ਤੇ ਸਪਰੇਅ ਕਰਨ ਕਿ ਤੁਹਾਡੇ ਬਾਲ ਜੇ ਗਿੱਲੇ ਨਾ ਨਜ਼ਰ ਆਏ ਤੇ ਤੁਸੀਂ ਸਟੇਜ ਤੇ ਠੀਕ ਨਜ਼ਰ ਨਹੀਂ ਆਣਾ। ਤੇ ਜਾਂ ਉਹਨਾਂ ਦੇ ਇੱਧਰ ਉਹ ਕਾਲਖ ਜੀ ਜਿਹੜੀ ਲਾਈ ਹੋਈ ਕਿ ਤੁਸੀਂ ਉਸ ਤਰ੍ਹਾਂ ਪੇਂਡੂ ਕਰੈਕਟਰ ਲੱਗਣੇ ਚਾਹੀਦੇ। ਤੇ ਮੈਂ ਬੜਾ ਇੰਪ੍ਰੈਸ ਹੋਇਆ ਇਸ ਗੱਲ ਤੋਂ ਕਿ ਇੰਨੀ ਬਰੀਕੀ ਨਾਲ ਇੱਕ ਡਾਇਰੈਕਟਰ ਆਪਣੇ ਕਲਾਕਾਰਾਂ ਨੂੰ 5 ਮਿੰਟ ਪਹਿਲਾਂ ਵੀ ਸਟੇਜ ਤੇ ਜਾਣ ਤੋਂ ਪਹਿਲਾਂ ਇੰਨੀ ਮਤਲਬ ਤਰਤੀਬ ਨਾਲ ਦੇਖ ਰਿਹਾ। ਤੇ ਖੰਨਾ ਜੀ, ਮੈਂ ਜਗਦੀਸ਼ ਜੀ ਪੁੱਛਣਾ ਇਹ ਚਾਹਨਾ ਵੀ ਜਿੱਦਾਂ ਛੋਟੇ ਕਸਬੇ ਹੁੰਦੇ, ਜਿਹੜੇ ਜਿੱਦਾਂ ਖੰਨਾ ਇੱਕ ਛੋਟਾ ਸ਼ਹਿਰ ਹੈ, ਤੇ ਉਹਨਾਂ ਦੇ ਵਿੱਚ ਜਦੋਂ ਥੀਏਟਰ ਕਰਦੇ ਆ ਤੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ, ਜਿਹੜੀ ਤੁਸੀਂ ਕੁਝ ਦੱਸੀਆਂ ਵੀ ਹੈ ਕਿ ਛੋਟੇ ਸ਼ਹਿਰਾਂ ਦਾ ਇੱਕ ਭਾਈਚਾਰਾ ਵੀ ਹੁੰਦਾ, ਕਈ ਵਾਰੀ ਉਹ ਮਦਦ ਵੀ ਕਰਦਾ ਕਿ ਫਾਈਨੈਂਸ਼ੀਅਲੀ ਇੱਧਰ ਉੱਧਰ ਪੈਸਾ ਇਕੱਠਾ ਹੋ ਜਾਂਦਾ, ਪਰ ਛੋਟੇ ਸ਼ਹਿਰਾਂ ਦੀ ਕੋਈ ਦਿੱਕਤਾਂ ਵੀ ਹੁੰਦੀਆਂ ਕਿ ਲੋਕੀ ਆਪਣੇ ਰੁਜ਼ਗਾਰ ਦੇ ਵਿੱਚ ਲੱਗੇ ਹੋਏ ਹੁੰਦੇ। ਉਹਨਾਂ ਦਿੱਕਤਾਂ ਨੂੰ ਤੁਸੀਂ ਕਿਵੇਂ ਸਰ ਕਰਕੇ ਹੁਣ ਤੱਕ ਲੱਗੇ ਹੋਏ ਹੋ? ਹੁਣ ਵੀ ਜਦੋਂ ਕਦੇ ਯੂਥ ਫੈਸਟੀਵਲ ਵਿੱਚ ਜਾਈਦਾ ਕਿਤੇ ਜੱਜਮੈਂਟ ਤੇ
ਤੁਹਾਡਾ ਜ਼ਰੂਰ ਕੋਈ ਨਾ ਕੋਈ ਨਾਟਕ ਖੰਨੇ ਦੇ ਏਰੀਆ ਵਿੱਚ ਆਇਆ ਹੁੰਦਾ। AS ਕਾਲਜ ਦੇ ਵਿੱਚ ਵੀ ਪਿਛਲੇ ਸਾਲ ਮੈਂ ਗਿਆ ਸੀ, ਤੁਸੀਂ ਉੱਥੇ ਸੀਗੇ। ਸੋ ਉਹ ਕਿਸ ਤਰ੍ਹਾਂ ਤੁਸੀਂ ਉਹਨਾਂ ਤਕਲੀਫਾਂ ਨੂੰ ਕਿਸ ਤਰ੍ਹਾਂ ਨਜਿੱਠਦੇ ਹੋ, ਛੋਟੇ ਕਸਬੇ ਦੀਆਂ ਤਕਲੀਫਾਂ ਨੂੰ? ਹਾਂ ਜੀ, ਜਦ ਪਹਿਲਾਂ ਤਾਂ ਜਦੋਂ 87 ਦੇ ਵਿੱਚ ਸਟਾਰਟ ਕੀਤਾ ਸੀ ਕੰਮ, ਤੇ ਉਦੋਂ ਇਕੱਠੇ ਹੋ ਗਏ ਸੀ 5 ਵਜੇ 4 ਵਜੇ, ਜਿਹੜੇ ਮੁੰਡੇ ਐਕਟਰ ਵੀ ਹੁੰਦੇ ਸੀ ਨਾਲ, ਡੋਰ ਟੂ ਡੋਰ ਜਾਣਾ। ਸੜਕ ਦੇ ਉੱਤੇ ਸਿੰਗਲ ਸੜਕ ਹੁੰਦੀ ਜੀ ਰੋਡ, ਹੁਣ ਤਾਂ ਚਾਰ ਬਣ ਗਈਆਂ ਉਹਦੀਆਂ। ਕੋਈ ਰੇਹੜੀ ਵਾਲਾ ਕੋਈ 2 ਰੁਪਏ ਕਿਸੇ ਤੋਂ, 5 ਰੁਪਏ ਕਿਸੇ ਤੋਂ, 10 ਰੁਪਏ, ਐਂ ਫੰਡ ਇਕੱਠਾ ਕਰਨਾ। ਤੇ ਮੈਂ ਜਦੋਂ 88 'ਚ ਨਾਟਕ ਮੇਲਾ ਕਰਾਇਆ ਸੀ ਰਾਣੀਵਾਲ ਤਲਾਅ ਤੇ, ਅੰਨੇ ਕਾਣੇ ਅਰਬਨਰ ਤੰਦੂਗਰਾ ਤੇ ਇੱਕ ਨਾਟਕ ਹੋਰ ਸੀਗਾ, ਤੇ ਰੋਜ਼ ਦਾ ਹੀ ਕੰਮ ਸੀਗਾ। ਤੇ ਇੱਕ ਪੈਟਰੋਲ ਪੰਪ ਵਾਲਿਆਂ ਨੇ ਸਾਨੂੰ 50 ਰੁਪਏ ਦਿੱਤੇ ਸੀਗੇ, ਬੜਾ ਚਾਅ ਚੜਿਆ। ਤੇ 34-3500 ਰੁਪਏ ਸਾਡੇ ਕੋਲ ਉਦੋਂ ਇਕੱਠਾ ਹੋ ਗਿਆ ਸੀਗਾ। ਤੇ ਸੁਰਿੰਦਰ ਸ਼ਰਮਾ ਜੀ ਦੂਰਦਰਸ਼ਨ ਤੋਂ ਸੀਗੇ, ਬੁਲਾਏ ਸੀਗੇ। ਤੇ ਫਿਰ ਹੌਲੀ ਸਾਡੇ ਵਕੀਲ ਸਾਹਿਬ ਨੇ, ਪਰਮਜੀਤ ਸਿੰਘ ਐਡਵੋਕੇਟ ਪ੍ਰਧਾਨ ਹੈ ਸਾਡੇ, ਤੇ ਉਹਨਾਂ ਦੀ ਬੜੀ ਮਦਦ ਹੁੰਦੀ ਹੈ। ਤੇ ਭਰਾ ਮੇਰਾ ਗੁਰਪ੍ਰੀਤ ਜੁਗਨੂ, ਮੇਰਾ ਬਚਪਨ ਤੋਂ ਮੇਰਾ ਖੇਡਾਂ ਨਾਟਕ ਦੇ ਵਿੱਚ ਵੀ ਐਕਟਿੰਗ ਕਰਦਾ ਰਿਹਾ, ਤੇ ਅੱਜ ਕੱਲ੍ਹ ਹੁਣ ਛੱਡ ਗਿਆ। ਮਹਿਕਮੇ ਨੂੰ ਤਰੱਕੀ ਮਿਲ ਗਈ, ਉਹਨੂੰ BDPO ਬਣ ਗਿਆ, ਤੇ ਉੱਧਰ ਰੁੱਝ ਗਿਆ ਬਹੁਤ ਬੁਰੀ ਤਰ੍ਹਾਂ, ਤੇ ਐਕਟੀਵਿਟੀ ਛੱਡ ਗਿਆ। ਉਹ ਮਦਦ ਕਰ ਦਿੰਦਾ। ਤੇ ਵਿਕਰਮ ਸ਼ਰਮਾ ਮੁੰਡਾ ਸਾਡਾ ਐਕਟਰ ਹੈ ਮੇਰਾ, ਉਹ ਤੇ ਹੁਣ ਵੀ ਕਰਦਾ, ਉਹ ਮਦਦ ਕਰ ਦਿੰਦਾ। ਤੇ ਕੁਛ ਚੀਫ ਗੈਸਟ ਬੁਲਾ ਲਏ, 1-2, ਕਿਸੇ ਨੇ 2000 ਦਿੱਤਾ, ਕਿਸੇ ਨੇ 3000 ਦਿੱਤਾ। ਤੇ ਸਾਡੇ ਬੁੱਧੀਜੀਵੀ ਤਬਕਾ ਹੈਗਾ ਜਿਹੜਾ, ਮਾਸਟਰ ਨੇ, ਕੁਛ ਟੀਚਰ ਨੇ, ਕਿਸ ਤੋਂ 500 ਰੁਪਏ ਲੈਂਦਾ, ਕਿਸੇ 1000 ਲੈਂਦਾ, ਇਸ ਤਰ੍ਹਾਂ ਕਰਕੇ ਤੇ ਚੱਲ ਰਿਹਾ। ਤੇ ਪਰ ਕੰਮ ਬਹੁਤ ਮਹਿੰਗਾ ਹੋ ਗਿਆ। ਜਗਦੀਸ਼ ਜੀ, ਇਹ ਜਿਹੜੀ ਮਦਦ ਹੈ ਤੁਸੀਂ ਉਦੋਂ ਹੀ ਇਸ ਤਰ੍ਹਾਂ ਕਰਦੇ ਸੀ ਕਿ ਹੁਣ ਵੀ ਇਦਾਂ ਕਰਦੇ ਹੋ? ਹੁਣ ਡੋਰ ਟੂ ਡੋਰ ਰੇਹੜੀਆਂ ਰੂੜੀਆਂ ਕੋਲ ਤਾਂ ਨਹੀਂ ਚਾਹੀਦਾ, ਪਰ ਸਾਡੇ ਪ੍ਰੋਫੈਸਰ ਨੇ ਇੱਥੇ, ਕਈ ਟੀਚਰ ਨੇ, ਤੇ ਕੁਛ ਫੈਕਟਰੀਆਂ ਨੇ। ਫੈਕਟਰੀਆਂ ਕੋਲ 4 ਬੰਦੇ ਇਕੱਠੇ ਹੋ ਕੇ ਜਾਂਦੇ ਆ, ਸਾਡੇ ਪਈਆਂ ਨੇ ਮਦਦ ਕਰੋ, ਸਾਡੇ ਕਿਸੇ ਨੇ 1000 ਰੁਪਏ ਦਿੱਤੇ, ਕਿਸੇ 500 ਦਿੱਤਾ। ਤੇ ਕੁਛ ਚੀਫ ਗੈਸਟ ਬਣਾ ਲਏ, ਤੇ ਕੋਈ ਘੱਟ ਗਏ ਆਪਸ ਦੇ ਵਿੱਚ ਵੀ ਅਸੀਂ ਡਿਵਾਈਡ ਕਰ ਲੈਂਦੇ ਹਾਂ। ਕੁਛ ਪੈਸੇ ਘੱਟ ਜਾਣ ਤੇ ਉਹ ਵੀ ਡਿਵਾਈਡ ਕਰ ਲਈਦੇ ਆਪਣੇ ਪੱਲਿਓਂ। ਜਦੋਂ ਪੈਸੇ ਘੱਟ ਜਾਂਦੇ ਉਦੋਂ ਫਿਰ ਆਪ ਚੀਫ ਗੈਸਟ ਬਣ ਜਾਈਦਾ ਵਾ, ਆਪਣੇ ਪੈਸੇ ਪਾ ਲਈਦੇ ਆ। ਫਿਰ ਖਰਚਾ ਘਟਾਉਣ ਦੀ ਬੜੀ ਕੋਸ਼ਿਸ਼। ਪਹਿਲਾਂ ਤੇ ਜਦੋਂ ਅਸੀਂ ਟੀਮ ਇਕੱਠੀ ਕਰਦੇ ਸੀਗੇ, ਨਾਟਕ ਮੇਲਾ ਕਰਾਉਣਾ, ਬਾਹਰੋਂ ਵੀ ਕਰਾਉਣਾ, ਤਾਂ ਰੋਟੀ ਖਾਣੀ ਹੈ ਜਿਹੜੀ, ਤਾਂ ਬਾਹਰ ਢਾਬੇ ਢੁੱਬੇ ਤੋਂ ਖਾਣੇ। ਤੇ ਉਸ ਤੋਂ ਬਾਅਦ ਹੌਲੀ ਹੌਲੀ ਕਰਦੇ ਕਰਦੇ ਅਸੀਂ ਉਹ ਸਾਰਾ ਸਿਸਟਮ ਚੱਕ ਕੇ ਘਰ ਲਿਆਂਦਾ। ਤੇ ਮੇਰੀ ਪਤਨੀ ਤੇ ਰੋਟੀ ਪਾਣੀ ਤਿਆਰ, ਉਹਨਾਂ ਨੇ ਸਾਰੇ ਘਰ ਚਾਹ ਤਿਆਰ ਕਰਨੀ। ਹੁਣ ਵੀ ਜਦੋਂ ਮੈਂ ਕਰਦਾ, ਕਿ ਮੇਰੇ ਕੋਲ ਆਪਣੇ ਆਰਟਿਸਟ ਹੁਣ ਘੱਟ ਗਏ ਕਾਫੀ ਜ਼ਿਆਦਾ, 7-8 ਸਾਲ ਤੋਂ ਐਕਟਰ ਮੇਰੇ ਖੰਨੇ 'ਚ ਆ ਨਹੀਂ ਰਹੇ। ਪਰ ਮੈਂ ਸਮਰਾਲੇ ਤੋਂ ਰਾਜਵਿੰਦਰ ਦੀ ਟੀਮ, ਤੇ ਲੁਧਿਆਣੇ ਰਜਿੰਦਰ ਰਾਜਾ ਮੁੰਡਾ ਤੇ ਸ਼ਾਨੂ ਹੈ, ਉਹਨਾਂ ਨੂੰ ਫੋਨ ਕਰੀਦਾ, ਅੱਧ ਬੋਲ ਤੇ ਟੀਮ ਲੈ ਕੇ ਆ ਜਾਂਦੇ ਨੇ। ਫਿਰ ਸਾਰੇ ਘਰ ਦੇ ਵਿੱਚ ਇਕੱਠੇ ਹੋ ਕੇ 7 ਦਿਨ 8 ਦਿਨ ਸਾਰੀ ਟੀਮ ਨੇ ਇਕੱਠੇ ਰਹਿਣਾ, ਰੋਟੀ ਪਾਣੀ ਸਾਰੀ ਘਰੇ ਛਕਣੀ ਹੈ, ਤੇ ਰੈਸਲਾਂ ਕਰਨੀਆਂ। ਤੇ ਦਿੱਕਤਾਂ ਹੈਗੀਆਂ, ਚਲੋ ਚੱਲੀ ਜਾਂਦਾ ਕੰਮ। ਨਹੀਂ, ਇਹ ਬਹੁਤ ਅੱਛੀ ਗੱਲ ਹੈ ਕਿ ਤੁਹਾਡੇ ਲਾਗੇ ਚਾਕੇ ਦੇ ਜਿਹੜੇ ਕਲਾਕਾਰ ਦੋਸਤ ਹੈ ਸਾਥ ਦਿੰਦੇ ਆ। ਤੁਸੀਂ ਸਰੀਨ ਸਾਹਿਬ, ਕੌਣ ਕੋਈ ਕਿਸੇ ਨੇ ਹੱਥ ਖੜਾ ਕੀਤਾ ਸੀ? ਸੰਜੀਵਨ ਜੀ, ਤੁਸੀਂ ਕੁਝ ਕਹਿ ਰਹੇ ਸੀ? ਹਾਂਜੀ ਜਗਦੀਸ਼ ਜੀ। ਹਾਂਜੀ ਪੈਰੀ ਬੰਨਾ ਜੀ। ਹਾਂ ਜੀ, ਉਹਦੇ ਰੋ ਬੜੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਤੀਆਂ। ਹਾਂਜੀ ਹਾਂਜੀ। ਟੋਨੀ ਵੀਰੇ ਦੀਆਂ ਬੜੀਆਂ ਗੱਲਾਂ ਹੋਈਆਂ। ਤੇ ਜਗਦੀਸ਼ ਜੀ, ਮੈਨੂੰ ਯਾਦ ਹੈ ਜਦੋਂ ਤੁਸੀਂ ਫੈਸਟੀਵਲ ਕੀਤਾ, ਮੈਂ ਵੀ 2 ਸਾਲ ਮੈਂ ਵੀ ਆਪਣੇ ਨਾਟਕ ਲੈ ਕੇ ਆਉਂਦਾ ਰਿਹਾ ਤੁਹਾਡੇ, ਔਰ ਬਹੁਤ ਹੀ ਕਾਮਯਾਬ ਉਹ ਫੈਸਟੀਵਲ ਹੁੰਦੇ ਸੀਗੇ। ਪਰ ਜੋ ਜਿਹੇ ਤੁਸੀਂ ਹਾਲਾਤ ਦੱਸੇ ਆ, ਇਹੋ ਜਿਹੇ ਸਾਨੂੰ ਨਹੀਂ ਪਤਾ ਕਿ ਉੱਥੇ ਇਹੋ ਜਿਹੇ ਹਾਲਾਤ ਸੀਗੇ ਵੀ ਤੁਹਾਨੂੰ ਮਦਦ ਨਹੀਂ ਮਿਲਦੀ ਸੀ ਜਾਂ ਕਿੱਦਾਂ ਸੀ, ਪਰ ਫਿਰ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਸੀ। ਹਾਂਜੀ ਹਾਂ। ਤੇ ਤੁਸੀਂ ਨਾਟਕ ਲੈ ਕੇ ਆਏ ਸੀਗੇ, ਹਿੰਦੀ ਨਾਟਕ ਸੀ, ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ। ਉਹਨਾਂ ਨੇ ਮੇਰੀ ਸਵਾ ਸਿਰ ਗੇਹੂੰ ਕੀਤਾ, ਫਿਰ ਰਿਸ਼ਤਿਆਂ ਦਾ ਟੋਭਾ ਟੇਕ ਸਿੰਘ ਵੀ ਕੀਤਾ। ਹਾਂਜੀ 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 ਹਾਂਜੀ, ਇਸ ਤਰ੍ਹਾਂ ਸੀਗਾ। ਚੰਪਕ ਸਾਹਿਬ, ਤੁਸੀਂ ਕੁਝ? ਇੱਕ ਮਿੰਟ ਜੀ, ਇੱਕ ਸਵਾਲ ਹੈ ਨਾ ਵੀ ਜਗਦੀਸ਼ ਜੀ, ਮੈਨੂੰ ਅਜੇ ਤੱਕ ਇਹ ਨਹੀਂ, ਅਸੀਂ ਕਦੇ ਸਾਂਝ ਨਹੀਂ ਪਈ ਕਿ ਨਾਟਕ ਦੇ ਇਲਾਵਾ ਮਤਲਬ ਇਹਨਾਂ ਦਾ ਰੋਟੀ ਰੋਜ਼ੀ ਦਾ ਜਿਹੜਾ ਕੰਮ ਸੀ ਉਹ ਕਿਵੇਂ ਸੀਗਾ? ਉਹ ਕਿੱਥੋਂ, ਮਤਲਬ ਕੋਈ ਕੰਮ ਕਰਦੇ ਸੀ, ਨੌਕਰੀ ਕਰਦੇ, ਬਿਜ਼ਨਸ ਕਰਦੇ ਸੀ? ਮੈਨੂੰ ਅੱਜ ਤੱਕ ਨਹੀਂ ਪਤਾ ਇਹਦਾ। ਬੜਾ ਤੁਸੀਂ ਵਧੀਆ ਸਵਾਲ ਪੁੱਛਿਆ ਹੈ। 1982 ਦੇ ਵਿੱਚ ਨਾ ਮੈਂ ਥੀਏਟਰ ਸ਼ੁਰੂ ਕੀਤਾ, ਉਹ ਤਾਂ ਪਤਾ ਨਹੀਂ ਸੀਗਾ। ਤੇ ਮੇਰੇ ਫਾਦਰ ਸਾਹਿਬ ਬੜੇ ਸਿਗੜੀ ਤੇ ਇਮਾਨਦਾਰ, ਮੈਂ ਆਪਣੀ ਜ਼ਿੰਦਗੀ 'ਚ ਬੰਦਾ ਉਸ ਤੋਂ ਇਮਾਨਦਾਰ ਬੰਦਾ ਨਹੀਂ ਦੇਖਿਆ। ਹਰੇਕ ਦੇ ਮਾਪੇ ਹਰੇਕ ਨੂੰ ਪਸੰਦ ਆਉਂਦੇ ਆ। ਤੇ ਮੇਰਾ ਫਾਦਰ ਸਾਹਿਬ ਬਿਲਕੁਲ ਅਨਪੜ੍ਹ ਸੀਗੇ,
ਤੇ ਦੱਸਦੇ ਨੇ ਕਹਿੰਦੇ ਵੀ ਉਹਨਾਂ ਨੂੰ ਕਿਤੇ ਕਰਿਆਨੇ ਦੀ ਦੁਕਾਨ ਤੇ ਛੋਟਾ ਮੁੰਡਾ ਨਹੀਂ ਹੁੰਦਾ ਸੌਦੇ ਫੜਨ ਵਾਸਤੇ, ਉਹ ਲਾਤਾ, ਲੱਗ ਗਏ ਉੱਥੇ। ਤੇ ਉਹ ਬੰਦੇ ਵਧੀਆ ਸੀਗੇ। ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਗਿਣਤੀ ਸਿਖਾਤੀ, ਗੁਰਮੁਖੀ ਸਿਖਾਤੀ। ਤੇ ਉਹਨਾਂ ਦੇ ਰਿਸ਼ਤੇਦਾਰ ਸੀਗੇ ਕੋਈ ਬਹੁਤ ਵੱਡੀ, ਸਾਡੀ ਬੜੀ ਮਸ਼ਹੂਰ ਫੈਕਟਰੀ ਹੈ ਸਾਬਣ ਦੀ, ਖਾਲਸਾ ਬ੍ਰਦਰ ਸੋਪ ਫੈਕਟਰੀ, ਸਾਬਣ ਦੀ ਫੈਕਟਰੀ ਸੀ, ਬੜੇ ਮਿਆਂ ਦੀ ਖਾਲ ਦੀ, ਬਹੁਤ ਵੱਡਾ ਕੰਮ ਸੀਗਾ। ਤੇ ਅਨਪੜ੍ਹ ਹੋਣ ਦੇ ਬਾਵਜੂਦ ਮੇਰੇ ਫਾਦਰ ਸਾਹਿਬ, ਉਹਨਾਂ 4 ਫਰਮਾਂ ਸੀ ਉਹਨਾਂ ਦੀਆਂ, ਅਕਾਊਂਟ ਦਾ ਕੰਮ ਸੰਭਾਲਦੇ ਸੀਗੇ। ਤੇ ਮਤਲਬ ਬਿਲਕੁਲ ਕੋਰੇ ਅਨਪੜ੍ਹ, ਜਮੇ ਕੋਈ ਕਲਾਸ ਸਕੂਲ ਦੇ ਵਿੱਚ ਨਹੀਂ ਸੀਗੇ। ਤੇ 11-12 ਵਜੇ ਤੱਕ ਉਹਨਾਂ ਨੇ ਬੈਠ ਕੇ, ਹੁੰਦਾ ਸੀ ਪਰੰਪਰਾ ਹੁੰਦੀ ਸੀ, ਤਖਤ ਪੋਸ਼ ਤੇ ਬੈਠ ਕੇ ਆਪਣਾ ਮੂਹਰੇ ਬੈਠ ਕੇ ਹਿਸਾਬ ਕਿਤਾਬ ਕਰਦੇ ਹੁੰਦੇ ਸੀਗੇ। ਤੇ ਬਸ 82 ਦੇ ਵਿੱਚ ਉਹਨਾਂ ਨੇ ਮੈਨੂੰ ਸਾਬਣ ਦੀ ਫੈਕਟਰੀ ਖੋਲ ਕੇ ਦਿੱਤੀ। ਮੈਂ ਉਦੋਂ 82 'ਚ ਮੈਂ ਥੀਏਟਰ ਸ਼ੁਰੂ ਕੀਤਾ। ਤੇ ਉਹ ਨਾਲ ਮੇਰਾ ਘਾਹ 'ਚ ਮਚੋਲਾ ਜਿਹਾ ਮੇਰਾ ਹੋ ਗਿਆ, ਨਾ ਮੈਂ ਬਿਜ਼ਨਸ ਚਲਾ ਸਕਿਆ। ਤੇ ਚਲਾਉਂਦਾ ਵੀ ਥੋੜਾ ਚਿਰ, ਸਰਕਾਰ ਨੇ ਬੰਦ ਕਰਤੀਆਂ ਸਰਗਰਮੀਆਂ, 2-3 ਸਾਲ ਵਧੀਆ ਚੱਲਦਾ ਰਿਹਾ। ਤੇ ਪੈਸੇ ਵੀ ਵਧੀਆ ਬਣਨ ਲੱਗੇ ਸੀ ਉਦੋਂ। ਤੇ ਉਹ ਹੌਲੀ ਹੌਲੀ ਕਰਦੇ 97 'ਚ ਆ ਕੇ ਉਹ ਫੈਕਟਰੀ ਦਮ ਤੋੜ ਗਈ, ਫੇਲ ਹੋ ਗਈ, ਘਾਟਾ ਪੈ ਗਿਆ ਬਹੁਤ ਬੁਰੀ ਤਰ੍ਹਾਂ। ਤੇ ਬੁਰਾ ਲੱਗਿਆ। ਤੇ ਜਦੋਂ ਟੋਨੀ ਉਹਨਾਂ ਨੇ ਆਉਣਾ ਮੇਰੇ ਕੋਲ, 7-7, 10-10 ਬੰਦੇ ਮੇਰੇ ਲੋਕ, ਸਾਰਿਆਂ ਨੂੰ ਬੁਲਾ ਲੈਂਦਾ ਸੀ, ਫਲਾਣੇ ਨੂੰ ਬੁਲਾਓ, ਢਿਮਕੇ ਨੂੰ ਬੁਲਾਓ। ਤੇ ਪੈਗ ਪੀਣ ਦਾ ਬੜਾ ਸ਼ੌਕੀਨ ਸੀ ਉਹ, ਮੈਂ ਵੀ ਜਗ੍ਹਾ ਪੀ ਲੈਂਦੇ ਕਿਤੇ। ਤੇ ਉਹਦਾ ਖਰਚਾ ਸਾਰਾ ਹੋਣਾ ਸੀ ਮੇਰੇ ਵੱਲੋਂ ਹੋਣਾ। ਤੇ ਉਹ ਕਰਦੇ ਫੈਕਟਰੀ ਸਾਡੀ ਡੁੱਬ ਗਈ ਉਹ। ਤੇ ਫਿਰ ਮੈਂ ਟਰੋਫੀਆਂ ਦਾ ਵੀ ਧੰਦਾ ਕਲੱਬ ਵਿੱਚ ਲਿਆਉਣੀਆਂ ਆਪਣੇ, ਉੱਥੇ ਮੇਰੇ ਦੋਸਤ ਬਣ ਗਏ ਜਲੰਧਰ। ਤੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ, ਮੇਰਾ ਕੰਮ ਖਤਮ ਹੋ ਗਿਆ, ਵਿਹਲਾ ਹੋ ਗਿਆ ਮੈਂ। ਤੇ ਉਹਨਾਂ ਨੇ ਫਿਰ ਮੈਨੂੰ ਟਰੋਫੀਆਂ ਦਾ ਕੰਮ ਸਿਖਾਇਆ, ਤੇ ਉਹ ਲਗਾਤਾਰ ਮੈਂ ਕਰਦਾ ਰਿਹਾ। ਤੇ ਜਗਦੀਸ਼ ਜੀ, ਹੁਣ ਵੀ ਤੁਸੀਂ ਕੋਈ ਬਿਜ਼ਨਸ ਕਰਦੇ ਹੋ? ਉਹ ਪਹਿਲਾਂ ਤੇ ਸਾਬਣ ਵਾਲਾ ਜਿਹੜਾ, ਉਹ ਤੇ ਟੋਨੀ ਪੀ ਗਿਆ ਸਾਰਾ। ਨਹੀਂ, ਟੋਨੀ ਨਹੀਂ ਪੀਤਾ, ਸਾਰਿਆਂ ਨੂੰ ਮਿਲ ਕੇ ਹੀ ਪੀਤਾ। ਤੇ ਹੁਣ ਮੈਂ ਟਰੋਫੀਆਂ ਦਾ, ਮੈਂ ਮਤਲਬ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਇਹ ਕੰਮ ਕਰਦਾ ਰਿਹਾ। ਤੇ ਹੁਣ ਲਾਕਡਾਊਨ 'ਚ 5-6 ਮਹੀਨੇ ਤੋਂ ਬੰਦ। ਜਗਦੀਸ਼ ਜੀ, ਤੁਹਾਡੇ ਕੋਲ 1-2 ਮਿੱਤਰ ਹੋਰ ਵੀ ਸਵਾਲ ਪੁੱਛਣਾ ਚਾਹ ਰਹੇ। ਚਮਕ ਸਾਹਿਬ, ਤੁਸੀਂ ਪਹਿਲੇ ਪੁੱਛਿਓ ਜ਼ਰਾ। ਮੈਂ ਸਵਾਲ ਤੇ ਨਹੀਂ, ਮੈਂ ਨਤਮਸਤਕ ਹਾਂ ਜਗਦੀਸ਼ ਜੀ। ਸੱਚ ਪੁੱਛੋ, ਮੇਰੀਆਂ ਅੱਖਾਂ ਭਰੀਆਂ ਨੇ ਤੁਹਾਡੀ ਪੂਰੀ ਦੀ ਪੂਰੀ ਜਰਨੀ ਸੁਣ ਕੇ। ਔਰ ਕੇਵਲ ਜੀ, ਸੱਚੀ ਕਲਾਤਮਕ ਦੁਨੀਆ ਹਮੇਸ਼ਾ ਹੀ ਕਿਉਂ ਇੰਜ ਰਹੀ ਹੈ ਕਿ ਅਸੀਂ ਕਿਸੇ ਦੇ ਰਹਿਮੋ ਕਰਮ ਜ਼ਰੇ, ਮੈਨੂੰ ਹਾਲੇ ਵੀ ਇਹ ਗੱਲ ਮੇਰੇ ਦਿਲ 'ਚ ਟੁੰਬਦੀ ਨਹੀਂ, ਵੜਦੀ ਨਹੀਂ ਕਿ ਸਮਾਜ ਸਾਡਾ ਇੰਨਾ ਬੁੱਧੀਜੀਵੀਆਂ ਦਾ ਭਰਿਆ ਹੋਵੇ ਤੇ ਅਸੀਂ ਇੰਨੀਆਂ ਤਰਾਸਦੀਆਂ 'ਚੋਂ ਨਿਕਲ ਕੇ ਫਿਰ ਸਮਾਜ ਵਾਸਤੇ ਹੀ ਕਰਨ ਵਾਸਤੇ ਹਲੂਣਾ ਦਿੰਦੇ ਹੋਈਏ। ਤੇ ਸਾਡੀ, ਪਰ ਹੈਟਸ ਆਫ ਟੂ ਯੂ ਟੋਨੀ ਬਾਤਿਸ਼ ਜੀ ਦੀਆਂ ਜਿਹੜੀਆਂ ਤੁਸੀਂ ਗੱਲਾਂ ਕੀਤੀਆਂ ਨੇ, ਉਹਨਾਂ ਦੇ ਮੂੰਹ ਦੇ ਵਿੱਚ ਬੀੜੀ ਤੇ ਚਲਦਾ ਹੋਇਆ ਦਿਮਾਗ, ਤੁਰੇ ਜਾਂਦੇ ਨਾਟਕ ਉਹ ਬਣਾ ਜਾਂਦੇ ਸਨ। ਮੈਨੂੰ ਇੱਕ ਵਾਰ ਮੌਕਾ ਮਿਲਿਆ ਉਹਨਾਂ ਦੇ ਨਾਲ ਬਹੁਤ ਸਾਲ ਪਹਿਲਾਂ। ਪਰ ਖੰਨੇ ਦੇ ਵਿੱਚ ਮੈਂ ਤੁਹਾਨੂੰ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਕੋਈ ਪਲਾਨ ਕਰੋ। ਮੇਰੇ ਵੱਡੇ ਭਾਈ ਉੱਥੇ ਦੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਤੁਹਾਡੇ ਲਈ ਖੰਨੇ ਵਿੱਚ ਕੋਈ ਇਹੋ ਜਿਹਾ ਸੈਂਟਰਲ ਪਲੇਸ ਬਣਾ ਦੇਣ ਜਿੱਥੇ ਤੁਸੀਂ ਸਾਰੇ ਰਲ ਕੇ ਇਸ ਰੰਗਮੰਚ ਨੂੰ ਉਂਝ ਹੀ ਜੀ ਸਕੋ ਜਿਵੇਂ ਤੁਸੀਂ ਜੀ ਰਹੇ ਹੋ। ਸ਼ੁਕਰੀਆ ਭਾਜੀ। ਅਰਵਿੰਦਰ ਚਮਕ ਹੋਰੀ ਸਾਡੇ ਨਾਲ ਜੁੜੇ ਹੋਏ ਨੇ। ਇਹ ਸਾਡੇ ਕੋਲ ਜਿਹੜੀ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਹੈ, ਉਹਦੇ ਇਸ ਵੇਲੇ ਜਨਰਲ ਸੈਕਟਰੀ ਨੇ ਅੰਮ੍ਰਿਤਸਰ ਦੇ ਵਿੱਚ। ਪਰ ਇਹ ਬਹੁਤ ਕਲਾ ਨੂੰ ਪਰਨਾਏ ਹੋਏ ਲੋਕ ਨੇ। ਇਹ ਬਹੁਤ ਸੋਹਣੀ ਇਹ ਸੂਫੀ ਗਾਇਕੀ, ਸੂਫੀ ਵੀ ਨੇ, ਉਸ ਅੰਦਾਜ਼ ਦੇ ਵਿੱਚ ਅਦਾਕਾਰ ਵੀ ਨੇ, ਇਹ ਪੇਂਟਿੰਗ ਵੀ ਕਰਦੇ ਨੇ, ਔਰ ਇਹਨਾਂ ਨੇ ਡਾਕਟਰੇਟ ਕੀਤੀ ਹੋਈ ਹੈ ਇਸੇ ਹੀ ਕਲਾ ਦੇ ਖੇਤਰ ਦੇ ਵਿੱਚ। ਸੋ ਇਹਨਾਂ ਦਾ ਆਪਣਾ ਬਹੁਤ ਅੱਛਾ ਬਿਜ਼ਨਸ ਵੀ ਹੈ, ਸੋਹਣਾ ਪਰਿਵਾਰ ਹੈ, ਔਰ ਬੜੇ ਮਿਲਨਸਾਰ, ਬਹੁਤ ਹੀ ਪਿਆਰੇ ਮਿੱਤਰ ਨੇ। ਸੋ ਕਦੀ ਇਸ ਤਰ੍ਹਾਂ ਲੋੜ ਪਵੇ ਖੰਨੇ ਦੇ ਵਿੱਚ ਤੇ ਚਮਕ ਸਾਹਿਬ ਨੂੰ ਜ਼ਰੂਰ ਯਾਦ ਕਰਿਓ, ਜ਼ਰੂਰ ਮਦਦ ਕਰਨਗੇ ਉਧਰਲੇ ਪਾਸੇ। ਸੋ ਕੋਈ ਹੋਰ ਦੋਸਤ ਕੋਈ, ਤਾਂ ਕਿ ਹੁਣ ਕਿਉਂ ਨਾ ਸਾਡੇ ਕੋਲ ਟਾਈਮ ਜ਼ਿਆਦਾ ਹੋ ਗਿਆ, ਫਿਰ ਆਪਾਂ ਕਿਸੇ ਨੇ ਕੋਈ ਗੱਲ ਕਰਨੀ। ਜਗਦੀਸ਼ ਜੀ ਇੱਕ ਮੈਂ ਪੁੱਛਣਾ ਚਾਹੁੰਦਾ ਸੀ ਕਿ ਜਿਹੜਾ ਸੁਰਖਾਬ ਪਬਲਿਕ ਸਕੂਲ ਹੈ, ਕਿਸੇ ਵੇਲੇ ਬਹੁਤ ਜ਼ਿਆਦਾ ਸਰਗਰਮੀਆਂ ਤੁਸੀਂ ਉੱਥੇ ਕਰਦੇ ਹੁੰਦੇ ਸੀ, ਜੋ ਲਿਟ ਸਾਹਿਬ ਹੁੰਦੇ ਸੀ। ਹੁਣ ਵੀ ਉਹ ਸਕੂਲ ਤੁਹਾਨੂੰ ਕਿਤੇ ਕੋਈ ਕੋਆਪਰੇਟ ਕਰਦਾ? ਕੋਈ ਸਕੂਲ ਦੇ ਵਿੱਚ ਕੋਈ ਕਰਦੇ ਹੋ ਐਕਟੀਵਿਟੀਜ਼ ਉੱਥੇ, ਸੁਰਖਾਬ ਪਬਲਿਕ ਸਕੂਲ? ਲਿਟ ਸਾਹਿਬ ਦੇ ਬੇਟੇ ਦੀ ਡੈਥ ਪਹਿਲਾਂ ਹੀ ਹੋ ਗਈ ਸੀਗੀ, ਤੇ ਲਿਟ ਸਾਹਿਬ ਦੀ ਡੈਥ ਹੋ ਗਈ, ਤੇ ਹੁਣ ਉਹ ਸਕੂਲ ਬੰਦ ਹੈ। ਪਰ ਮੇਰਾ ਸੈੱਟ ਹੈ ਜਿਹੜਾ ਨਾਟਕ ਦਾ ਸੈੱਟ, ਮੇਰੇ ਕੋਲ ਜਿਹੜੇ ਯੂਥ ਫੈਸਟੀਵਲਾਂ 'ਤੇ ਇਕੱਠੇ ਹੁੰਦੇ ਨੇ, ਕਾਫੀ ਸੈੱਟ ਬਣ ਜਾਂਦੇ ਨੇ, ਵਾਧੂ ਹੋ ਜਾਂਦੇ ਨੇ।
ਉਹ ਸਰਕਾਰੀ ਸਕੂਲ ਦੇ ਵਿੱਚ ਹੀ ਪਿਆ ਹੁਣ, ਜਦੋਂ ਲੋੜ ਪੈਂਦੀ ਹੈ ਕੱਢ ਲਈਦਾ, ਉਹ ਸਕੂਲ ਬੰਦ ਹੋ ਗਿਆ। ਸੋ ਕਿਉਂਕਿ ਖੰਨੇ ਦੀਆਂ ਸਰਗਰਮੀਆਂ ਦਾ ਮੈਂ ਵੀ ਜਿਹੜੇ ਕਿ ਖੰਨੇ ਦੇ ਵਿੱਚ ਕੰਮ ਹੋਏ, ਮੈਂ ਚਾਹੁੰਦਾ ਸੀ ਜਗਦੀਸ਼ ਹੋਰਾਂ ਦੇ ਮੂੰਹੋਂ ਸੁਣੀਏ ਸਾਰੀਆਂ ਗੱਲਾਂ। ਆਪਾਂ ਮਿਲਦੇ ਰਹੇ ਉੱਥੇ ਸਰਕਾਰੀ ਸਕੂਲ ਦੇ ਭਾਈ। ਬਿਲਕੁਲ ਬਿਲਕੁਲ ਸਰਕਾਰ, ਕਿਉਂਕਿ ਮੇਰੀ ਲਿਟ ਹੋਰਾਂ ਦੇ ਨਾਲ ਬੜੀ ਦੋਸਤੀ, ਬੜੀ ਮਿੱਤਰਤਾ ਰਹੀ ਹੈ। ਉਹਨਾਂ ਦਾ ਬੇਟਾ, ਕਿਉਂਕਿ ਹਾੜੀਆਂ ਸੌਣੀਆਂ ਜਦੋਂ ਮੈਂ ਕਰਵਾਇਆ ਤੇ ਜਦੋਂ ਉਹਦੀ ਡੈਥ ਵੀ ਹੋਈ ਰੋਬਨ ਦੀ, ਤੇ ਯਾਨੀ ਕਿ ਬਹੁਤ ਦੁਖਦਾਈ ਸਮਾਂ ਸੀ ਉਹ, ਕਿ ਉਹ ਉਸ ਵੇਲੇ ਮੈਂ ਉੱਥੇ ਗਿਆ ਵੀ ਸੀਗਾ। ਔਰ ਲਿਟ ਸਾਹਿਬ ਨੇ ਜਿਹੜਾ ਅਵਾਰਡ ਵੀ ਉਹਦੀ ਯਾਦ 'ਚ ਸ਼ੁਰੂ ਕੀਤਾ, ਰਵਨੀਤ ਲਿਟ ਯਾਦਗਾਰੀ ਅਵਾਰਡ, ਉਹ ਸਭ ਤੋਂ ਪਹਿਲਾ ਅਵਾਰਡ ਵੀ ਉਹਨਾਂ ਨੇ ਮੈਨੂੰ ਦਿੱਤਾ ਸੀਗਾ। ਤੁਹਾਨੂੰ ਮੈਨੂੰ ਵੀ ਦਿੱਤਾ ਸੀ ਉਹਨਾਂ ਦਾ ਸਕੂਲ, ਉਹਨਾਂ ਨੇ ਫਿਰ ਬਾਅਦ ਦੇ ਵਿੱਚ ਨਾ ਉਹ ਸਕੂਲ ਕਿੱਥੇ ਲੱਗੇ ਸੀ, ਸੈਰੇਮਨੀ ਹੋਈ ਸੀ। ਹਾਂ, ਤੇ ਤੁਹਾਡਾ ਖੰਨੇ ਹੀ ਹੋਇਆ ਸੀਗਾ ਜੀ। ਫਿਰ ਮੈਂ ਇਹ ਸਕੂਲ ਆਪਣਾ ਨੇ ਭਾਗਸੋਂ ਲੱਗੇ ਸੀਗੇ ਅਮਲੋਹ ਕੋਲ। ਅੱਛਾ ਅੱਛਾ। ਉੱਥੇ ਵੀ ਕਾਲਜ ਖੋਲਿਆ ਪਹਿਲਾਂ, ਤਾਂ ਫਿਰ ਸਕੂਲ ਖੋਲਿਆ। ਉਹਨਾਂ ਦੇ ਦਮਾਦ ਨੇ ਜਿਹੜੇ ਬੇਟੀ ਆ ਉਹ ਉੱਥੇ ਰਹਿੰਦੇ ਨੇ, ਤੇ ਉੱਥੇ ਵੀ ਮੈਂ ਬੱਚਿਆਂ ਨੂੰ ਬਹੁਤ ਨਾਟਕ ਤਿਆਰ ਕਰਾ ਕੇ ਜਾਂਦੇ ਰਿਹਾ, ਤੇ ਉੱਥੇ ਮੈਨੂੰ ਉਹਨਾਂ ਨੇ ਰਵਨੀਤ ਲਿਟ ਯਾਦਗਾਰੀ ਪੁਰਸਕਾਰ ਦਿੱਤਾ ਸੀਗਾ। ਬਿਲਕੁਲ ਬਿਲਕੁਲ। ਔਰ ਉਹ ਜਿਹੜਾ ਕਿ ਮੈਨੂੰ ਤਾਂ 2 ਸਾਲ ਪਹਿਲੇ ਯਾਨੀ ਕਾਲਜ ਦੇ ਵਿੱਚ ਗਏ ਸੀ, ਤੇ ਉੱਥੇ ਆਏ ਸੀ ਨਾਟਕ ਦੇਖਣ ਵੀ ਮੇਰਾ, ਤੇ ਡੈਥ ਤੋਂ ਕੋਈ ਸਮਾਂ ਪਹਿਲੇ ਹੀ ਉਦੋਂ ਦੀ ਗੱਲ ਹੈ। ਸੋ ਬਹੁਤ ਸ਼ੁਕਰੀਆ ਜਗਦੀਸ਼ ਜੀ, ਬਹੁਤ ਸੋਹਣੀਆਂ ਗੱਲਾਂ, ਬੜੀ ਤੁਹਾਡੀ ਸੰਘਰਸ਼ ਯਾਤਰਾ ਜਿਹੜੀ ਹੈ, ਬਹੁਤ ਸਾਰੇ ਦੋਸਤਾਂ ਨੇ ਪਹਿਲੀ ਵਾਰੀ ਸੁਣੀ। ਹੀਰਾ ਰੰਧਾਵਾ ਕੁਝ ਕਹਿਣਾ ਚਾਹੁੰਦਾ ਜੀ। ਜਗਦੀਸ਼ ਜੀ, ਪੰਜਾਬੀ ਰੰਗਮੰਚ ਦੇ ਵਿੱਚ ਅਕਸਰ ਜਦੋਂ ਗੱਲ ਹੁੰਦੀ ਹੈ ਖੰਨੇ ਦੀ, ਤੇ ਜਗਦੀਸ਼ ਇਪਟਾ ਦੇ ਨਾਂ ਨਾਲ ਜਾਣਿਆ ਜਾਂਦਾ ਹਮੇਸ਼ਾ ਹੀ। ਹਾਂਜੀ ਹਾਂਜੀ। ਸੋ ਤੁਸੀਂ ਬਾਲ ਨਾਟਕਾਂ ਤੇ ਬੜਾ ਕੰਮ ਕੀਤਾ, ਔਰ ਰੱਬਾ ਰੱਬਾ ਮੀਂਹ ਵਰਸਾ ਤੇ ਖੇਡਾਂ ਇਹ ਹਾਸਲ ਮੁਕਾਮ ਨੇ ਪੰਜਾਬੀ ਰੰਗਮੰਚ ਦੇ। ਤੁਸੀਂ ਹੁਣ ਵੀ ਬਾਲ ਰੰਗਮੰਚ ਤੇ ਕਿਸ ਤਰ੍ਹਾਂ ਕੰਮ ਕਰ ਰਹੇ? ਰੱਬਾ ਰੱਬਾ ਮੀਂਹ ਵਰਸਾ ਨਹੀਂ ਮੇਰਾ ਨਾਟਕ ਹੈਗਾ, ਇਹ ਸ਼ਾਇਦ ਪ੍ਰਿੰਸ ਦਾ। ਉਹ ਪ੍ਰਿੰਸ ਦਾ, ਉਹ ਸ਼ਾਇਦ ਤੁਸੀਂ ਆ ਖੇਡਿਆ ਸੀਗਾ ਨਾ? ਇਹ ਨਹੀਂ, ਉਹਦਾ ਬਹੁਤ ਸਾਰੇ ਬੱਚਿਆਂ ਦੇ ਟੋਲਿਆਂ ਨਾਲ ਉਹ ਨਾਟਕ ਹੋਇਆ ਵਾ, ਇਸ ਕਰਕੇ ਉਹ ਬੜਾ ਪ੍ਰਸਿੱਧ ਹੈ। ਪ੍ਰਿੰਸ ਜੇ ਅਸੀਂ ਤੁਹਾਡੇ ਨਾਲ ਸਮਝਦੇ ਰਹੇ ਹਾਂ। ਜਿਹੜੇ ਪ੍ਰਿੰਸ ਜੇ ਹੈ ਨਾ, ਹਾਂ ਹਾਂ, ਉਹ ਟੋਨੀ ਵਾਤਿਸ਼ ਨੇ ਜਦੋਂ ਲੜਾਈ ਨਾਟਕ ਦੇ ਨਾਮ ਤੇ ਨਾਟਕ ਖੇਡਿਆ ਸੀ ਨਾ, 250-300 ਸ਼ੋਅ ਕੀਤੇ ਸੀ, ਉਹ ਪ੍ਰਿੰਸ ਜੇ ਸਿੰਘ ਵਿੱਚ ਉਹਦੇ ਮੋਹਣੀ ਦਾ ਕਰੈਕਟਰ ਕਰਨਾ ਸੀ, ਉਹਨੂੰ ਵੀ ਪੁਲਿਸ ਵਾਲਿਆਂ ਨੇ ਫੜਿਆ ਸੀਗਾ। ਬਿਲਕੁਲ ਬਿਲਕੁਲ। ਸ਼ਾਇਦ ਆ ਤੁਹਾਨੂੰ ਭੁਲੇਖਾ ਲੱਗਿਆ ਹੋਵੇ, ਤੇ ਹੋ ਸਕਦਾ ਮੇਰੇ ਕਿਤੇ ਹਾਂਜੀ ਹਾਂਜੀ। ਅੱਜ ਕੱਲ ਕਿੰਨਾ ਕੁ ਰੰਗ ਤੁਸੀਂ ਬੱਚਿਆਂ ਵਾਸਤੇ ਜਿਹੜਾ ਥੀਏਟਰ ਉਹ ਕਿਸ ਤਰ੍ਹਾਂ ਅੱਜ ਕੱਲ ਵੀ ਕਰ ਰਹੇ ਜਾਂ ਕਿਸ ਤਰ੍ਹਾਂ ਚੱਲ ਰਿਹਾ ਤੁਹਾਡਾ? ਬੱਚਿਆਂ ਦਾ ਨਹੀਂ ਹੁਣ ਹੋ ਰਿਹਾ ਨਾਟਕ, ਪਰ ਮੈਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਤਿਆਰ ਜ਼ਰੂਰ ਕਰਾ ਦਿੰਦਾ, ਪਰ ਮੈਂ ਉਸ ਤੋਂ ਬਾਅਦ ਨਾਟਕ ਬੱਚਿਆਂ ਵਾਲਾ ਨਹੀਂ ਲਿਖਿਆ ਹੈਗਾ। ਇੱਕ ਮੈਂ ਆਪਾਂ ਯਾਦ ਸਾਂਝੀ ਕਰੀਏ, ਤੇ ਪੰਜਾਬੀ ਭਵਨ ਦੇ ਵਿੱਚ ਸਾਹਿਤ ਅਕਾਡਮੀ ਵਾਲਿਆਂ ਨੇ ਇੱਕ ਵਾਰ ਫੰਕਸ਼ਨ ਕੀਤਾ ਸੀਗਾ, ਤੇ ਤੁਸੀਂ ਨਾਟਕ ਲੈ ਕੇ ਆਏ ਸੀ ਸ਼ਾਇਦ ਕੁਦੇਸਣ, ਤੇ ਮੈਂ ਰਿਸ਼ਤਿਆਂ ਦੇ ਕੀ ਰੱਖੀਏ ਨਾ, ਆਪਾਂ ਦੋਨਾਂ ਦਾ ਸ਼ੋਅ ਹੋਇਆ ਸੀ। ਤੁਸੀਂ ਜਦ ਇੱਥੇ ਲੁਧਿਆਣੇ ਰਹਿੰਦੇ ਸੀ ਸ਼ਾਇਦ, ਤੁਹਾਨੂੰ ਯਾਦ ਹੈ? ਹੀਰਾ ਹੋਰਾਂ ਨੇ ਸ਼ਾਇਦ। ਹਾਂ ਹਾਂ, ਆਪਾਂ ਦੋਨਾਂ ਡਾਕਟਰ ਸੁਰਜੀਤ ਉਹਨਾਂ ਨੇ ਕਰਾਇਆ ਸੀਗਾ। ਤੇ ਕੇਵਲ ਜੀ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਵੀ ਮੇਰੇ ਨਾ 2 ਕਿਤਾਬਾਂ ਤਾਂ ਮੇਰੀ ਛਪ ਚੁੱਕੀਆਂ ਨੇ ਜੀ ਜੀ, ਤੇ 6 ਨਾਟਕ ਮੇਰੇ ਫੁੱਲ ਲੈਂਥ ਹੋਰ ਪਏ ਨੇ, ਤੇ ਲਾਕਡਾਊਨ ਦੇ ਵਿੱਚ ਵੀ ਮੈਂ ਇੱਕ ਨਾਟਕ ਲਿਖਿਆ ਤਾਲਾਬੰਦੀ, ਉਹ ਹੁਣ ਦੇ ਨਾਲ ਸੰਬੰਧਿਤ ਹੈ ਨਾਟਕ। ਉਹ ਮੈਂ ਸ਼ਰੀਨ ਸਾਹਿਬ ਨੂੰ ਵੀ ਭੇਜਿਆ ਪੜ੍ਹਨ ਵਾਸਤੇ, ਤੇ ਦੁਬਾਰਾ ਉਹ ਮੈਂ ਹੁਣ ਉਹਨੇ 2-4 ਬੰਦੇ ਰਹਿ ਲੈ ਕੇ ਰੀਰਾਈਟ ਕਰੂੰਗਾ ਦੁਬਾਰਾ। ਤੇ ਇਸ ਤੋਂ ਬਾਅਦ ਉਹਦਾ ਵੀ ਮੈਂ ਸ਼ੋਅ ਕਰੂੰਗਾ। ਬਲਵਿੰਦਰ ਗਰੇਵਾਲ ਦੀ ਕਹਾਣੀ ਹੈ ਇੱਕ ਡਬੋਲੀਆ, ਬੜੀ ਚਰਚਿਤ ਹੋਈ ਸੀ, ਬਹੁਤ ਅੱਛੀ, ਬਹੁਤ ਵਧੀਆ ਕਹਾਣੀ, ਬਹੁਤ ਵਧੀਆ। ਉਹਦਾ ਵੀ ਮੈਂ ਨਾਟਕ ਲਿਖਿਆ ਡਬੋਲੀਏ ਦੇ ਨਾਂ ਤੇ, ਤੇ ਉਹਦਾ ਸ਼ੋਅ ਇੱਕ ਮੈਂ ਬੂਥਗੜ੍ਹ ਪਿੰਡ ਉਹਨਾਂ ਦੇ ਕਰਵਾਇਆ ਸੀ। ਉਹ ਇੱਕ ਸ਼ੋਅ ਤਾਂ ਕਰ ਚੁੱਕੇ ਹਾਂ, ਤੇ ਬੜਾ ਰਿਸਪੌਂਸ ਮਿਲਿਆ ਸੀ ਉਹਦਾ ਵੀ। ਉਹ ਜਿਹੜੇ ਮਤਲਬ ਨਹਿਰ ਤੋਂ ਲਾਸ਼ਾਂ ਕੱਢਦੇ ਨੇ ਜਿਹੜੇ ਗੋਤਾਖੋਰ, ਹਾਂਜੀ ਹਾਂਜੀ, ਉਹਨਾਂ ਬਾਰੇ ਕਹਾਣੀ ਮੈਂ ਕਹਾਣੀ ਪੜ੍ਹੀ ਹੋਈ ਹੈ, ਬਹੁਤ ਖੂਬਸੂਰਤ ਕਹਾਣੀ ਹੈ। ਔਰ ਉਸ ਟੌਪਿਕ ਤੇ ਉਹ ਕੋਈ ਸ਼ਾਇਦ ਪਹਿਲੀ ਵਾਰੀ ਇਦਾਂ ਦੀ ਕੋਈ ਕਹਾਣੀ ਲਿਖੀ ਗਈ, ਸ਼ਾਇਦ ਨਾਟਕ ਵੀ ਪਹਿਲੇ। ਰੂਪੋਵਾਲੀ ਕੁਝ ਕਹਿਣਾ ਚਾਹੁੰਦਾ? ਰੂਪੋਵਾਲੀ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਠੀਕ ਹੋ? ਹਾਂ ਬਹੁਤ ਵਧੀਆ, ਬਹੁਤ ਵਧੀਆ ਲੱਗਿਆ ਤੁਹਾਡੀਆਂ ਗੱਲਾਂ ਸੁਣ ਕੇ। ਔਰ ਜਿਵੇਂ ਅਸੀਂ ਟੋਨੀ ਬਾਤਿਸ਼ ਹੋਣਾ ਨੂੰ ਸੰਜੀਵਨ ਭਾਜੀ ਕੋਲ, ਇਹਨਾਂ ਕੋਲ ਹੀ ਸੁਣਿਆ, ਉਹਨਾਂ ਦੀਆਂ ਕਹਾਣੀਆਂ ਕਿਸੇ, ਸਾਨੂੰ ਲੱਗ ਰਿਹਾ ਹੈ ਕਿ ਅੱਜ ਵੀ ਜਗਦੀਸ਼ ਜੀ ਹੋਣਾ ਦੇ ਬਹੁਤ ਪ੍ਰਭਾਵ ਆ ਉਹਨਾਂ ਦਾ, ਟੋਨੀ ਬਾਤਿਸ਼ ਹੋਣਾ ਦਾ। ਤੇ ਅੱਜ ਵੀ ਜਦੋਂ ਸਟਾਈਲ ਇਹਨਾਂ ਦਾ, ਮੈਂ ਬਹੁਤ ਫੈਨ ਹੈ ਇਹਨਾਂ ਦਾ, ਇਹਨਾਂ ਦੇ ਗੱਲਬਾਤ ਤੋਂ ਜਿਹੜੀ ਗੱਲ ਵੀ ਕਰਨੀ ਇਹਨਾਂ ਨੇ ਮੂੰਹ ਤੇ ਕਰਨੀ, ਔਰ ਰੁੱਸ ਜਾਣਾ ਫਿਰ ਮਨਾਉਣਾ, ਇਹ ਸਾਰਾ ਕੁਝ ਚੱਲਦਾ ਰਹਿੰਦਾ।
ਸਾਡੇ ਵਿੱਚ ਅੱਜ ਵੀ ਚੱਲਦਾ ਹੈ। ਜੀ ਅਬ ਤੁਹਾਡੀ ਲਾਈਟ ਆਫ ਹੋ ਗਈ ਕੈਮਰੇ ਦੀ। ਹਾਂ ਉਹ ਲਾਈਟ ਚਲੀ ਗਈ। ਇੱਕ ਮਿੰਟ ਪਰਦਾ ਖੋਲ ਲਓ ਜਿਹੜਾ ਪਰਲੇ ਪਾਸੇ ਬੰਦ ਕੀਤਾ ਜੇ। ਇੱਕ ਮਿੰਟ ਬਸ ਆਪਾਂ ਮੇਰੇ ਲਾਸਟ ਸਾਡੀ ਗੱਲ ਹੈ ਲਾਸਟ ਜੀ। ਆਈ ਹੋ ਰਹੀ ਹੁਣ? ਹਾਂਜੀ ਲਾਈਟ ਆ ਗਈ ਜੀ। ਹਾਂਜੀ ਮੈਂ ਨਾ ਇੰਦਰਜੀਤ, ਹਾਂਜੀ 3 ਬੰਦਿਆਂ ਤੋਂ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਪ੍ਰਭਾਵਿਤ ਹਾਂ। ਮੇਰੇ ਫਾਦਰ ਜੀ, ਤੇ ਅਜਮੇਰ ਸਿੰਘ ਔਲਖ ਦੇ ਨਾਟਕਾਂ ਤੋਂ ਜੀ, ਤੇ ਟੋਨੀ ਤੋਂ ਜੀ। ਟੋਨੀ ਮੇਰੇ ਮਤਲਬ ਮੈਂ ਕਦੇ ਭੁੱਲ ਜਾਵਾਂ, ਮੈਂ ਹਰ ਪਲ ਮੇਰੇ ਉਹ ਅੰਗ ਸੰਗ ਰਹਿੰਦਾ। ਵਾਹ। ਤੇ ਹਾਂ, ਤੇ ਬਹੁਤ ਵਧੀਆ। ਵੱਡੇ ਰੰਗਕਰਮੀਆਂ ਨੇ ਤਾਂ ਵੈਸੇ ਭੁਲਾਤਾ ਬਹੁਤ ਛੇਤੀ। ਉਹ ਕਿਸੇ ਨੇ ਵੀ ਉਹਨੂੰ, ਮੈਂ ਇੰਟਰਵਿਊ ਬੜੀਆਂ ਸੁਣੀਆਂ ਨੇ, ਕਿਸੇ ਨੇ ਨਹੀਂ ਯਾਦ ਕੀਤਾ। ਤੇ ਪਰ ਮੈਂ ਤਾਂ ਜਿੰਦਾ ਚ ਜਿਉਂਦਾ ਰਹੂੰਗਾ ਤੇ ਰੰਗਮੰਚ ਕਰਦਾ ਰਹੂੰਗਾ ਤੇ ਟੋਨੀ ਨੂੰ ਹਮੇਸ਼ਾ ਯਾਦ ਕਰਦਾ ਰਹੂੰਗਾ। ਵੱਡਾ ਕੰਮ ਉਹਨੇ ਕੀਤਾ। ਜੀ ਬਿਲਕੁਲ। ਉਹਨੇ ਆਪਣੇ ਸਮੇਂ 'ਚ ਬੜੀਆਂ ਖੂਬਸੂਰਤ ਪੈੜਾਂ ਪਾਈਆਂ ਨੇ। ਸੋ ਆਪਾਂ ਗਹਿਣੇ ਤੱਕ ਵੇਚੇ ਨੇ ਉਹਨੇ ਘਰ ਦੇ ਵਿੱਚ, ਸਰ ਗਹਿਣੇ ਤੱਕ ਵੇਚੇ ਹੋਏ ਨੇ। ਤੇ ਉਹ ਇੱਕੋ ਟੀਮ ਤੋਂ 7 ਦਿਨ ਦਾ ਨਾਟਕ ਮੇਲਾ, ਇੱਕੋ ਟੀਮ ਹੈ, ਅਲੱਗ ਨਾਟਕ ਕਰਦੇ, ਇੱਕੋ ਨਾਟਕ 7 ਦਿਨ ਖੇਡ ਰਿਹਾ। ਉਹ ਗਾਰਗੀ ਸਾਹਿਬ ਦਾ ਨਾਟਕ ਆ, ਉਹ ਰਜ਼ੀਆ ਸੁਲਤਾਨ ਕਿਲੇ 'ਚ ਖੇਡ ਰਿਹਾ। ਹਫ਼ਤਾ ਮਹੀਨਾ 15 ਦਿਨ ਚੱਲ ਰਹੇ, 100 ਕਲਾਕਾਰ ਚੱਲ ਰਹੇ ਨੇ, 5 ਸਟੇਜਾਂ ਤੇ ਨਾਟਕ ਖੇਡ ਰਿਹਾ। ਐਡਾ ਜਨੂੰਨ ਮੈਂ ਨਹੀਂ ਦੇਖਿਆ ਕਿਸੇ ਬੰਦੇ 'ਚ। ਬਿਲਕੁਲ। ਸੋ ਬਹੁਤ ਸ਼ੁਕਰੀਆ ਜਗਦੀਸ਼ ਜੀ, ਬਹੁਤ ਸੋਹਣੀਆਂ ਗੱਲਾਂ ਔਰ ਬਹੁਤ ਕਈ ਕੁਝ ਨਵਾਂ ਸਾਨੂੰ ਵੀ ਸੁਣਨ ਲਈ ਮਿਲਿਆ, ਬਹੁਤ ਸਾਰੇ ਦੋਸਤਾਂ ਨੂੰ। ਸੋ ਇਹ ਸਾਰੀ ਰਿਕਾਰਡਿੰਗ ਜਿਹੜੀ ਹੈ ਸਾਡੇ ਇਸ ਰੰਗਮੰਚ ਸਫ਼ਰ ਦੇ ਇਤਿਹਾਸ ਦਾ ਇੱਕ ਹਿੱਸਾ ਵੀ ਬਣੇਗੀ। ਸੋ ਬਹੁਤ ਸ਼ੁਕਰੀਆ ਦੋਸਤੋ, ਤੇ ਕੱਲ ਆਪਾਂ ਫਿਰ ਮਿਲਾਂਗੇ। ਕੱਲ 4 ਵਜੇ ਅਸੀਂ ਪਹਿਲਾਂ ਸੰਗੀਤਾ ਗੁਪਤਾ ਨਾਲ ਗੱਲਾਂ ਕਰਾਂਗੇ, 4 ਤੋਂ 5 ਵਜੇ, ਤੇ 5 ਤੋਂ 6 ਵਜੇ ਅਸੀਂ ਬਲਦੇਵ ਸਿੰਘ ਸੜਕਨਾਮਾ ਦੇ ਨਾਲ ਉਹਦੇ ਰੰਗਮੰਚ ਸਫ਼ਰ ਦੀ ਮੋਗੇ ਵਾਲੀ ਹਿਸਟਰੀ ਦੇ ਬਾਰੇ ਗੱਲਾਂ ਕਰਾਂਗੇ। ਸੋ ਕੱਲ ਅਸੀਂ 4 ਤੋਂ 6 ਵਜੇ 2 ਸ਼ਖਸੀਅਤਾਂ ਨਾਲ ਕੱਲ ਫਿਰ ਗੱਲਾਂ ਕਰਾਂਗੇ। ਤੇ ਮੰਡੇ ਨੂੰ ਅਸੀਂ ਜਿਹੜਾ ਕਿ ਮਹਾਵੀਰ ਭੁੱਲਰ ਹੋਰਾਂ ਦੇ ਨਾਲ ਗੱਲਾਂ ਕਰਾਂਗੇ। ਸੋ ਬਹੁਤ ਸ਼ੁਕਰੀਆ, ਮਿਲਦੇ ਆ ਕੱਲ। ਹਾਂਜੀ, ਸਾਰੇ ਦੋਸਤਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਦੇਖਿਆ। ਹਾਂ, ਓਕੇ ਸਰ, ਠੀਕ ਹੈ। ਥੈਂਕ ਯੂ ਪਵਨ, ਤੇ ਤੂੰ ਥੈਂਕ ਯੂ ਸਾਨੂੰ ਕਰਿਆ ਕਰ, ਅਸੀਂ ਤੈਨੂੰ ਵੇਲੇ ਸਿਰ ਠਾ ਦਿੰਨੇ ਆ। ਪਵਨ ਨੇ ਕੋਈ ਸਵਾਲ ਨਹੀਂ ਪੁੱਛਿਆ। ਪਵਨ ਨੇ ਹੈਲੋ ਹਾਂਜੀ ਬਾਬਾ ਜੀ। ਹਾਂ, ਬਹੁਤ ਸ਼ੁਕਰੀਆ। ਮੈਂ ਕਿਹਾ ਤੂੰ ਵੇਲੇ ਸਿਰ ਉੱਠ ਕੇ ਸਾਡੀਆਂ ਗੱਲਾਂ ਦਾ ਹਿੱਸਾ ਬਣਦਾ, ਤੇ ਇੱਕ ਦਿਨ ਅਸੀਂ ਤੇਰੇ ਨਾਲ ਵੀ ਗੱਲਾਂ ਕਰਾਂਗੇ। ਤੂੰ ਹਾਲੇ ਸਾਡੀਆਂ ਗੱਲਾਂ ਸੁਣ, ਫਿਰ ਅਸੀਂ ਤੇਰੇ ਕੋਲ ਸੁਣਾਂਗੇ, ਠੀਕ ਹੈ? ਜੋ ਹੁਕਮ। ਓਕੇ ਜੀ, ਸ਼ੁਕਰੀਆ ਦੋਸਤੋ, ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਓਕੇ।